ਕਿ ਅੱਗੇ ਬਾਲ ਰੱਖੋ ਔਰ ਤੁਸੀਂ ਉਹਨਾਂ ਕੋਲ ਡਾਇਰੈਕਟ ਇਹਦੀ ਜਿਹੜੀ ਹੈ ਨਾ ਉਹ ਤਫਸੀਲ ਪੁੱਛੋ। ਮੇਰਾ ਖਿਆਲ ਹੈ ਜ਼ਿਆਦਾ ਬਿਹਤਰ ਇਹੋ ਹੀ ਹੈ ਕਿ ਤੁਸੀਂ ਤੁਹਾਡਾ ਸਵਾਲ ਹੋ ਗਿਆ ਤਾਂ ਹੁਣ ਦੂਸਰੇ ਵਾਟਰ ਸਾਹਿਬ ਵੀ ਨੇ, ਦੂਸਰਾ ਵੀ ਕੋਈ ਕਹਿਣਾ ਚਾਹੇ ਤੇ ਉਹ ਵੀ ਇਹਨੂੰ ਐਡ ਕਰੇ, ਘੱਟ ਵੱਧ ਕਰੇ ਜਿਸ ਤਰ੍ਹਾਂ। नहीं ऐसा ही सवाल है जो इन्होंने कहता है वो ही सवाल है। ਠੀਕ ਹੋ ਗਿਆ। ਤੇ ਵਾਟਰ ਸਾਹਿਬ ਤੁਸੀਂ ਕੀ ਕਹਿੰਦੇ ਹੋ? जी जी यही सवाल का जवाब पहले लेते ਇਹ हैं। ਸਵਾਲ ਠੀਕ ਹੋ ਗਿਆ ਜੀ। 11 ਭਾਈ ਸਾਹਿਬ ਕੀ ਕਹਿੰਦੇ ਮੈਂ ਹੋ? ਤਾਂ ਪਹਿਲਾਂ ਹੀ ਕਹਿਤਾ ਸੀ ਕਿ ਜੋ ਅਲਫਾਜ਼ ਮੌਲਵੀ ਠੀਕ ਸਾਹਿਬ ਦੇ ਹੈ। ਉਹੀ ਮੇਰੇ ਅਲਫਾਜ਼। ਮੈਂ ਇਹ ਤੇ ਕਮਾਲ ਹੋ ਗਈ ਯਾਰ, ਸਾਰੇ ਅਹਿਮਦੀਆਂ ਦੀ ਇੱਕ ਜ਼ੁਬਾਨ ਹੋ ਗਈ ਤੇ ਉਹਦੇ ਚ ਇਖਤਲਾਫ ਹੀ ਕੋਈ ਨਹੀਂ। ਮੈਂ ਉਹ ਉੱਤੇ ਸ਼ਹਿਨशाह ਸਾਹਿਬ ਕੋਲ ਪੁੱਛ ਲਓ ਕਿ ਜਿਹੜਾ ਲਾਮਾ ਸਾਹਿਬ ਜਵਾਬ ਦੇਣਗੇ ਉਹਨਾਂ ਦਾ ਜਵਾਬ ਹੀ ਹੋਏਗਾ। ਜੀ सबसे पहले तो हम अस्सलाम क्या- वालेकुम जी सारों को। ਵਾਲੇਕੁਮ ਹੈ ਕੀ ਕਹਿੰਦੇ ਹੋ? ਵਾਲੇਕੁਮ ਸਲਾਮ। ਵਾਲੇਕੁਮ ਸਲਾਮ। ਵਾਲੇਕੁਮ ਹੁਣ ਸਲਾਮ। ਮਜ਼ੀਦ ਅਸਲਾਮ ਗੱਲ ਜਿਹੜੀ ਨਾ ਵਾਟਰ ਮੁਹੰਮਦ ਸਾਹਿਬ। ਕਾਸਿਮ ਸਾਹਿਬ ਕਰਨਗੇ ਲੇਕਿਨ ਠੀਕ ਹੈ। ਸਵਾਲ ਪਲੀਜ਼ ਸਵਾਲ ਰੱਖਿਆ ਜੀ ਦਾ ਜਵਾਬ ਇਹਨਾਂ ਕੋਲ ਲਾਜ਼ਮੀ ਲਿਆ ਜੇ ਹਾਂ। ਕਿ ਉਹ ਜਿਹੜੀਆਂ ਹਦੀਸਾਂ ਨੇ ਸਹੀ ਹਦੀਸਾਂ ਉਹਨਾਂ ਨੂੰ ਕੁਰਾਨ ਮਜੀਦ ਦਾ ਦਰਜਾ ਦੇ ਰਹੇ ਨੇ ਜਾਂ ਉਹਨਾਂ ਨੂੰ ਵਾਕਿਆਤਨ ਸੈਕੰਡ ਦਰਜੇ ਤੇ ਫਿਰ ਵੀ ਰੱਖਦੇ ਨੇ ਪਏ ਕੁਰਾਨ ਮਜੀਦ ਤੋਂ ਬਾਅਦ, ਤੇ ਹਕਮ ਕਿਹਨੂੰ ਮੰਨਦੇ ਨੇ ਪਏ ਉੱਥੇ? ਇਹ ਪਲੀਜ਼ ਕਿਸੇ ਵੀ ਹਦੀਸ ਨੂੰ ਕੁਰਾਨ ਮਜੀਦ ਦਾ ਮਰਤਬਾ ਕੋਈ ਨਹੀਂ ਹੈ। ਬਿਲਕੁਲ ਹੁਸੈਨ ਸਾਹਿਬ ਤੁਹਾਡਾ ਨਹੀਂ ਉਹਨਾਂ ਦਾ ਜਵਾਬ ਲੈਣਾ ਹੈ। ਜ਼ਰਾ ਸਬਰ ਕਰ ਲਓ। ਜੇ ਤੇ ਤੁਹਾਡਾ ਸਵਾਲ ਖਤਮ ਹੋ ਗਏ ਨੇ ਤੇ ਫਿਰ ਉਹਨਾਂ ਨਾਲ ਚੱਲਨੇ ਆ, ਤੇ ਜੇ ਨਹੀਂ ਹੋਏ ਤੇ ਫਿਰ ਇੱਕ ਵਾਰੀ ਲਾ ਲਓ। ਸਾਰੇ ਬੰਦੇ ਇੱਕ ਵਾਰੀ ਬੇਸ਼ੱਕ ਬੋਲ ਲਵੋ, ਤੁਹਾਡੇ ਕੋਲ ਚਾਂਸ ਹੈ। ਔਰ 3 ਵਾਰੀ ਬੋਲਣਾ, 3 ਵਾਰੀ ਵੀ ਬੋਲੋ, ਉਹ ਵੀ ਠੀਕ ਜੀ। ਹੋ ਗਈ ਇਹ ਗੱਲ ਪੂਰੀ ਹੋ गई? मौलवी साहब बिस्मिल्लाह करें जी, बिस्मिल्लाह करें जी, मौलवी साहब। ठीक। अच्छा मौलवी साहब बोल, ठीक है जी मौलवी साहब करो। ਮਿਊਟ ਲਾ ਲਓ ਕਾਸਿਮ ਸਾਹਿਬ, ਮਿਊਟ ਲਾ ਲਓ। ਮੁਕੰਮਲ ਹੈ ਜਨਾਬ। जी ठीक हो गया। ਤੇ ਮੇਰਾ ਖਿਆਲ ਹੈ ਤੁਸੀਂ ਕਿਉਂਕਿ ਚੁੱਪ ਕਰ ਗਏ ਹੋ ਚਾਰੇ ਹੀ, ਤੇ ਇਹਦਾ ਮਤਲਬ ਹੈ ਚਾਰਾਂ ਦੀ ਤਰਫੋਂ ਸਵਾਲ ਆ ਗਿਆ। ਤੇ ਲਓ ਜੀ ਅਲਾਮਾ ਸਾਹਿਬ ਸੁਣਿਆ ਨਾ ਸਵਾਲ? ਜੀ ਜੀ ਮੈਂ ਸੁਣ ਲਿਆ। ਮੈਂ ਤੇ ਤੁਹਾਡੇ ਹੁਕਮ ਦਾ ਮੁੰਤਜ਼ਰ ਹਾਂ। ਜਦੋਂ ਤੁਸੀਂ ਆਖੋ ਤੇ ਮੈਂ ਤੇ ਉਸੇ ਮਾਈਕ ਖੋਲਾਂਗਾ। ਜਜ਼ਾਕੱਲਾ। ਲਓ ਤੁਸੀਂ ਹੁਣ ਫਰਮਾਓ। ਅੱਛਾ, ਬਿਲਕੁਲ ਤੁਸੀਂ ਦਰੁਸਤ ਫਰਮਾਇਆ ਹੈ ਕਿ ਕੋਈ ਹਦੀਸ ਕੁਰਾਨ ਦੇ ਮਰਤਬੇ ਦੀ ਨਹੀਂ ਹੈ। ਮਰਤਬਾ ਕੁਰਾਨ ਦਾ ਹੀ ਅਫਜ਼ਲ ਹੈ। ਤੇ ਸਾਡਾ ਇਹ ਅਕੀਦਾ ਹੈ ਕਿ ਹਦੀਸ ਜਿਹੜੀ ਹੈ ਸਹੀ ਹਦੀਸ ਉਹ ਕੁਰਾਨ ਦੀ ਤਸ਼ਰੀਹ ਔਰ ਤਫਸੀਰ ਹੁੰਦੀ ਹੈ। ਲੇਕਿਨ ਇਹਦਾ ਇਹ ਨਹੀਂ ਮਤਲਬ ਕਿ ਉਹ ਕੁਰਾਨ ਦੇ ਉੱਤੇ ਕੋਈ ਕਾਜ਼ੀ ਜਾਂ ਹਕਮ ਹੈ, ਬਲਕਿ ਕੁਰਾਨ ਦੀ ਉਹ ਤਸ਼ਰੀਹ ਔਰ ਤਫਸੀਰ ਹੁੰਦੀ ਹੈ। ਲੇਕਿਨ ਕੋਈ ਸਹੀ ਹਦੀਸ ਅੱਜ ਤੱਕ ਐਸੀ ਕੋਈ ਬੰਦਾ ਪੇਸ਼ ਹੀ ਨਹੀਂ ਸਾਡੇ ਸਾਹਮਣੇ ਕਰ ਸਕਿਆ ਜਿਹੜੀ ਕੁਰਾਨ ਦੇ ਖਿਲਾਫ ਹੋਵੇ। ਜਿਹੜੀ ਸਹੀ ਹਦੀਸ ਹੈ ਉਹ ਨਬੀ ਅਲੈਹਿਸ ਸਲਾਮ ਦਾ ਕੌਲ ਹੈ ਔਰ ਉਹ ਕੁਰਾਨ ਦੇ ਖਿਲਾਫ ਸਾਹਿਬ ਕੁਰਾਨ ਨੇ ਕੋਈ ਐਸੀ ਗੱਲ ਕੀਤੀ ਨਹੀਂ। ਇਹ ਤੇ ਹੋ ਗਿਆ ਜੀ ਮੇਰਾ ਅਕੀਦਾ। ਹੁਣ ਮੈਂ ਇਹ ਅਰਜ਼ ਕਰਨਾ ਚਾਹੁੰਦਾ ਕਿ ਜਿਹੜਾ ਸਵਾਲ ਮੈਂ ਕੀਤਾ ਹੈ ਉਹਦਾ ਜਵਾਬ ਇਹਨਾਂ 'ਚ ਇੱਕ ਬੰਦੇ ਕੋਲ ਲੈ ਕੇ ਦਿਆ ਜੇ, ਤੇ ਭਾਵੇਂ ਚੌਂ 'ਚ ਵਾਰੀ ਲੈ ਕੇ ਦਿਆ ਜੇ ਕਿ ਕਿਆ ਮਿਰਜ਼ਾ ਸਾਹਿਬ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਕੁਰਾਨ ਦੀਆਂ ਤਫਸੀਰਾਂ ਨਹੀਂ, ਆਪਣੇ ਇਲਹਾਮ ਦੀਆਂ ਤਫਸੀਰਾਂ ਨਹੀਂ? ਜਿਹੜੇ ਮਿਰਜ਼ਾ ਸਾਹਿਬ ਦੇ ਇਲਹਾਮਾਤ ਨੇ ਉਹ ਤੇ ਉਹਨਾਂ ਦੀਆਂ ਤਹਿਰੀਰਾਂ ਫਰਕੋ ਫਰਕੀ ਤੇ ਨਹੀਂ ਨਾ ਹੈ। ਜੋ ਤਹਿਰੀਰਾਂ ਨੇ ਉਹ ਇਲਹਾਮ ਦੀਆਂ ਔਰ ਕੁਰਾਨ ਦੀਆਂ ਤਫਸੀਰਾਂ ਹੀ ਨੇ। ਅਗਰ ਮੈਂ ਗਲਤ ਨਹੀਂ ਕਹਿ ਰਿਹਾ, ਅਗਰ ਇਹ ਕਹਿਣਾ ਚਾਹੁੰਦੇ ਹੋਣ ਬੇਸ਼ੱਕ ਕਹਿ ਦੇਣ ਕਿ ਮਿਰਜ਼ਾ ਸਾਹਿਬ ਦੀਆਂ ਤਹਿਰੀਰਾਂ ਹੋਰ ਨੇ ਔਰ ਉਹ ਇਲਹਾਮਾਤ ਦੇ ਖਿਲਾਫ ਵੀ ਨੇ। ਇਲਹਾਮ ਮਿਰਜ਼ਾ ਸਾਹਿਬ ਨੂੰ ਕੋਈ ਹੋਰ ਨਾਜ਼ਲ ਹੁੰਦਾ ਰਿਹਾ ਤੇ ਲੇਕਿਨ ਉਹ ਤਹਿਰੀਰਾਂ ਕੁਝ ਹੋਰ ਕਰਦੇ ਰਹੇ ਨੇ, ਜਾਂ ਕੁਰਾਨ ਦੇ ਖਿਲਾਫ ਵੀ ਨੇ ਉਹਨਾਂ ਦੀਆਂ ਕੋਈ ਜਾਂ ਤੇ ਇਹ ਕਹਿ ਦੇਣ। ਅਗਰ ਉਹ ਕੁਰਾਨ ਔਰ ਇਲਹਾਮ ਦੇ ਐਨ ਮੁਤਾਬਕ ਨੇ ਤੇ ਫਿਰ ਮੈਨੂੰ ਦੱਸੋ ਕਿ ਜਿਹੜੀਆਂ ਮਿਰਜ਼ਾ ਸਾਹਿਬ ਦੀਆਂ ਗੱਲਾਂ ਨੇ, ਕੁਰਾਨ ਔਰ ਮਿਰਜ਼ਾ ਸਾਹਿਬ ਦੀਆਂ ਗੱਲਾਂ, ਇਹਨਾਂ ਦੋਵਾਂ ਨੂੰ ਬਰਾਬਰ ਮੰਨ ਕੇ ਹਦੀਸ ਨੂੰ ਬਸ਼ਰ ਦਾ ਕਲਾਮ ਕਰਾਰ ਦੇ ਕੇ ਤੀਸਰੇ ਨੰਬਰ ਤੇ ਤੁਸੀਂ ਮੰਨਦੇ ਹੋ ਜਾਂ ਨਹੀਂ ਮੰਨਦੇ? ਦੂਸਰਾ ਹੈ ਕਿ ਅਗਰ ਹਦੀਸਾਂ ਨਾ ਵੀ ਹੁੰਦੀਆਂ ਤੇ ਤੁਹਾਡਾ ਜਿਹੜਾ ਅਕੀਦਾ ਹੈ ਉਹ ਆਪਣੀ ਥਾਂ ਕਾਇਮ ਦਾਇਮ ਹੀ ਹੋਣਾ ਸੀ। ਔਰ ਆਖਰੀ ਗੱਲ ਇਹ ਵੇ ਕਿ ਕਿਆ ਜਿਹੜੇ ਮਿਰਜ਼ਾ ਸਾਹਿਬ ਨੇ ਉਹਨਾਂ ਕੋਲ ਇਖਤਿਆਰ ਹੈ ਨਾ ਕਿ ਉਹ ਹਦੀਸਾਂ ਦੇ ਪੂਰੇ ਜ਼ਖੀਰੇ ਚੋਂ ਜਿਹਨੂੰ ਚਾਹਣ ਢੇਰ ਨੂੰ ਸਹੀ ਕਰਾਰ ਦੇ ਦੇਣ ਤੇ ਜਿਹਨੂੰ ਚਾਹਣ ਮੁਸਤਰਦ ਕਰ ਦੇਣ? ਕਿਆ ਮੈਂ ਗੱਲਾਂ ਗਲਤ ਕੀਤੀਆਂ ਨੇ ਜਾਂ ਵਾਕਿਆਤ ਨੇ ਮੈਂ ਸਹੀ ਕੀਤੀਆਂ ਨੇ? ਇਹ ਤੁਹਾਡੇ ਇਤਕਾਦ ਹੈ ਹਦੀਸਾਂ ਔਰ ਕੁਰਾਨ ਦੇ ਬਾਰੇ? ਮੇਰਾ ਖਿਆਲ ਹੈ ਤੁਸੀਂ ਆਪਣੇ ਇਸ ਸਾਰੇ ਬਿਆਨ ਨੂੰ ਥੋੜ੍ਹਾ ਜਿਹਾ ਮੁਖਤਸਰ ਕਰ ਲਓ। ਜੋ ਮੈਂ ਸਮਝਿਆ ਤੁਹਾਡੀ ਗੱਲ ਤੋਂ ਉਹ ਇਹ ਹੈ ਕਿ ਮਿਰਜ਼ਾ ਸਾਹਿਬ ਦਾ ਇਲਹਾਮ ਜਿਹੜਾ ਹੈ ਉਹ ਚੂੰਕਿ ਖੁਦਾ ਤਾਲਾ ਦਾ ਕਲਾਮ ਹੈ ਤੇ ਉਹਨੂੰ ਬੰਦੇ ਦੇ ਕਲਾਮ ਦੇ ਉੱਤੇ ਤੇ ਫਜ਼ੀਲਤ ਹੈ। ਇੱਕ ਇਹ ਅਸੂਲੀ ਗੱਲ ਇਹੋ ਹੀ ਕਹਿ ਰਹੇ ਹੋ ਨਾ ਤੁਸੀਂ? ਜੀ ਨਬੀ ਪਾਕ ਦੇ ਕਲਾਮ ਦੇ ਉੱਤੇ ਫਜ਼ੀਲਤ, ਬਸ਼ਰ ਦਾ, ਕਿਉਂਕਿ ਹਦੀਸਾਂ ਨਬੀ ਪਾਕ ਦਾ ਕਲਾਮ ਨੇ, ਬਸ਼ਰ ਦਾ ਕਲਾਮ ਹੈ।
ਉਹਦੇ ਉੱਤੇ ਕਹਿੰਦੇ ਜਾਂ ਨੇ ਇਹਨਾਂ ਨੂੰ ਫਜ਼ੀਲਤ। ਜਾਂ ਮਤਲਬ ਅਸੂਲੀ ਗੱਲ ਇਹੋ ਹੀ ਹੋਈ ਨਾ ਕਿ ਕਲਾਮ ਬੇਸ਼ੱਕ ਮਿਰਜ਼ਾ ਸਾਹਿਬ ਤੇ ਉਤਰਿਆ, ਲੇਕਿਨ ਕਲਾਮ ਅੱਲਾਹ ਤਾਲਾ ਦਾ ਹੈ, ਇਸ ਕਰਕੇ ਉਸ ਕਲਾਮ ਨੂੰ ਹਦੀਸ ਤੇ ਜਿਹੜੇ ਲੋਕਾਂ ਨੇ ਇਕੱਠੀਆਂ ਕੀਤੀਆਂ ਗੱਲਾਂ ਨੇ ਉਹਦੇ ਉੱਤੇ ਇੱਕ ਫਜ਼ੀਲਤ ਹਾਸਲ ਹੈ, ਉਹਦੇ ਤੋਂ ਉੱਤੇ ਆਓ। ਤੇ ਤੁਸੀਂ ਉਹਦੇ ਨਾਲ ਐਡ ਕੀਤਾ ਹੈ ਕਿ ਉਸ ਕਲਾਮ ਦੀ ਅਗਰ ਕੋਈ ਤਸ਼ਰੀਹ ਤਾਬੀਰ ਮਿਰਜ਼ਾ ਸਾਹਿਬ ਕਰਦੇ ਨੇ ਤੇ ਉਹ ਵੀ ਉਹਦਾ ਹੀ ਹਿੱਸਾ ਹੈ, ਉਹ ਉਹਦੇ ਮੁਖਾਲਫ ਤੇ ਨਹੀਂ ਜਾਣਗੇ। ਤੇ ਗੋਇਆ ਮਿਰਜ਼ਾ ਸਾਹਿਬ ਦਾ ਇਲਾਮ ਔਰ ਮਿਰਜ਼ਾ ਸਾਹਿਬ ਦਾ ਆਪਣਾ ਕਲਾਮ ਇੱਕੋ ਹੀ ਚੀਜ਼ ਨੇ, ਉਹਨਾਂ ਦੇ 'ਚ ਕੋਈ ਇਖਤਲਾਫ ਨਹੀਂ, ਤੇ ਉਹਨਾਂ ਨੂੰ ਹਦੀਸਾਂ ਦੇ ਉੱਤੇ ਫਜ਼ੀਲਤ ਹਾਸਲ ਹੈ। ਇਤਨੀ ਗੱਲ ਠੀਕ ਹੈ? ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਚਲੋ ਮੇਰਾ ਖਿਆਲ ਹੈ ਇਹਨੂੰ ਅਸੀਂ ਫਾਰਮੈਟ ਕਰ ਦਿੱਤਾ। ਲਓ ਜੀ ਤੁਸੀਂ ਸੁਣ ਲਈਏ ਗੱਲ ਤੇ ਗੱਲ ਕਰੋ। ਮੌਲਵੀ ਸਾਹਿਬ ਤੁਸੀਂ ਜਵਾਬ ਦੇਣਾ ਹੈ ਕਿ ਮੈਂ ਇਹਦਾ ਜਵਾਬ ਦਿਆਂ? ਜਿਹੜਾ ਸਵਾਲ ਇਮਤਿਆਜ਼ ਭਾਈ ਤੁਸੀਂ ਇਹਦਾ ਜਵਾਬ ਦੇਣਾ ਹੈ ਕਿ ਮੈਂ ਥੋੜਾ ਜਿਹਾ ਨਹੀਂ ਦਿਆਂ? ਨਹੀਂ, ਮੈਂ ਨਾ ਕਾਸਮ ਸਾਹਿਬ ਪੂਰਾ ਨਾ ਜਵਾਬ ਇਹਨਾਂ ਦਾ ਸੁਣ ਨਹੀਂ ਸਕਿਆ ਹੈ, ਇਸ ਵਜ੍ਹਾ ਤੋਂ ਤੁਸੀਂ ਸਨੀ ਸਾਹਿਬ ਜਰਾ ਰਿਪੀਟ ਕਰ ਦਿਓ, ਇਮਤਿਆਜ਼ ਸਾਹਿਬ ਜਵਾਬ ਦੇਣਗੇ। ਜਾਂ ਜਿਹੜਾ ਤੁਹਾਡਾ ਸਵਾਲ ਆ ਉਹਦੇ ਜਵਾਬ ਵਿੱਚ ਜੀ ਜੀ ਉਹਨਾਂ ਨੇ ਕਿਹਾ ਕਿ ਹਦੀਸਾਂ ਦਾ ਦਰਜਾ ਕੁਰਾਨ ਕਰੀਮ ਦੇ ਬਰਾਬਰ ਕਤਨ ਨਹੀਂ ਹੈ। ਕੁਰਾਨ ਕਰੀਮ ਨੂੰ ਫਜ਼ੀਲਤ ਹਾਸਲ ਹੈ ਹਦੀਸ ਦੇ ਉੱਤੇ। ਠੀਕ ਹੈ। ਹਦੀਸ ਜਿਹੜੀ ਹੈ ਉਹਨੂੰ ਅਸੀਂ ਸਹੀ ਹਦੀਸ ਨੂੰ ਕੁਰਾਨ ਕਰੀਮ ਦੀ ਤਫਸੀਰ ਔਰ ਤਸ਼ਰੀਹ ਮੰਨਦੇ ਹਾਂ, ਔਰ ਉਹਦੇ ਮਾਤਹਿਤ ਹੈ, ਉਹ ਕੁਰਾਨ ਕਰੀਮ ਦੇ ਠੀਕ ਹੈ। ਬਰਾਬਰ। ਇੰਨਾ ਹੀ ਜਵਾਬ ਸੀ? ਇਹ ਤਾਂ ਹੀ ਜਵਾਬ ਹੈ ਹਾਂ, ਪਰ ਤੁਹਾਡੀ ਇਹਦੇ ਉਸ ਗੱਲ ਉੱਤੇ ਇਹਦੇ ਉੱਤੇ ਸਵਾਲ ਸੁਣ ਲਓ, ਠੀਕ ਹੈ, ਦਾ। ਕਿ ਅਗਰ ਇਹ ਸਹੀ ਹਦੀਸਾਂ ਕੁਰਾਨ ਮਜੀਦ ਦੀ ਤਸ਼ਰੀਹ ਨੇ, ਠੀਕ ਹੈ, ਫਿਰ ਹਦੀਸਾਂ ਦੀ ਵੀ ਤਸ਼ਰੀਹ ਕਿਉਂ ਹੋਣੀ ਜ਼ਰੂਰੀ ਹੈ? ਅਗਰ ਇਹਨੂੰ ਹੀ ਹਦੀਸਾਂ ਨੂੰ ਹੀ ਤਸ਼ਰੀਹ ਸਮਝਿਆ ਜਾਏ ਕੁਰਾਨ ਮਜੀਦ ਦੀ, ਇੱਕ ਵਾਰੀ ਤਸ਼ਰੀਹ ਹੋ ਗਈ ਹੈ ਕੁਰਾਨ ਮਜੀਦ ਦੀ, ਠੀਕ ਹੈ, ਹਦੀਸਾਂ, ਫਿਰ ਹਦੀਸਾਂ ਦੀ ਵੀ ਤਸ਼ਰੀਹ ਤਵੀਲ, ਠੀਕ ਹੈ, ਤਵੀਲ ਵੀ ਜ਼ਰੂਰੀ ਹੈ। ਇਹ ਸਵਾਲ ਹੈ ਤੁਹਾਡਾ ਕਿ ਇਹ ਨਹੀਂ ਹੋਣਾ ਚਾਹੀਦਾ ਜਾਂ ਹੋਣਾ ਚਾਹੀਦਾ, ਕੀ ਕਰਦੇ ਹੋ? ਮਤਲਬ ਤਸ਼ਰੀਹ ਔਰ ਤਾਬੀਰ ਤੋਂ ਮਨਾ ਤੇ ਨਹੀਂ ਨਾ ਕੀਤਾ ਕਿਸੇ ਗੱਲ ਨੂੰ। ਜਦੋਂ ਵੀ ਗੱਲ ਅਸੀਂ ਕਰਨੇ ਆ, ਗੱਲ 'ਚੋਂ ਗੱਲ ਨਿਕਲਦੀ ਹੈ। ਇੱਕ ਤੁਹਾਡੇ ਕੋਲ ਜਿਹੜਾ ਮਾਖਜ਼ ਹੈ ਅੱਲਾਹ ਤਾਲਾ ਦਾ ਕਲਾਮ ਹੈ, ਮੋਹਕਮ ਗੱਲ ਹੈ ਜਿਹਨੂੰ ਅਸੀਂ ਅੱਲਾਹ ਦਾ ਕਲਾਮ ਮੰਨ, ਉਹਦੇ ਤੇ ਕੋਈ ਦੂਸਰੀ ਗੱਲ ਹੈ ਹੀ ਨਹੀਂ ਨਾ ਸਾਰਿਆਂ ਦੀ ਤਰਫੋਂ। ਤੇ ਹਦੀਸ ਸ਼ਰੀਫ ਮਦਦ ਦਿੰਦੀ ਹੈ ਉਹਨੂੰ ਸਮਝਣ ਵਿੱਚ, ਔਰ ਕਿਉਂਕਿ ਉਹਨਾਂ ਦੋਵਾਂ ਨੂੰ ਮਿਲਾਣਾ ਹੁੰਦਾ ਹੈ, ਤੇ ਇਸ ਕਰਕੇ ਇਨਸਾਨੀ ਜ਼ਿਹਨ ਹੀ ਹੈ ਜਿਹੜਾ ਉਹਨਾਂ ਦੋਵਾਂ ਨੂੰ ਪੜ੍ਹ ਕੇ ਨਤੀਜਾ ਪੈਦਾ ਕਰੇਗਾ ਕਿ ਇਹ ਗੱਲ ਇਹਦੇ ਨਾਲ ਕਰਸਪੌਂਡ ਕਰ ਰਹੀ ਹੈ, ਇਹਦੇ ਨਾਲ। ਮੈਂ ਸਵਾਲ ਦਾ ਜਵਾਬ ਦਿਆਂਗਾ ਹੁਸੈਨ ਸਾਹਿਬ, ਜਿਹੜਾ ਸਵਾਲ ਮੈਂ ਰੱਖਿਆ ਉਹਦਾ ਜਵਾਬ ਲੈ ਦਿਓ। ਇਹ ਸਵਾਲ ਬਿਲਕੁਲ ਆਸਾਨ ਹੈ, 1 ਮਿੰਟ ਚੱਲੋ ਜਗਾ ਇਨਸ਼ਾਅੱਲਾ। ਅੱਛਾ ਠੀਕ ਹੈ। ਚਲੋ ਇਹ ਦੂਸਰੀ ਜਿਹੜਾ ਉਹਨਾਂ ਨੇ ਸਵਾਲ ਰੱਖਿਆ ਉਹ ਸੁਣ ਲਿਆ ਨਾ ਤੁਸੀਂ? ਕਿੱਧਰ ਗਏ 11 ਭਾਈ ਸਾਹਿਬ ਦਾ ਤੇ ਕਿਧਰੇ 17 ਅੱਛਾ, ਜੇ ਪੁੱਜ ਜਾਂਦਾ। ਇਮਤਿਆਜ਼ ਸਾਹਿਬ ਆ ਜਾਣ ਤੇ ਇਮਤਿਆਜ਼ ਸਾਹਿਬ ਉੱਥੋਂ ਹੀ ਸ਼ੁਰੂ ਕਰ ਲੈਣਗੇ ਜਿੱਥੋਂ ਉਹਨਾਂ ਨੇ ਖਤਮ ਕੀਤਾ ਸੀ, ਠੀਕ ਹੈ, ਕਿ ਜੇ ਤੇ ਕੁਰਾਨ ਕਰੀਮ ਦੀ ਤਸ਼ਰੀਹ ਸਹੀ ਹਦੀਸਾਂ ਨੇ ਤੇ ਫਿਰ ਸਹੀ ਹਦੀਸਾਂ ਹੀ ਜਿਹੜੀ ਬੰਦਾ ਤਸ਼ਰੀਹ ਕਰਨ ਡਿਆ ਉਹ ਕਿੱਥੇ ਤੱਕ ਠੀਕ ਕਰਨ ਡਿਆ, ਠੀਕ ਹੈ। ਇਹ ਤੇ ਉਹਨਾਂ ਨੇ ਜਿਹੜਾ ਆਪਣੀ ਗੱਲ ਸ਼ੁਰੂ ਉਹ ਆਗੇ ਨੇ ਕੋਈ ਸ਼ੁਰੂ ਕਰ ਦੇਣਾ। ਓਕੇ ਜੀ। ਅੱਛਾ, ਮੈਂ ਤੁਹਾਨੂੰ ਹੁਸੈਨ ਸਾਹਿਬ ਦੱਸਿਆ ਕਿ ਮੇਰੇ ਵਿੱਚ ਕਾਲ ਆਈ ਸੀ ਜਿਹਦੀ ਵਜ੍ਹਾ ਤੋਂ ਮੈਂ ਥੱਲੇ ਡਿੱਗ ਗਿਆ ਸੀ ਨਾ, ਜਦੋਂ ਅਮਨ ਅਜ਼ੀਜ਼ ਸਾਹਿਬ ਗੱਲ ਕਰ ਰਹੇ ਨੇ। ਅਮਨ ਅਜ਼ੀਜ਼ ਸਾਹਿਬ ਨੇ ਸਵਾਲ ਕੀ ਕੀਤਾ ਸੀ ਫਿਰ ਬਾਅਦ ਚ ਮੈਨੂੰ ਉਹ ਤੇ ਦੱਸੋ। ਉਹਨਾਂ ਦਾ ਸਵਾਲ ਇਹ ਆ ਕਿ ਅਹਿਮਦੀ ਅਕੀਦੇ ਦੇ ਮੁਤਾਬਕ ਮਿਰਜ਼ਾ ਸਾਹਿਬ ਦਾ ਇਲਾਮ ਖੁਦਾ ਤਾਲਾ ਦਾ ਕਲਾਮ ਹੈ, ਤੇ ਖੁਦਾ ਤਾਲਾ ਦੇ ਕਲਾਮ ਨੂੰ ਹਦੀਸਾਂ ਦੇ ਉੱਤੇ ਫਜ਼ੀਲਤ ਹਾਸਲ ਹੈ, ਕਿਉਂਕਿ ਹਦੀਸਾਂ ਤੇ ਬੰਦੇ ਦਾ ਕਲਾਮ ਨੇ ਔਰ ਇਲਾਮ ਖੁਦਾ ਦਾ ਕਲਾਮ ਹੈ। ਤੇ ਉਸ ਕਲਾਮ ਦੀ ਜਿਹੜੀ ਤਾਬੀਰ ਤਸ਼ਰੀਹ ਮਿਰਜ਼ਾ ਸਾਹਿਬ ਨੇ ਕੀਤੀ ਹੈ ਉਹ ਲਾਮਾ ਉਹਦੇ ਤੋਂ ਮੁਖਤਲਿਫ ਨਹੀਂ ਹੋ ਸਕਦੀ। ਤੋ ਇਸ ਲਿਹਾਜ਼ ਨਾਲ ਮਿਰਜ਼ਾ ਸਾਹਿਬ ਦਾ ਕਲਾਮ ਔਰ ਮਿਰਜ਼ਾ ਸਾਹਿਬ ਦਾ ਇਲਾਮ ਇੱਕੋ ਹੀ ਚੀਜ਼ ਹੈ, ਔਰ ਉਹਨੂੰ ਹਦੀਸਾਂ ਦੇ ਉੱਤੇ ਫਜ਼ੀਲਤ ਹਾਸਲ ਹੈ। ਇਹ ਹੈ ਸਵਾਲ।
ਠੀਕ ਹੈ। ਗੱਲ ਇਹ ਵੇ ਕਿ ਸਨੀ ਸਾਹਿਬ ਅਗਰ ਤੇ ਇਹ ਜਵਾਬ ਇਹਨਾਂ ਨੂੰ ਚਾਹੀਦਾ ਮੇਰੇ ਕੋਲੋਂ, ਠੀਕ ਹੈ। ਤੇ ਜਿਸ ਤਰ੍ਹਾਂ ਇਹ ਜ਼ਿੱਦ ਕਰ ਰਹੇ ਸਨ ਕਿ ਤੁਸੀਂ ਮੈਨੂੰ ਮੋਹਰ ਵਿਖਾਓ, ਪੂਰੀ ਅਹਿਮਦੀਅਤ ਦਾ ਲਿਖਾਓ, ਤੇ ਇਹ ਨਹੀਂ ਮੇਰੇ ਦਰਮਿਆਨ ਜਾਂ ਮੇਰਾ ਮੌਕਫ ਅਹਿਮਦੀਅਤ ਦੇ ਨਾਲ ਤਲਕ ਨਹੀਂ ਰੱਖਦਾ। ਮੇਰਾ ਮੌਕਫ ਮੇਰੇ ਅਕੀਦੇ ਦੇ ਨਾਲ ਤਲਕ ਰੱਖਦਾ ਹੈ। ਮੈਂ ਅਕੀਦਾ ਲਿਆ ਹੈ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ अलैहिस्सलातु वस्सलाम ਦੇ ਕੋਲੋਂ, ਠੀਕ ਹੈ। ਅਗਰ ਮੇਰੀ ਗੱਲ ਉਹਨਾਂ ਦੀ ਗੱਲ ਦੇ ਖਿਲਾਫ ਜਾਏ, ਠੀਕ ਹੈ, ਮੈਂ ਆਪਣੇ ਅਲਫਾਜ਼ ਉਸੇ ਟਾਈਮ ਪਿਛਾਂ ਲੈ ਲਾਂਗਾ, ਠੀਕ ਹੈ ਨਾ। ਅਗਰ ਮੇਰੇ ਅਲਫਾਜ਼ ਕਿਸੇ ਅਹਿਮਦੀ ਦੇ ਨਾਲ ਨਹੀਂ ਮਿਲ ਰਹੇ, ਉਹਦਾ ਮੈਂ ਜ਼ਿੰਮੇਦਾਰ ਨਹੀਂ ਹੈ, ਠੀਕ ਹੈ। ਮੇਰੇ ਅਲਫਾਜ਼ ਅਗਰ ਮੇਰੇ ਜਿੱਥੋਂ ਮੈਂ ਅਕਾਇਦ ਲਏ ਨੇ ਆਪਣੇ, ਠੀਕ ਹੈ, ਕੁਰਾਨ ਹਦੀਸ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੇ ਹਦੀਸ, ਫਿਰ ਉਸ ਤੋਂ ਬਾਅਦ ਮਿਰਜ਼ਾ ਸਾਹਿਬ ਦੀਆਂ ਰੂਹਾਨੀ ਖਜ਼ਾਇਨ, ਠੀਕ ਹੈ, ਇਹੀ ਸਾਰੀਆਂ ਚੀਜ਼ਾਂ ਨਾ ਮਿਲਾ ਕੇ ਇਹਨਾਂ ਦੇ ਨਾਲ ਨਾ ਮਿਲ ਜਾਏ, ਮੈਂ ਆਪਣੇ ਅਲਫਾਜ਼ ਵਾਪਸ ਲੈ ਲਾਂਗਾ, ਠੀਕ ਹੈ ਜੀ। ਹੁਣ ਮੈਂ ਜੋ ਸਿੱਖਿਆ, ਜੋ ਪੜ੍ਹਿਆ, ਜੋ ਕਹਿ ਲਓ ਕਿ ਸੁਣਿਆ ਮਸੀਹ ਮੌਦ अलैहिस्सलाम ਨੂੰ, ਉਹਦੇ ਚੋਂ ਮੈਂ ਜੋ ਆਪਣਾ ਬਣਾਇਆ ਉਹ ਇਹੀ ਚੀਜ਼ ਹੈ ਕਿ ਅਗਰ ਤੁਸੀਂ ਇੰਜ ਮੋਟਾ ਸਾਹਿਬ ਜੀ, ਮੌਲਵੀ ਸਾਹਿਬ ਮਾਈਕ ਖੋਲਿਆ ਤੁਸੀਂ ਜੀ ਉਹ ਨਾ 1122 ਸਾਹਿਬ ਇਹਦਾ ਮੁਖਤਸਰ ਜਵਾਬ ਮੈਂ ਦੇਣਾ, ਤਫਸੀਲੀ ਤੁਸੀਂ ਦੇ ਦਿਆ ਜੀ। ਨਹੀਂ ਤੁਸੀਂ ਦਿਓ, ਮੈਂ ਮੌਲਵੀ ਸਾਹਿਬ ਮੇਰੇ ਅਲਫਾਜ਼ ਮੌਲਵੀ ਸਾਹਿਬ ਦੇ ਅਲਫਾਜ਼, ਕੋਈ ਮਸਲਾ ਨਹੀਂ। ਬਹੁਤ ਸ਼ੁਕਰੀਆ। ਅੱਛਾ, ਹਜ਼ਰਤ ਮਸੀਹ ਮਊਦ अलैहिस्सलाम ਨੇ ਸਾਨੂੰ ਕੀ ਦੱਸਿਆ ਵੇ? ਸਭ ਤੋਂ ਪਹਿਲਾਂ ਕੁਰਾਨ ਮਜੀਦ ਹੀ ਹਕਮ ਹੈ ਹਰ ਜਗ੍ਹਾ ਦੇ ਉੱਤੇ। ਔਰ ਆਪ ਹਜ਼ਰਤ ਮਸੀਹ ਮਊਦ अलैहिस्सलाम ਦੀਆਂ ਤਾਰੀਰਾਂ ਨੂੰ ਵੀ ਅਸੀਂ ਜਦੋਂ ਸਮਝਦੇ ਹਾਂ ਤੇ ਕੁਰਾਨ ਮਜੀਦ ਨੂੰ ਹੀ ਹਕਮ ਮੰਨ ਕੇ ਸਮਝਦੇ ਹਾਂ। ਔਰ हज़रत मसीह मऊद अलैहिस्सलाम ने फरमाया कि साढ़े कोल कुरान तो बाद सुन्नत है जिहड़ी तुआतर नाल जिहदे विच कोई यानी कि तुआतर नाल आप सल्लल्लाहु अलैहि वसल्लम तो बाद सहाबा तबा ताबीन ते ओह मुतसलसल नाल साढ़े कोल पहुंची है। तो उस तो बाद दूजा दर्जा कुरान मजीद तो बाद सुन्नत नूं दिता वे हज़रत मसीह मऊद अलैहिस्सलाम ने। ते हदीसां जिहड़ियां ने सारियां ਉਹ ਸਭ ਸਾਡੇ ਕੋਲ ਕਿਸ ਤਰ੍ਹਾਂ ਪਹੁੰਚੀਆਂ ਨੇ? ਰਾਵੀਆਂ ਦੇ ਥਰੂ। ਜੇ ਤੇ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈहि ਵਸੱਲਮ ਦਾ ਕਲਾਮ ਸਾਡੇ ਕੋਲ ਰੀਅਲ, ਉਹਨਾਂ ਦੇ ਅਲਫਾਜ਼ ਸਾਡੇ ਕੋਲ ਪਹੁੰਚ ਗਿਆ ਤੇ ਉਹ ਬਿਲਕੁਲ ਉਹ ਫਜ਼ੀਲਤ ਹੈ, ਉਹਦੇ 'ਚ ਕੋਈ ਸ਼ੱਕੋ ਸ਼ੁਬੇ ਦੀ ਗੁੰਜਾਇਸ਼ ਹੀ ਨਹੀਂ। ਲੇਕਿਨ ਸਾਨੂੰ ਪਤਾ ਹੈ ਕਿ ਸਾਡੇ ਕੋਲ ਉਹ ਰਾਵੀਆਂ ਦੇ ਥਰੂ ਪਹੁੰਚਿਆ ਔਰ ਉਹ ਸਭ ਜ਼ੰਨੀ ਮਰਤਬੇ ਤੇ ਨੇ। ਸਭ ਹਦੀਸਾਂ ਜਿਹੜੀਆਂ ਨੇ ਉਹਨਾਂ ਤੇ ਬਹਿਸ ਹੋ ਸਕਦੀ ਹੈ ਔਰ ਕੁਰਾਨ ਮਜੀਦ ਹੀ ਉਹਦੇ 'ਚ ਹਕਮ ਹੋਵੇਗਾ। ਇਹ ਬੁਨਿਆਦੀ ਤੌਰ ਸਾਡਾ ਅਕੀਦਾ ਜਿਹੜਾ ਮੈਂ ਬਿਆਨ ਕਰ ਦਿੱਤਾ ਹੈ। ਤੁਸੀਂ ਉਹਨਾਂ ਦੇ ਸਵਾਲ ਨੂੰ ਅਗਾਂਹ ਪਿੱਛਾ ਕਰ ਗਏ ਹੋ, ਤੁਸੀਂ ਉਸ ਸਵਾਲ ਦਾ ਸਰੀ ਜਵਾਬ ਨਹੀਂ ਉਹਨਾਂ ਸਾਹਿਬ ਸੌਰੀ ਮੈਂ ਡਿਸਟਰਬ ਕੀਤਾ। ਤੁਸੀਂ ਕੁਰਾਨ ਖੋਲੋ ਸੂਰਾ ਨਿਸਾ ਦੀ ਕਿਹੜਾ 49 ਜਵਾਬ ਕਿਹੜਾ ਇਹਦੇ ਵਿੱਚ ਜਵਾਬ ਨਹੀਂ ਸ਼ਾਮਲ ਮੈਨੂੰ ਦੱਸੋ ਜੀ। ਇੱਕ ਮਿੰਟ ਜ਼ਰਾ F16 ਸਾਹਿਬ ਤਸ਼ਰੀਫ ਲੈ ਆਏ ਨੇ। ਜ਼ਰਾ ਸਰੀ ਸਾਹਿਬ ਸੂਰਾ ਆਲ ਇਮਰਾਨ ਦੀ 49 ਆਇਤ ਖੋਲੋ ਜ਼ਰਾ। ਇਹ ਜ਼ਰਾ ਲਾ ਵੀ ਦੇਣਾ ਅੱਗੇ ਤਾਂ ਕਿ ਜ਼ਰਾ ਵਾਜ਼ਿਹ ਹੋ ਜਾਏ। ਹਾਂਜੀ, ਸੂਰਾ ਆਲ ਇਮਰਾਨ ਦੀ ਕਿਹੜੀ ਆਇਤ? 49 48 ਦੇ ਬਾਅਦ। ਹਾਂਜੀ, ਵਯੁਅल्लिमुहुमुल किताब वल हिकमत व तौरात वल इंजील। जी ਇਹ ਵਾਲੀ जी हाँ बिल्कुल दुरुस्त फरमाया। ਜੀ। ਤੇ ਇਹ ਕੀ ਇਹਦੇ ਤੋਂ अच्छा ਇਸਤਿੰਬਾਤ ਇਹ ਕਰਦੇ? ਜ਼ਰਾ ਵਾਜ਼ਿਹ ਕਰੋ ਕਿ ਇਹਦੇ ਅੰਦਰ ਜਦੋਂ ਇਹਨਾਂ ਨੇ ਆਨੇ ਹਜ਼ਰਤ ਈਸਾ अलैहिस्सलाम ਤੇ ਅੱਲਾਹ ਤਾਲਾ ਨੇ ਕਿਹੜੀ ਕਿਤਾਬ ਸਿਖਾਣੀ ਹੈ ਇਹਨਾਂ ਨੂੰ, ਹਜ਼ਰਤ ਈਸਾ अलैहिस्सलाम ਨੂੰ? कुरान या हदीस? वयुअल्लिमुहुमुल किताब वल हिकमत। जी ਅੱਲਾਹ ਤਾਲਾ ਉਹਨਾਂ ਨੂੰ ਕਿਤਾਬ ਸਿਖਾਏਗਾ। ਕਿਹੜੀ ਕੁਰਾਨ ਜਾਂ ਹਦੀਸ? ਪਤਾ ਨਹੀਂ ਕਿਹੜੀ ਕਿਤਾਬ, ਕੁਰਾਨ ਔਰ ਹਦੀਸ ਦਾ ਕੋਈ ਜ਼ਿਕਰ ਨਹੀਂ, ਅੱਛਾ ਕਿਤਾਬ ਹੈ, ਕਿਤਾਬ ਕਿਹੜੀ ਹੋਏਗੀ ਫਿਰ? ਕਿਉਂਕਿ ਅੱਗੇ ਜਾਓ ਕੋਈ ਪਤਾ ਨਹੀਂ ਅੱਗੇ ਜਾਓਗੇ ਜੀ। ਅੱਗੇ ਤੌਰਾਤ ਤੇ ਅੰਜੀਲ ਵੀ ਆ ਰਹੀ ਹੈ ਨਾ, ਤੇ ਉਹ ਹਿਕਮਤ ਦੇਗਾ। ਹਾਂ ਠੀਕ ਹੈ। ਹਾਂਜੀ ਹਾਂਜੀ, ਹੁਣ ਇਹਦਾ ਮਤਲਬ ਮਤਲਬ ਜਦੋਂ ਹਜ਼ਰਤ ਵਯੁਅल्लिमुहुमुल ਈਸਾ किताब अलैहिस्सलाम ਨੇ ਆਣਾ, ਤਿੰਨ ਚੀਜ਼ਾਂ ਹੋਣੀਆਂ ਨੇ, ਕਿਤਾਬ, ਤੌਰਾਤ ਤੇ ਨਹੀਂ, ਅੰਜੀਲ ਆਉਣਾ ਉਹਨਾਂ ਉਹਨਾਂ ਦੇ ਦਾ ਕੋਈ ਜ਼ਿਕਰ, ਆਉਣਾ ਦਾ ਜ਼ਿਕਰ ਨਹੀਂ ਹੈ ਇਹਦੇ 'ਚ। ਸਿਰਫ ਇਹ ਹੈ, ਕੋਲ। ਹਾਂਜੀ ਇਹ ਪੈਦਾਇਸ਼ ਦੇ ਨਾਲ ਤਾਲੁਕ ਹੈ ਕਿ ਜਿਹੜੇ ਈਸਾ अलैहिस्सलाम ਪੈਦਾ ਹੋ ਜਾਣਗੇ ਜੀ ਜਾਂ ਹੋ ਗਏ ਨੇ, ਠੀਕ ਹੈ। ਤੇ ਫਿਰ ਅੱਲਾਹ ਤਾਲਾ ਨੇ ਉਹਨਾਂ ਨੂੰ ਕਿਤਾਬ ਸਿਖਾਏਗਾ ਜਾਂ ਸਿਖਾਈ ਹੈ। ਕਿਹੜੀ ਕਿਤਾਬ? ਪਤਾ ਨਹੀਂ ਕਿਹੜੀ ਕਿਤਾਬ। ਇਹ ਜਿਹੜੇ ਵੱਡੇ ਸਭ ਤੋਂ ਵੱਡੇ ਜਿਹੜੇ ਹੈ ਨਾ ਟਿਕਟੋਕ ਦੇ अलैहिस्सलाम ਜਿਹੜੇ ਨੇ ਅਮਨ ਨਜ਼ੀਰ ਸਾਹਿਬ,
ਉਹਨਾਂ ਨੇ ਕਿਹਾ ਕਿ ਕੁਰਾਨ ਮਜੀਦ ਹੈ। ਉਹਨਾਂ ਨੇ ਕਦੇ ਨਹੀਂ ਉਹਨਾਂ ਕਿਹਾ ਨੇ ਕਿ ਕਿਹਾ ਮੈਨੂੰ ਕੁਰਾਨ ਮਜੀਦ ਨਾ ਉਹ ਕਹਿ ਰਹੇ ਨੇ ਕੁਰਾਨ ਮਜੀਦ। ਪੁੱਛ ਲਓ ਉਹਨਾਂ ਨੂੰ, ਕੋਈ ਨਹੀਂ ਕਿਹਾ। ਪੁੱਛ ਲਓ ਇਹ ਨਾ ਕਰੋ, ਪੁੱਛ ਲਓ ਨਾ, ਗੱਲ ਪੁੱਛ ਲਓ ਜ਼ਰਾ ਸ਼ਾਇਦ ਜੋ ਪਹਿਲੇ ਥੋੜਾ ਜਿਹਾ ਜੀ। ਮਤਲਬ ਕਾਮਾ ਪੰਕਚੁਏਸ਼ਨ ਵੀ ਤੇ ਰੱਖੋ ਨਾ। ਗੱਲ ਇਹ ਜੇ ਤੇ ਤੁਸੀਂ ਉਹਨਾਂ ਨੂੰ ਹੀ ਪੁੱਛਣਾ ਹੈ ਤੇ ਤੁਸੀਂ ਮੈਂ ਆਇਤ ਪੜ੍ਹ ਦਿੱਤੀ, ਤੁਸੀਂ ਉਹਨਾਂ ਨਾਲ ਗੱਲ ਕਰੋ। ਤਾਂ ਮੈਂ ਤਾਂ ਖੋਲ ਦਿੱਤੀ ਨਾ ਆਇਤ ਦੇ ਤਾਂ ਦੱਸ ਦੋ ਕਿ ਕਿਹੜੀ ਕਿਤਾਬ ਹੈ, ਕਿਤਾਬ ਜਾਂ ਕੁਰਾਨ ਹੈ। ਸੁਣ ਲਓ ਤੁਸੀਂ ਜੀ, ਸੁਣ ਲਓ ਇੱਕ ਮਿੰਟ ਜ਼ਰਾ, ਮੈਂ ਤੁਹਾਨੂੰ ਆਇਤ ਪੜ੍ਹ ਦੇਣਾ ਤੇ ਤਰਜਮਾ ਅਗਰ ਤੁਸੀਂ ਕਹਿੰਦੇ ਹੋ, ਜੀ। ਅਗਰ ਤੁਸੀਂ ਖੁਦ ਪੜ੍ਹਨੀ ਤੁਸੀਂ ਖੁਦ ਨਹੀਂ ਪੜ੍ਹ ਲਓ। ਠੀਕ, ਤੁਸੀਂ ਠੀਕ ਪੜ੍ਹ ਰਹੇ ਹੋ ਭਾਈ ਸਾਹਿਬ, ਤੁਸੀਂ ਠੀਕ ਹੋ, ਪੜ੍ਹ ਰਹੇ ਹੋ, ਮੈਂ ਕੋਈ ਗਿਲਾ ਕੀਤਾ? ਠੀਕ ਹੋ ਗਿਆ। ਨਹੀਂ ਮੈਨੂੰ ਸ਼ੌਕ ਨਹੀਂ ਕਿ ਮੈਂ ਪੜ੍ਹਾਂ, ਮੇਰਾ ਮਕਸਦ ਹੈ ਕਿ ਤੁਸੀਂ ਕਿਹਾ ਤੇ ਮੈਂ ਹਾਂ ਮਿਹਰਬਾਨੀ, ਤੁਸੀਂ ਠੀਕ ਪੜ੍ਹੀ ਹੈ, ਤੁਸੀਂ ਤਰਜਮਾ ਵੀ ਠੀਕ ਕੀਤਾ ਹੈ। युअल्लिमुहुमुल किताबा वल हिकमता व तौराता वल इंजील। अल्लाह ताला किताब सिखाएगा, हिकमत अता करेगा, तौरात सिखाएगा और इंजील सिखाएगा। ਇਹ ਆਇਤ ਹੋ ਗਈ ਤੇ ਤਰਜਮਾ ਹੋ ਗਿਆ। ਹੁਣ ਇਹ ਤੁਹਾਡਾ ਸਵਾਲ ਹੈ ਉਹ ਸੁਣ ਰਹੇ ਨੇ ਤੇ ਤੁਸੀਂ ਉਹਨਾਂ ਨੂੰ ਪੁੱਛ ਲਓ, ਤੁਹਾਨੂੰ ਜਵਾਬ ਦੇ ਦੇਣਗੇ। ਹਾਂਜੀ, ਵਾਜ਼ੇ ਕਰ ਦੇਣ ਕਿਤਾਬ ਕਿਹੜੀ ਹੈ, ਕੁਰਾਨ ਮਜੀਦ ਹੈ ਜਾਂ ਹਦੀਸ ਹੈ? ਠੀਕ ਹੈ, ਠੀਕ ਹੈ ਜੀ। ਜੀ ਅਲਾਮਾ ਸਾਹਿਬ ਸੁਣਿਆ ਸੋਲਨ ਸਾਹਿਬ ਦਾ ਉੱਤੇ 에ਅਰਪੋਰਟ ਤੋਂ ਜਿਹੜੀ ਗੱਲ ਹੈ। ਨਹੀਂ ਮੈਂ ਨਹੀਂ ਸੁਣਿਆ, ਕਿਉਂਕਿ ਮੈਂ ਤੇ ਉਹ ਜਿਹੜਾ ਸਵਾਲ ਜਿਹੜੀ ਗੱਲ ਪੈ ਕਰਨਾ ਪਹਿਲਾਂ ਉਹ ਕਿਸੇ ਪਾਸੇ ਲੱਗਣੀ ਤੇ ਫੇਰ ਹੀ ਕੋਈ ਦੂਜੀ ਗੱਲ ਤਾਂ ਲੱਗ ਜਾਏਗੀ ਨਾ, ਅਗਰ ਇਹ ਜਵਾਬ ਦੇ ਦਾਂਗੇ ਤਾਂ ਲੱਗ ਜਾਏਗੀ ਆਟੋਮੈਟਿਕਲੀ ਉੱਥੇ। ਫਿਲਹਾਲ ਜਿਹੜੀ ਵੀ ਰਿਕਾਰਡਿੰਗ ਹੁੰਦੀ ਹੈ ਨਾ ਪਹਿਲਾਂ ਉਹ ਹੋ ਜਾਏਗੀ, ਫਿਰ ਬਾਅਦ ਚ ਉਹੀ ਹੋਏਗੀ ਰਿਕਾਰਡਿੰਗ, ਸਭ ਕੁਝ ਉੱਥੇ ਆ ਕੇ ਖੜਾ ਹੋ ਜਾਏਗਾ। ਤੁਸੀਂ ਬਸ ਦੱਸ ਦਿਓ ਕਿ ਕਿਤਾਬ ਜਿਹੜੀ ਕੁਰਾਨ ਹੈ ਜਾਂ ਹਦੀਸ ਹੈ ਜਿਹੜੀ। ਹੁਣ ਸਵਾਲ ਜਿਹੜਾ ਹੈ ਮੇਰੇ ਖਿਆਲ ਇਹ ਵੀ ਅਹਿਮਦੀ ਦੋਸਤ ਨੇ F16 ਜਿਹੜੇ ਨੇ, ਅਲਹਮਦੁਲਿਲਾ ਤੇ ਮੌਲਵੀ ਸਾਹਿਬ ਵੀ ਅਹਿਮਦੀ ਨੇ ਤੇ 1122 ਸਾਹਿਬ ਵੀ ਅਹਿਮਦੀ ਨੇ ਤੇ ਮੁਹੰਮਦ ਕਾਸਮ ਸਾਹਿਬ ਵੀ ਅਹਿਮਦੀ ਨੇ। ਇਹ ਤੁਸੀਂ ਚਾਰੇ ਮਿਲ ਕੇ ਇੱਕ ਗੱਲ ਕਹਿ ਦਿਓ ਤੇ ਫਿਰ ਉਹਦਾ ਹਾਂਜੀ ਉਹ ਤੈਅ ਹੋ ਗਈ। ਜਿਹੜਾ ਉਹਨਾਂ ਨੇ ਵੀ ਇੱਕ ਸਵਾਲ ਰੱਖਿਆ ਅਹਿਮਦੀਆਂ ਤੇ ਉਹਦਾ ਜਵਾਬ ਹੁਸੈਨੀ ਸਾਹਿਬ, ਜਿਹੜਾ ਮੌਲਵੀ ਸਾਹਿਬ ਨੇ ਜਵਾਬ ਦੇ ਦਿੱਤਾ ਹੈ ਨਾ, ਉਹੀ ਜਵਾਬ ਹੈ। ਔਰ ਜੇ ਕਿਸੇ ਨੂੰ ਪਸੰਦ ਆਂਦਾ ਠੀਕ ਹੈ, ਨਹੀਂ ਪਸੰਦ ਆਂਦਾ ਉਹ ਜਾ ਕੇ ਟਿਕਟਕ ਵੀਡੀਓ ਬਣਾ ਕੇ ਚਾੜ ਦੇਵੇ। ਜਿਹੜਾ ਸਵਾਲ ਪੁੱਛਿਆ ਉਹਦਾ ਇਹੋ ਹੀ ਜਵਾਬ ਹੈ। ਠੀਕ ਹੋ, ਭਾਵੇਂ ਤੁਸੀਂ 10 ਦਫਾ ਪੁੱਛੋ ਜਾਂ 11 ਦਫਾ ਪੁੱਛੋ ਜਾਂ 13 ਦਫਾ ਪੁੱਛੋ ਜਾਂ 14 ਦਫਾ ਪੁੱਛੋ। ਜੇ ਹੁਸੈਨੀ ਸਾਹਿਬ ਤੁਹਾਨੂੰ ਕਹਿਣਗੇ 15ਵੀਂ ਦਫਾ ਪੁੱਛਣਾ ਹੈ ਤਾਂ ਵੀ ਪੁੱਛ ਲੈਣਾ, ਮਗਰ ਉਹਦਾ ਜਵਾਬ ਇਹੋ ਹੀ ਹੈ। ਇਹਨੂੰ ਭਾਵੇਂ ਦੀ ਵੀਡੀਓ ਬਣਾ ਕੇ ਟਿਕਟਕ ਤੇ ਚਾੜ ਦਿਓ। ਠੀਕ ਹੋ ਗਿਆ, ਠੀਕ ਹੋ ਗਿਆ। ਲਓ ਜਨਾਬ, ਇਹ ਆ ਗਿਆ ਨੇ ਜਵਾਬ। ਤੇ ਹੁਣ ਭਾਵੇਂ ਇਹਨੂੰ ਤੁਸੀਂ ਜਵਾਬ ਹੀ ਸਮਝੋ ਤੇ ਜਾਂ ਲਾ ਜਵਾਬ। ਹੁਣ F16 ਬਾਈ ਦੀ ਗੱਲ ਦਾ ਜਵਾਬ ਦੇ ਦਿਓ। ਅਮਨ ਨਜ਼ੀਰ ਸਾਹਿਬ ਤੋਂ ਬਾਅਦ ਨਾ ਮੈਨੂੰ ਇੱਕ ਪਰਸਨਲ ਗੱਲ ਕਰਨ ਦਾ ਮੌਕਾ ਦਿਓ। ਮੈਂ ਇਹ ਸਾਰੇ ਮੌਜੂ ਤੋਂ ਹਟ ਕੇ ਗੱਲ ਕਰਨੀ ਹੈ। ਅੱਛਾ, ਉਹ ਬਾਅਦ ਤੁਹਾਨੂੰ ਮੌਕਾ ਮਿਲੋ, ਮਿਹਰਬਾਨੀ। ਬਾਅਦ ਕਰਨੇ ਆ। ਹੁਣ ਮੇਰੇ ਕੋਲ ਇੱਕ ਸਵਾਲ ਪਹੁੰਚਿਆ 1122 ਸਾਹਿਬ ਦਾ, ਇੱਕ ਉਹਨਾਂ ਦਾ ਜਵਾਬ ਪਹੁੰਚਿਆ। ਸਵਾਲ ਉਹਨਾਂ ਦਾ ਇਹ ਪਹੁੰਚਿਆ ਹੈ ਕਿ ਅਗਰ ਕੁਰਾਨ ਦੀ ਤਫਸੀਰ ਔਰ ਤਸ਼ਰੀਹ ਹਦੀਸ ਹੈ, ਅੱਗੋਂ ਹਦੀਸ ਦੀ ਤਫਸੀਰ ਔਰ ਤਸ਼ਰੀਹ ਦੀ ਕੀ ਜ਼ਰੂਰਤ ਹੈ? ਸਹੀ ਬੁਖਾਰੀ ਦੀ ਸ਼ਰਹ ਲਿਖੀ ਹੈ, ਫਤਹੁਲ ਬਾਰੀ, ਫੈਜ਼ੁਲ ਬਾਰੀ ਵਗੈਰਾ ਦੀਗਰ ਕਈ ਸ਼ੁਰੂਆਤ ਲਿਖੀਆਂ ਨੇ। ਇਸੇ ਤਰ੍ਹਾਂ ਮੁਸਲਮ ਦੀ ਬਹੁਤ ਸਾਰੀਆਂ ਲਿਖੀਆਂ ਨੇ, ਤੇ ਉਹਦੀ ਸ਼ਰਹ ਦੀ ਅੱਗੋਂ ਕਿਉਂ ਸ਼ਰਹ ਕਰਨੀ ਪਈ ਹੈ? ਇਹ ਵੀ ਇੱਕ ਫਿਕਰੇ ਦਾ ਸਵਾਲ ਹੈ, ਤਾਂ ਮੈਂ ਜਵਾਬ ਇੱਕ ਫਿਕਰੇ ਦੇ ਦੇਣਾ ਵਾ ਤੇ ਇਨਸ਼ਾਅੱਲਾ ਮਸਲਾ ਹੱਲ ਹੋ ਜਾਏਗਾ। ਜਿਹੜਾ ਉਹਨਾਂ ਜਵਾਬ ਦਿੱਤਾ ਨਾ ਆਪਣੇ ਤਰਫੋਂ, ਉਹਦੇ ਤੋਂ ਮੈਂ ਡਿਸਕਸ ਕਰਨੀ। ਇਹਨਾਂ ਦੇ ਸਵਾਲ ਦਾ ਜਵਾਬ ਇਹ ਵੇ ਕਿ ਅਸਲ ਵਿੱਚ ਹਦੀਸਾਂ ਕਿਉਂਕਿ ਬਾਅਦ ਵਿੱਚ ਇਕੱਠੀਆਂ ਕੀਤੀਆਂ ਗਈਆਂ ਨੇ, ਤੇ ਕਈ ਦਫਾ ਜਿਹੜਾ ਆਇਮਾ ਮੁਹੱਦਿਸੀਨ ਨੇ ਕਲਾਮ ਇਕੱਠਾ ਕੀਤਾ ਹੈ ਨਾ, ਉਹਦੇ 'ਚ ਬੜੀ ਇਹਤਿਆਤ ਕੀਤੀ ਉਹਨਾਂ ਨੇ। ਉਹ ਅਲਫਾਜ਼ ਹੀ ਕਈ ਵਾਰੀ ਦਰਜ ਕੀਤੇ ਨੇ ਆਪਣੀ ਕੁਤਬ ਹਦੀਸ ਵਿੱਚ, ਜਿਨ੍ਹਾਂ ਦੇ ਬਾਰੇ ਉਹਨਾਂ ਨੂੰ 100% ਸ਼ੋਰ ਸੀ ਕਿ ਇਹ ਨਬੀ ਪਾਕ ਦੇ ਅਲਫਾਜ਼ ਨੇ। ਜਿਹੜੀ ਉਹਨਾਂ ਮਰਫੂ ਮੁਤਸਿਲ ਸਮਝ ਕੇ ਲਿਖੀ ਹੈ ਨਾ, ਸਿਰਫ ਉਹਨਾਂ ਦੇ ਹੀ ਅਲਫਾਜ਼ ਦਰਜ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਉੱਤੇ ਰਾਵੀ ਬਿਆਨ ਕਰਦਾ ਸੀ ਕਿ ਇੰਨੀ ਗੱਲ ਤੇ ਮੈਨੂੰ ਯਾਦ ਹੈ ਤੇ ਇਸ ਤੋਂ ਅਗਲੀ ਗੱਲ ਯਾਦ ਨਹੀਂ। ਉਹਨੂੰ ਆਇਮਾ ਇਹਤਿਆਤ ਕਰਦੇ ਸਨ ਤੇ ਨਹੀਂ ਸਨ ਲਿਖਦੇ। ਉਹਦੀ ਵਜ੍ਹਾ ਤੋਂ ਕਈ ਹਦੀਸਾਂ ਮੁਜਮਲ ਕਲਾਮ ਨਜ਼ਰ ਆਉਂਦੀਆਂ ਨੇ। ਮੁਜਮਲ ਕਲਾਮ ਯਾਨੀ ਮੁਜਮਲ ਔਰ ਮੁਫੱਸਲ ਹਦੀਸਾਂ ਮੌਜੂਦ ਨੇ। ਕਈ ਵਾਰੀ ਐਸੀਆਂ ਮੁਜਮਲ ਹਦੀਸਾਂ ਲੋਕੀ ਪੇਸ਼ ਕਰਦੇ ਨੇ ਤੇ ਉਹਨਾਂ ਤੇ ਇਤਰਾਜ਼ਾਤ ਕਰਦੇ ਨੇ ਕਿ ਉਹਨਾਂ ਦਾ ਜ਼ਾਹਿਰੀ ਮੈਨੀ ਵੇਖ ਕੇ ਬੰਦਾ ਠਠੰਬਰ ਜਾਂਦਾ ਵੀ ਇਹ ਕੀ ਲਿਖਿਆ ਹੈ, ਲੇਕਿਨ ਉਹਦੀ ਜਦੋਂ ਤਫਸੀਲ ਵੇਖੀ ਦੀ ਹੈ ਤੇ ਉਹ ਪਤਾ ਲੱਗ ਜਾਂਦਾ ਹੈ ਕਿ ਇਹ ਸਿਰਫ ਮੁਜਮਲ ਸੀ ਤੇ ਇਸਦੀ ਵਜ੍ਹਾ ਤੋਂ ਇਹਨੂੰ ਗਲਤਫਹਿਮੀ ਪੈਦਾ ਹੁੰਦੀ ਹੈ। ਉਹਦੀ ਤਫਸੀਲ ਬਿਆਨ ਕਰਨ ਵਾਸਤੇ ਹੀ ਸ਼ੁਰੂਆਤ ਲਿਖੀਆਂ ਗਈਆਂ ਨੇ। ਫਤਹੁਲ ਬਾਰੀ ਵਗੈਰਾ ਜਿਹੜੀਆਂ ਨੇ ਹਦੀਸਾਂ ਦੀਆਂ ਸ਼ਰਹ, ਉਹ ਇਸ ਗੱਲ ਲਿਖੀਆਂ ਗਈਆਂ ਨੇ ਕਿ ਜਿਹੜਾ ਮੁਜਮਲ ਕਲਾਮ ਹੈ ਬਾਜ਼ ਜਗ੍ਹਾ ਦੇ ਉੱਤੇ ਉਹਨੂੰ
ਔਰ ਉਹਨਾਂ ਦੇ ਦੂਸਰੇ ਕਲਾਮ ਦੇ ਨਾਲ ਤਤਬੀਕ ਪੈਦਾ ਕਰ ਦਿੱਤੀ। ਇਸ ਗੱਲ ਲਿਖਿਆ ਗਿਆ। ਹੁਣ ਜ਼ਬਰਦਸਤ। ਇਹ ਤੇ ਹੋ ਗਿਆ ਜੀ ਉਸ ਸਵਾਲ ਦਾ ਜਵਾਬ ਜਿਹੜਾ ਇਹਨਾਂ ਨੇ ਮੈਨੂੰ ਪੁੱਛਿਆ ਸੀ। ਹੁਣ ਜਿਹੜਾ ਇਹਨਾਂ ਨੇ ਮੈਨੂੰ ਜਵਾਬ ਦਿੱਤਾ ਹੈ ਨਾ, Yeah. ਇਹਨਾਂ ਨੇ ਤੇ ਨਹੀਂ ਦਿੱਤਾ, ਇਹਨਾਂ ਦੀ ਤਰਫੋਂ ਮੌਲਵੀ ਸਾਹਿਬ ਨੇ ਦਿੱਤਾ ਹੈ। ਤੇ Yeah. ਉਹ ਇਹਨਾਂ ਨੇ ਇਹ ਦਿੱਤਾ ਹੈ ਕਿ ਪਹਿਲੇ ਕੁਰਾਨ ਹੈ Yeah. ਤੇ ਫਿਰ ਇਹ ਸੁਨਨਤ Yeah. ਤੇ ਫਿਰ ਇਹ ਮਿਰਜ਼ਾ ਸਾਹਿਬ ਦਾ ਕਲਾਮ। Yeah. ਹਾਲਾਂਕਿ ਇਹਨਾਂ ਦਾ ਕਲਾਮ, ਇਹਨਾਂ ਦਾ ਜਵਾਬ ਜਿਹੜਾ ਹੈ ਉਹ ਇਹਨਾਂ ਦੇ ਆਪਣੇ ਮਿਰਜ਼ਾ ਸਾਹਿਬ ਨਾਲ ਟਕਰਾ ਗਿਆ। ਇਹ ਜ਼ਰਾ ਤੁਸੀਂ ਆਇਤ ਸੂਰਾ ਅਲ ਇਮਰਾਨ 49 ਨੰਬਰ ਆਇਤ ਜਿਹੜੀ ਹੈ ਨਾ ਉਹ ਸਾਥ ਨਾਲ ਰੱਖੋ ਜ਼ਰਾ। ਇੱਕ ਮਿੰਟ ਉਹਨਾਂ ਨੂੰ ਗੱਲ ਪੂਰੀ ਹਾਂਜੀ ਕਰਨ ਨਹੀਂ ਦਿਓ ਮੈਂ ਪਹਿਲਾਂ। ਯਾਦ ਤਾਂ ਨਹੀਂ ਕਰਾ ਰਿਹਾ ਕਿਉਂਕਿ ਇਹ ਜਿਹੜਾ ਜਵਾਬ ਦੇ ਰਹੇ ਨੇ ਨਾ ਇਹ ਆਇਤ ਨੂੰ ਲੈ ਕੇ ਚਲਤੇ ਜਾਏ ਸਾਥ ਸਾਥ, ਜ਼ਰਾ ਮਿਹਰਬਾਨੀ ਹੋगी। ਨਹੀਂ, ਉਹਨਾਂ ਨੂੰ ਗੱਲ ਇਹ ਪੂਰੀ ਕਰ, ਹਾਂਜੀ, ਇਹ ਕਰੇ, ਉਸ ਉਹ ਜਵਾਬ ਦੇ ਉੱਤੇ ਜੀ ਤਬਸਰਾ ਜੀ ਕਰ ਰਹੇ ਜੀ ਨੇ। ਮਿਰਜ਼ਾ ਸਾਹਿਬ ਕਹਿੰਦੇ ਨੇ ਮਵਾਹਬ ਰਹਿਮਾਨ ਸਫਾ ਨੰਬਰ 69 कहते ने कि कुरान करीम सब चीज़ों पर मुकद्दम है बशर्ते कि वो हकम की वही कुरान करीम से बकुल्ली मुताबिक हो और हकम की वही तमाम ज़न्नी अहादीस पर मुकद्दम है। बस जो शख्स अल इमाम अल मऊद की वही को कबूल ना करे, या म्यूट करियो जरा किदे माइक च शोर आंदा। बोलो 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 सूरा अल इमरान दी 49 आयत पूरी हो रही है। बोलो बोलो। F16 ਸਾਹਿਬ ਮਿਊਟ ਲਾਓ ਉਹਨਾਂ ਨੂੰ ਗੱਲ ਪੂਰੀ Okay, ਕਰਨ sorry, ਦਿਓ, sorry, ਉਸ ਤੋਂ ਬਾਅਦ sorry. ਤੁਸੀਂ ਬੋਲ ਲਿਓ। ਮਿਊਟ ਲਾਓ, ਤੁਸੀਂ ਮਿਊਟ ਲਾਓ। हाँ ਆਵਾਜ਼ तर्जमा ਮੈਨੂੰ उन्होंने ਨਹੀਂ ਆ ना ਰਹੀ। ਆ ਰਹੀ ਯਾਰ ਇੱਕ ਮਿੰਟ ਜ਼ਰਾ, ਇਹ ਉਹਨਾਂ ਨੇ ਨਾ ਤੁਹਾਡਾ ਹੀ ਰਸਾਲਾ ਮੇਰੇ ਸਾਹਮਣੇ ਖੁੱਲਿਆ, ਉਹਦੇ ਚ ਉਹਨਾਂ ਨੇ ਤਰਜਮਾ ਥੋੜਾ ਜਿਹਾ ਠੀਕ ਨਹੀਂ ਲਿਖਿਆ। ਅਨਲ ਕੁਰਾਨ ਮੁਕੱਦਮੁਨ ਅਲਾ ਕੁੱਲ ਸ਼ੈਇਨ व वहीयुल हक्म मुकद्दमुन अला अहादीस ज़न्निया बशर्ते अन तताबकल कुरान। ਇਹ ਅਸਲ ਕਲਾਮ ਤੇ ਉਹ ਤਰਜਮਾ ਉਹਨਾਂ ਸਹੀ ਨਹੀਂ ਸੀ ਲਿਖਿਆ ਜਿਹੜਾ ਮੈਂ ਅੱਗੇ ਪੜ੍ਹਿਆ ਨਾ, ਕਿ ਕੁਰਾਨ ਕਰੀਮ ਸਾਰੀਆਂ ਚੀਜ਼ਾਂ ਤੇ ਮੁਕੱਦਮ ਹੈ ਤੇ ਫਿਰ ਕੀ ਹੈ व वहीयुल हक्म, हकम दी वही मुकद्दमुन अला अहादीस ज़न्निया, अहादीस ज़न्निया ਦੇ ਉੱਤੇ ਉਹ मुकद्दम है। बस जो शख्स अल इमाम अल मऊद की वही को कबूल ना करे और उसको रवायात गैर महसूसा व मशहूदा के लिए तर्क करे, वो जलाल मुबीन में मुब्तला है और जहलियत की मौत मरा, क्योंकि उसने एक जन्नी चीज़ को जो कि अहादीस हैं यकीनी अमर पर जो वही इलाही है मुकद्दम कर लिया है। लिहाजा हज़रत बारी ताला की वही से, हज़रत बारी ताला की से रह गया है, एक सेकंड ये मिस प्रिंट है। ਹਵਾਲਾ ਜ਼ਰਾ ਦੁਬਾਰਾ ਦੱਸ ਦਿਓ ਨਾ, ਮੈਂ ਨੋਟ हाँ जी हाँ ਕਰ जी, ये मिर्ज़ा साहब दी ਜਿਹੜੀ ਤਹਿਰੀਰ ਹੈ ਨਾ ਮਵਾਹਬ ਰਹਿਮਾਨ ਰਸਾਲਾ ਹੈ, ਉਹ ਅਰਬੀ ਚ ਤੇ ਉਹ ਉਹਨਾਂ ਨੇ ਲਿਖਿਆ ਹੈ। ਇਹ ਮੈਂ ਤੁਹਾਡੇ ਸਾਹਮਣੇ ਆਂਦੇ ਤੇ ਖੋਲ ਦੇਣਾ ਕੈਮਰਾ ਆਨ ਕਰਕੇ। ਨਹੀਂ ਤੁਸੀਂ ਉਂਝ ਹੀ ਰੂਹਾਨੀ ਖਜ਼ਾਨ ਚ ਹੋਵੇ ਕਿ ਆਪ ਰਸਾਲਾ ਬਾਹਰ ਰੂਹਾਨੀ ਖਜ਼ਾਨ ਚ, ਰੂਹਾਨੀ ਖਜ਼ਾਨ ਵਿੱਚ ਹੀ ਹੈ। ਤੇ ਫਿਰ ਉਹ ਰੂਹਾਨੀ ਖਜ਼ਾਨ ਦਾ ਹਵਾਲਾ ਦੱਸੋ, ਕਿਤਾਬ ਵੇਖ ਹੈ। ਲੈਣੇ ਕੋਈ ਮਸਲਾ ਨਹੀਂ। ਮੈਂ ਦੱਸਣਾ ਤੇ ਪਿਆ ਵਾਂ। ਦੱਸੋ ਮਵਾਹਬ ਜੀ। ਰਹਿਮਾਨ ਦਾ 69 ਸਫਾ ਹੈ। 69 ਸਫਾ ਕਿ ਜਿਲਦ ਕਿਹੜੀ? ਮਵਾਹਬ ਰਹਿਮਾਨ ਪਤਾ ਨਹੀਂ 13ਵੀਂ ਜਿਲਦ ਚ ਕਿ ਕਿੰਨਵੀਂ ਜਿਲਦ ਚ। ਇੱਕ ਮਿੰਟ ਮੈਂ ਦੇਖ ਕੇ ਦੱਸਣਾ। ਇਹਦਾ ਮਤਲਬ ਹੈ ਜਦੋਂ ਹਜ਼ਰਤ ਈਸਾ ਅਲੈਹਿਸਸਲਾਮ ਨੇ ਵਾਪਸ ਆਣਾ ਬੜਾ ਮੁਸ਼ਕਿਲ ਕੰਮ ਹੋ ਗਿਆ। ਫਿਰ ਇੱਥੇ ਉਹਨਾਂ ਨੂੰ ਹਦੀਸਾਂ ਵੀ ਸਿਖਾਣੀ ਪੈਣੀਆਂ ਨੇ, ਪਤਾ ਨਹੀਂ ਕੀ ਕਰਨਾ, ਕੋਈ ਹਲੇ ਤੇ ਕਿਤਾਬ ਦਾ ਨਹੀਂ ਫੈਸਲਾ ਹੋ ਰਿਹਾ। ਓਏ ਹੋਏ 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 ਹੋਏ। 112 ਸਾਹਿਬ, ਮੌਲਵੀ ਸਾਹਿਬ ਸੁਣ ਰਹੇ ਹੋ? ਇਹ ਨਹੀਂ 13ਵੀਂ ਜਿਲਦ ਚ ਨਹੀਂ ਹੈ। ਇੱਕ ਮਿੰਟ ਐਫ ਉਹਦਾ ਜੀ, ਵੀ ਜੀ। ਫੈਸਲਾ ਕਰਨੇ ਆ। ਮੈਨੂੰ ਇੱਕ ਵਾਰੀ ਨਾ ਇੱਕ ਹਵਾਲਾ ਵੇਖ ਲੈਣ ਦਿਓ, ਕਿਉਂਕਿ ਉਹ ਕਹਿੰਦੇ ਨੇ ਵੀ ਤਰਜਮਾ ਨਹੀਂ ਠੀਕ ਹੋਇਆ। ਇੱਕ ਮਿੰਟ ਚਲੋ ਅਸਾਂ ਖੋਲ੍ਹਣਾ। ਆਪਣੀ ਨੰਬਰ 19 ਹੈ। ਮੁਆਇਬ ਰਹਿਮਾਨ ਜਿਹੜਾ ਹੈ ਨਾ, ਇਹ ਜਿਲਦ ਨੰਬਰ 19 ਹੈ। ਸਫਾ ਕਿਹੜਾ ਦੱਸਿਆ ਤੁਸੀਂ? 69 69। 69 ਦੇ ਉੱਤੇ ਹੈ ਹਾਂਜੀ
من أمته وبأنه إنما وجد كل ما وجد ਕਿਹੜੀ ਜਿਲਦ ਵਿੱਚ من ਪੜ੍ਹਦੇ ਹੋ? يعني ਕਿਹੜੀ ਜਿਲਦ ਕੱਢੀ ਜੇ? जिल्द नंबर 19 19 ਚ। ਅੱਛਾ, सफ़ा नंबर 287 है। ਇੱਕ ਸੈਕਿੰਡ ਜ਼ਰੂਰ। ਉਹਦੇ ਤੇ ਸਫ਼ਾ ਨੰਬਰ 69 ਹੈ ਇਹਦਾ ਮੁਹਿਬੁਰ ਰਹਿਮਾਨ ਦਾ। अन्नल कुरान तो पढ़ना शुरू करो। अन्नल कुरान मुकद्दमुन अला कुल्ल शैइन। अच्छी बात है। ਇੱਥੇ तो उन्होंने सफ़ा 69 लिखी है, लेकिन अगर गलत होया तो फिर ਉਹਨਾਂ ਦਾ मिल जाए कुछ नहीं। हाँ जी, व इन्नल कुरान मुकद्दमुन अला कुल्ल शैइन व वहील हकम मुकद्दमुन अला हदीस ज़न्निया बेशर्त अन तताबकल कुरान व वाहियहु मुताबिका तामा। ਇਹਦਾ ਨਤੀਜਾ ਇਹ ਵੇ ਕਿ ਮਿਰਜ਼ਾ ਸਾਹਿਬ ਪਹਿਲੇ ਕੁਰਾਨ ਤੋਂ ਬਾਅਦ ਆਪਣੀ ਵਹੀ ਨੂੰ ਹਦੀਸਾਂ ਦੇ ਉੱਤੇ ਮੁਕੱਦਮ ਜਾਣਦੇ ਸਨ, या ਕਿਉਂਕਿ ਉਹ ਕਹਿੰਦੇ ਸਨ ਕਿ ਜਿਹੜੀ ਮੇਰੀ ਵਹੀ ਹੈ ਇਹ ਅੱਲਾ ਦਾ ਕਲਾਮ ਹੈ ਤੇ ਹਦੀਸਾਂ ਕਲਾਮ ਬਸ਼ਰ ਨੇ। ਤੇ ਮੌਲਵੀ ਸਾਹਿਬ ਦਾ ਜਵਾਬ ਤੇ ਗਲਤ ਹੋ ਗਿਆ। ਇਹਦੇ ਚ ਇੱਕ ਉਹਨਾਂ ਨੇ ਰੱਖਿਆ ਕਿ ਅਗਰ ਮਿਰਜ਼ਾ ਸਾਹਿਬ ਦਾ ਕਲਾਮ ਕੁਰਾਨ ਕਰੀਮ ਦੀ ਸਿਹਤ ਤੇ ਉਹ ਕੁਰਾਨ ਕਰੀਮ ਉਹਦੀ ਸਿਹਤ ਸਹੀ ਕਰਾਰ ਦੇ ਤੇ ਫਿਰ ਉਹ ਹਦੀਸ ਦੇ ਉੱਤੇ ਠੀਕ ਰਹੇਗਾ। ਅਗਰ ਉਹ ਕੁਰਾਨ ਕਰੀਮ ਉਹਦੀ ਤਾਈਦ ਮਿਰਜ਼ਾ ਸਾਹਿਬ ਦੇ ਕਲਾਮ ਦੀ ਨਾ ਕਰੇ ਤੇ ਫਿਰ ਨਹੀਂ ਹੋਏਗਾ। ਇਹ ਇੱਥੇ ਲਿਖਿਆ ਹੈ। ਉਹ ਸੈਣੀ ਸਾਹਿਬ ਜਿਹੜਾ ਹਾਂਜੀ। ਜਵਾਬ ਮੈਂ ਦਿੱਤਾ ਹੈ ਨਾ ਉਹ ਮੇਰੇ ਹਲੇ ਬਾਅਦ ਵਿੱਚ ਇਹਨਾਂ ਖੁਦ ਆਪਣੇ ਕੋਲ ਮੇਰੇ ਅਲਫਾਜ਼, ਲੇਕਿਨ ਜਿਹੜਾ ਜਵਾਬ ਮੈਂ ਦਿੱਤਾ ਉਹ ਰਿਕਾਰਡਿੰਗ ਕੱਢ ਲੈਣ, ਉਹ ਬਿਲਕੁਲ ਇਹੀ ਜਵਾਬ ਦਿੱਤਾ ਜੋ ਇਸ ਕਿਤਾਬ 'ਚ ਲਿਖੀ ਹੈ। ਹਾਂ, ਮੁਖਤਸਰ ਗੱਲ ਹੈ ਸਾਨੀ ਸਾਹਿਬ ਇਹ ਵੇ ਕਿ ਅਗਰ ਤੁਸੀਂ ਸਾਡੇ ਕਾਇਦ ਦਾ ਫੈਸਲਾ ਜਿਹੜਾ ਨਾ ਉਹ ਹਜ਼ਰਤ ਮਸੀਹ ਮੌਦ ਅਲੈਹਿਸਸਲਾਮ ਦੀ ਇਬਾਰਤ ਤੋਂ ਕਰਨਾ ਹੈ ਤੇ ਫਿਰ ਸਾਡੇ ਕੋਲੋਂ ਇਹ ਅਲਫਾਜ਼ ਦੁਹਰਾਓ, ਕਹੋ ਇਹ ਅਲਫਾਜ਼ ਜਿਹੜੇ ਨੇ ਇਸ ਰਸਾਲੇ ਦੇ ਵਿੱਚ 19 ਜਿਲਦ ਵਿੱਚ ਲਿਖੇ ਨੇ, ਤੁਸੀਂ ਪੜ੍ਹ ਕੇ ਸੁਣਾਓ ਤੇ ਮੰਨੋ ਕਿ ਇਹ ਤੁਹਾਡਾ ਅਕੀਦਾ। ਮੈਂ ਕਹਾਂਗਾ ਸਰ 100 ਉਹੀ ਜਿਹੜੇ ਦੁਬਾਰਾ ਸ਼ੁਰੂ ਤੋਂ ਕਿਹਾ ਸੀ ਮੈਂ 101% ਮੇਰਾ ਇਹੀ ਅਕੀਦਾ ਹੈ ਜੋ ਇਸੇ ਅਲਫਾਜ਼ਾਂ ਦੇ ਵਿੱਚ ਤੁਸੀਂ ਪੜ੍ਹ ਕੇ ਹੁਣ ਸੁਣਾਇਆ ਹਜ਼ਰਤ ਮਸੀਹ ਮੌਦ ਅਲੈਹਿਸਸਲਾਮ ਦੇ ਅਲਫਾਜ਼। ਇੱਥੇ ਫਿਰ ਬਹਿਸ ਖਤਮ ਹੋਣੀ ਚਾਹੀਦੀ ਹੈ, ਨਾ ਕਿ ਬਹਿਸ ਨੂੰ ਅੱਗੇ ਵਧਾਉਣਾ ਚਾਹੀਦਾ। ਜੀ ਜੀ ਖੇਡਦੇ ਨੇ, ਇਹ ਸਮਝਦੇ ਨੇ ਕਿ ਹਦੀਸ ਜਿਹੜੀਆਂ ਨੇ ਉਹ ਯਾਨੀ ਕਿ ਉਹ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਅਲਫਾਜ਼ ਦਾ ਨਊਜ਼ ਬਿਲਾ ਇਨਕਾਰ ਹੋ ਰਿਹਾ। ਹਰਗਿਜ਼ ਨਹੀਂ। ਅਗਰ ਜਿਹੜੇ ਅਲਫਾਜ਼ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਅਲਫਾਜ਼ ਨੇ ਉਹ ਬਿਲਕੁਲ ਨੰਬਰ 1 ਤੇ ਨੇ, ਲੇਕਿਨ ਸਾਡੇ ਕੋਲ ਕਦੋਂ ਪਹੁੰਚੇ ਨੇ, ਸਾਡੇ ਕੋਲ ਜਿਨ੍ਹਾਂ ਦੇ ਥਰੂ ਪਹੁੰਚੇ ਨੇ ਉਹ ਇਸ ਵਜ੍ਹਾ ਤੋਂ ਸਭ ਜ਼ੰਨੀ ਮਰਤਬੇ ਤੇ ਨੇ। ਹਾਂਜੀ, ਅੱਜ ਅਗਰ ਅਸੀਂ ਕੋਈ ਵੀ ਮੌਲਵੀ ਸਾਹਿਬ ਇਹ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਅੱਜ ਅਗਰ ਅਸੀਂ ਮਿਸਾਲ ਦੇ ਤੌਰ ਤੇ ਇਮਾਮ ਬੁਖਾਰੀ ਸਾਹਿਬ ਦੀ ਇਕੱਠੀ ਕੀਤੀ ਹੋਈ ਇੱਕ ਹਦੀਸ ਦਾ ਇਨਕਾਰ ਕਰ ਰਹੇ ਹਾਂ, ਮਿਸਾਲ ਤੌਰ ਤੇ ਮੈਂ ਦੱਸ ਰਿਹਾ, ਤੇ ਉਹ ਅਸੀਂ ਇਨਕਾਰ ਉਹਨਾਂ ਦਾ ਕਰ ਰਹੇ ਹਾਂ ਜਿਹੜੇ ਉਹਨੂੰ ਸਾਨੂੰ ਬਿਆਨ ਕਰ ਰਹੇ ਨੇ। ਅਗਰ ਇਨਕਾਰ ਹੋ ਰਿਹਾ ਤੇ ਅਸੀਂ ਇਨਕਾਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਗੱਲ ਦਾ ਨਹੀਂ ਕਰ ਹੀ ਨਹੀਂ ਸਕਦੇ। ਕਿਉਂ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਡੇ ਨਾਲ ਡਾਇਰੈਕਟ ਗੱਲ ਹੀ ਨਹੀਂ ਕੀਤੀ। ਠੀਕ ਹੈ, ਜਾਂ ਅਗਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਸਾਡੇ ਸਾਹਮਣੇ ਹੁੰਦੇ ਸਾਨੂੰ ਉਹ ਬਿਆਨ ਕਰਕੇ ਦਿੰਦੇ ਕਿ ਇਹ ਅਲਫਾਜ਼ ਜਿਹੜੇ ਨੇ ਇਹ ਮੈਂ ਤੁਹਾਨੂੰ ਫਰਮਾ ਰਿਹਾ ਵਾਂ, ਇਹ ਮੇਰਾ ਹੁਕਮ ਹੈ, ਉਹਦਾ ਇਨਕਾਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਇਨਕਾਰ ਹੋਣਾ ਸੀ। लेकिन 1122 साहब मसला तो है जब हजरत ईसा अलैहिस्सलाम ने आना उन्होंने तो इनकार करना है। हाँ, वो हदीस देखें उनका भी, अगर इसके ऊपर हाँ आपका सवाल जो है वो है वैलिड कि अगर हजरत ईसा अलैहिस्सलाम आसमान से आते हैं, ठीक है, तो अगर वो आकर तो उन्होंने जाहिरी बात है उन्होंने भी तो छांटी, अगर एक छांटी की हुई है इमाम बुखारी साहब ने, ठीक है, उसके बाद सियासता की बाकी जो हदीस आती हैं उन्होंने भी छांटी की हुई है, हर किसी ने अलग अलग की हुई है। इसके बाद जब हजरत ईसा आएंगे वो भी करेंगे। कहाँ से करेंगे आपको पता है उन्होंने कहाँ से करनी है? उन्होंने करनी है तौरात और अंजील से। हाँ जी, ये अब सवाल है, ये भी सवाल ही है कि वो करेंगे तो कैसे करेंगे, तो क्योंकि उन्होंने भी तो जाहिर बात है इसी तरह तो मसले, इसी तरह तो लड़ाई हल होगी, इसी तरह तो एक तालाब में शेर और हिरन पानी पिएगा। ये तो अब देख लेंगे, हिरन पिएगा वो राजी है, पहले ये तो देखना। नहीं, वो इसी तरह तो पिएगा कि जब सारी मतलब कि पीछे खड़े हो जाना, दौड़ नहीं देना हिरनों को, तू पी। हाँ, यानी कि वो सारी जो चलने के बताया जाता है सारी बातें, ठीक है।
ਉਹਨੂੰ ਸਾਡੀ ਤਰਫੋਂ ਐਂਡ ਜਵਾਬ ਸਮਝਿਆ ਕਰੋ ਕਿ ਸਾਡਾ ਜਵਾਬ ਜਿਹੜਾ ਤੁਸੀਂ ਸਾਨੂੰ ਕੁਰਾਨ ਮਜੀਦ ਚੋਂ, ਹਦੀਸ ਚੋਂ, ਮਿਰਜ਼ਾ ਸਾਹਿਬ ਦੇ ਇਲਹਾਮ ਚੋਂ ਜਾਂ ਮਿਰਜ਼ਾ ਸਾਹਿਬ ਦੇ ਅਲਫਾਜ਼ਾਂ ਚੋਂ ਕੋਈ ਵੀ ਚੀਜ਼ ਅਫਜ਼ਲ ਸਮਝਾਉਣੀ ਹੈ ਜਾਂ ਘੱਟ ਸਮਝਾਉਣੀ ਹੈ ਜਾਂ ਵੱਧ ਸਮਝਾਉਣੀ ਹੈ, ਉਹ ਤੁਸੀਂ ਅਲਫਾਜ਼ ਜਿਹੜੇ ਪੜ੍ਹ ਦਿੱਤੇ ਨੇ, ਸਾਡਾ ਜਵਾਬ ਅਸਲ 'ਚ ਉਹੀ ਜਵਾਬ ਹੈ। ਇਹਦੇ ਉੱਤੇ ਅਗਰ ਅਲਫਾਜ਼ ਵਧਵਾਉਣਾ ਚਾਹੁੰਦੇ ਹੋ ਤੁਸੀਂ, ਆਪਸ 'ਚ ਮੇਰੀ ਤੇ ਮੌਲਵੀ ਸਾਹਿਬ ਦੀ ਲੜਾਈ ਕਰਾਉਣਾ ਚਾਹੁੰਦੇ ਹੋ ਜਾਂ ਮੇਰੀ F-16 ਸਾਹਿਬ ਨਾਲ ਲੜਾਈ ਕਰਾਉਣਾ, ਹਾਂ ਫਿਰ ਤੁਸੀਂ ਕਰ ਸਕਦੇ ਹੋ। ਤੁਸੀਂ ਕਹੋ ਹਾਂ ਵੇਖੋ ਜੀ ਮੌਲਵੀ ਸਾਹਿਬ ਨੇ ਇਹ ਜਵਾਬ ਦੇ ਦਿੱਤਾ, 1-1-2-2 ਨੇ ਇਹ ਜਵਾਬ, ਵੇਖੋ ਜੀ ਇਹ ਦੋਵੇਂ ਤੇ ਬਿਲਕੁਲ ਗਲਤ ਹੈ। ਆਓ ਅਸੀਂ ਪਹਿਲੇ ਲੜ ਲਈਏ 1-1-2 ਪਹਿਲੇ ਅਸੀਂ ਲੜ ਹਾਂ, ਲਈਏ। ਇਹ ਅਸੀਂ ਲੜਾਈ ਕਰ ਸਕਦੇ ਇਹਦੇ ਉੱਤੇ। ਨਹੀਂ ਮੈਂ ਜਦੋਂ ਤੁਹਾਡੇ ਕੋਲ ਕੋਲੋਂ ਸਾਡੇ ਲੜਨਾ। ਜਵਾਬ, ਅਸੀਂ ਵੇਖੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਇਮਾਮ ਮੁਹੰਮਦ ਰਜ਼ਾ ਖਾਨ ਬਰੇਲਵੀ ਦੀ ਗੱਲ ਨਾਲ ਇਖਤਲਾਫ ਵੀ ਕਰ ਸਕਨੇ ਆ, ਉਹਨਾਂ ਨਾਲ ਰੱਖ ਵੀ ਸਕਨੇ ਆ। ਅਸੀਂ ਲੋਹਰੀਆਂ ਵਾਂਗੂ ਵੀ ਨਹੀਂ ਕਹਿ ਸਕਦੇ ਕਿ ਅਸੀਂ ਮਿਰਜ਼ਾ ਸਾਹਿਬ ਅਲੈਹਿਸਸਲਾਮ ਨਾਲ ਇਖਤਲਾਫ ਵੀ ਕਰ ਸਕਨੇ ਆ ਤੇ ਉਹਨਾਂ ਨਾਲ ਐਗਰੀ ਵੀ ਕਰ ਸਕਨੇ ਆ। ਸਹੀ ਹੈ, ਇਤਫਾਕ ਵੀ ਕਰ ਸਕਨੇ ਆ, ਇਖਤਲਾਫ ਵੀ ਕਰ ਸਕਨੇ ਆ। ਅਸੀਂ ਇਹ ਨਹੀਂ ਕਹਿੰਦੇ, ਅਸੀਂ ਕਹਿੰਦੇ ਕਿ ਅਸੀਂ ਉਹਨਾਂ ਦੀ ਗੱਲ ਨੂੰ ਕਬੂਲ ਕਰਨਾ ਹੈ। ਜਦੋਂ ਤੁਹਾਨੂੰ ਕਬੂਲ ਕਰਨਾ ਸਮਝ ਆ ਜੇ ਤੇ ਬਸ ਫਿਰ ਗੱਲ ਖਤਮ, ਫਿਰ ਉਹ ਅਲਫਾਜ਼ ਰੱਖੋ ਤੇ ਗੱਲ ਖਤਮ ਸਾਡੀ ਤਰਫੋਂ। ਹਾਂ, ਅਗਰ ਕੋਈ ਅਲਫਾਜ਼ ਤੁਹਾਨੂੰ ਨਹੀਂ ਸਮਝ ਆਉਂਦੇ ਉਹਦੇ ਉੱਤੇ ਸਵਾਲ ਬਣਦਾ। ਜਦੋਂ ਤੁਹਾਡੀ ਗੱਲ ਖਤਮ ਹੋ ਗਈ ਤੇ ਫਿਰ ਮੈਨੂੰ ਦੱਸਿਓ, ਮੈਂ ਵੀ ਬੋਲਣਾ ਚਾਹੁੰਦਾ। ਅੱਛਾ ਹਾਂਜੀ ਬਿਸਮਿਲ੍ਲਾ। ਹਾਂ, ਇਨਕਾਰ ਦੇ ਉੱਤੇ ਵੀ ਜਿਹੜਾ ਨਾ, ਇਨਕਾਰ ਦੇ ਉੱਤੇ ਅਗਰ ਅਸੀਂ ਹੁਣ ਮਿਸਾਲ ਦੇ ਤੌਰ ਤੇ ਦੇਖਿਆ ਜਾਏ ਤੇ ਹਜ਼ਰਤ ਉਮਰ ਦੇ ਬਾਰੇ 'ਚ ਇਹ ਅਲਫਾਜ਼ ਹੁੰਦੇ ਨੇ ਕਿ ਉਹਨਾਂ ਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਇਨਕਾਰ ਕੀਤਾ ਸੀ ਜਦੋਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਨਾਂ ਕੋ ਲਿਖਣ ਵਾਸਤੇ ਕੁਝ ਚੀਜ਼ਾਂ ਮੰਗੀਆਂ ਸਨ ਤੇ ਹਜ਼ਰਤ ਉਮਰ ਨੇ ਕਿਹਾ ਸੀ ਨਹੀਂ, ਸਾਨੂੰ ਜ਼ਰੂਰਤ ਨਹੀਂ ਹੈ, ਸਾਡੇ ਵਾਸਤੇ ਕੁਰਾਨ ਮੇਰੀ ਗੱਲ ਕਾਫੀ ਹੈ। ਸੁਣੋ, ਗਲਤ ਨਾ ਗੱਲ ਕਰੋ। ਤੁਸੀਂ ਜਿਹੜੀ ਗੱਲ ਪੇ ਕਰਨੇ ਆ ਪਹਿਲਾਂ ਇਹਨੂੰ ਨਿਬੇੜ ਲਓ। ਹਾਂ ਜੀ, ਨਿਬੇੜ ਲੋ। ਮੈਂ ਵੈਸੇ ਵਿੱਚ ਇੱਕ ਚੀਜ਼ ਹੈ ਕਿ ਇੰਜ ਦੀ ਅਗਰ ਵਾਕਿਆ ਹੋਏ ਤੇ ਉਹ ਇਨਕਾਰ ਹੋ ਸਕਦਾ ਹੈ, ਜਿਹੜਾ ਅੱਜ ਦੇ ਦਿਨ ਦੇ ਵਿੱਚ ਇਨਕਾਰ ਨਹੀਂ ਹੋ ਸਕਦਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ। ਬਸ ਖਤਮ ਹੋ ਗਈ ਨਾ 1-1-2 ਕਲੀਅਰ ਹੋ ਗਈ ਗੱਲ ਖਤਮ। ਹੁਸੈਨੀ ਸਾਹਿਬ ਸੁਣ ਰਹੇ ਹੋ? ਯਾਰ ਗੱਲ ਕਰ ਲੈਣ ਚਲੋ ਉਹਨਾਂ ਨੂੰ ਆਖਰੀ ਗੱਲ ਕਰ ਹਾਂ, ਲੈਣ ਮੈਂ ਸਿਰਫ ਥੋੜੀ ਗੱਲ ਕਰਨੀ ਪਰ ਮੈਂ ਨਿਕਲ ਗਿਆ। ਹੁਸੈਨੀ ਸਾਹਿਬ ਹੈ ਉਹ ਇੱਥੇ? ਹੁਸੈਨੀ ਸਾਹਿਬ ਚਲੇ ਗਏ, ਉੱਠ ਗਏ ਨੇ, ਕੋਈ ਨਹੀਂ ਮਸਲਾ। 1-1-2 ਸਾਹਿਬ ਇਹ ਜ਼ਰਾ ਤੁਸੀਂ ਜਵਾਬ ਲੈ ਦਿਓ ਕਿ ਜਿਹੜੀ ਸੂਰਾ ਅਲ ਇਮਰਾਨ ਦੀ 49 ਹੈ, ਕਿਤਾਬ ਕਿਹੜੀ ਹੈ, ਜ਼ਰਾ ਪੁੱਛਣਾ ਇਹਨਾਂ ਕੋਲ ਤਾਂ ਕਿ ਮੈਂ 49 ਦੱਸੀ, ਮੈਂ 49 ਪਿੱਛੋਂ ਜਾ ਕੇ ਖੋਲੀ, ਮੈਨੂੰ ਤੇ ਨਹੀਂ ਉਹਦੇ ਚ ਉਹ ਅਲਫਾਜ਼ ਨਜ਼ਰ ਆਏ ਜਿਹੜੇ ਹੁਸੈਨੀ ਸਾਹਿਬ ਨੇ ਨਹੀਂ, ਉਹ 50 ਨੰਬਰ ਤੋਂ ਤੁਸੀਂ ਬਿਸਮਿਲ੍ਲਾ ਦੇ ਨਾਲ ਪੜ੍ਹ ਰਹੇ ਹੋ, ਫਿਰ 50 ਨਹੀਂ ਮੈਂ ਤੇ ਚੈਟ ਜੀਪੀਟੀ ਨਾਲ ਪੜ੍ਹ ਰਿਹਾ। ਅੱਛਾ, ਇਹ ਜ਼ਰਾ ਜਵਾਬ ਲੈ ਦੋ ਕਿ ਕਿਹੜੀ ਕਿਤਾਬ ਹੋ ਗਈ ਹੈ ਹਜ਼ਰਤ ਈਸਾ ਅਲੈਹਿਸਸਲਾਮ ਨੂੰ ਜਿਹੜੀ ਅੱਲਾਹ ਤਾਲਾ ਨੇ ਸਿਖਾਣੀ ਹੈ, ਪੁੱਛ ਲਓ ਜ਼ਰਾ। ਹਾਂ ਚਲੋ, ਇਹਨਾਂ ਨੂੰ ਇੱਕ ਵਾਰੀ ਮੌਕਾ ਦੇ ਦਿਓ, ਫਿਰ ਉਸ ਤੋਂ ਬਾਅਦ ਸਵਾਲ ਇਹਨਾਂ ਨੂੰ ਅਗਲਾ ਇਹ ਕਰਨੇ ਆ ਜੀ। ਅਮਰ ਸਾਹਿਬ, ਸਾਡਾ ਜਵਾਬ ਤੁਹਾਡੇ ਕੋਲ ਆ ਗਿਆ, ਬਿਸਮਿਲ੍ਲਾ ਕਰੋ ਜੀ। ਮੈਨੂੰ ਤੁਹਾਡੇ ਜਵਾਬ ਦੇ ਵਿੱਚ ਤੇ ਜਿਹੜੀ ਮਿਰਜ਼ਾ ਸਾਹਿਬ ਦੀ ਗੱਲ ਹੈ ਉਹਦੇ ਵਿੱਚ ਕੰਟਰਾਡਿਕਸ਼ਨ ਨਜ਼ਰ ਆ ਰਿਹਾ ਹੈ। ਮਿਰਜ਼ਾ ਸਾਹਿਬ ਹਦੀਸ ਦੇ ਉੱਤੇ ਆਪਣੀ ਵਹੀ ਨੂੰ ਮੁਕੱਦਮ ਜਾਣਦੇ ਨੇ, ਭਲੇ ਉਹ ਸਹੀ ਹਦੀਸ ਹੋਵੇ ਇਮਾਮ ਬੁਖਾਰੀ ਦੀ, ਇਮਾਮ ਮੁਸਲਿਮ ਦੀ, ਸਿਆਸਤਾ ਦੀ ਹੋਵੇ ਜਾਂ ਕਿਸੇ ਵੀ ਕੁਤਬੇ ਹਦੀਸ ਵਿੱਚੋਂ ਕਿਸੇ ਵੀ ਕਿਤਾਬ ਦੀ ਹਦੀਸ ਹੋਵੇ, ਮਿਰਜ਼ਾ ਸਾਹਿਬ ਉਹਦੇ ਉੱਤੇ ਆਪਣੀ ਵਹੀ ਨੂੰ ਮੁਕੱਦਮ ਜਾਣਦੇ ਨੇ, ਆਪਣੇ ਇਲਹਾਮ ਨੂੰ ਮੁਕੱਦਮ ਜਾਣਦੇ ਨੇ। ਕਿਆ ਤੁਸੀਂ ਵੀ ਇਸ ਤਰ੍ਹਾਂ ਹੀ ਜਾਣਦੇ ਹੋ? ਜੋ ਮਿਰਜ਼ਾ ਸਾਹਿਬ ਅਲੈਹਿਸਸਲਾਮ ਨੇ ਅਲਫਾਜ਼ ਕਹੇ ਨੇ ਨਾ ਅਮਨ ਨਜ਼ੀਰ ਸਾਹਿਬ, ਉਹ ਐਂਡ ਏ। ਉੱਥੇ ਅਗਰ ਮੌਲਵੀ ਸਾਹਿਬ ਉਹਦਾ ਇਨਕਾਰ ਕਰਨਗੇ ਤੇ ਤਾਂ ਦੱਸਿਓ, ਜੇ F-16 ਸਾਹਿਬ ਇਨਕਾਰ ਕਰਨਗੇ, ਮੈਂ ਤੇ ਬਈ ਇਨਕਾਰ ਤੇ ਅੱਗੇ ਮੌਲਵੀ ਸਾਹਿਬ ਨੇ ਕੀਤਾ ਨਾ, ਉਹ ਤੇ ਨਹੀਂ ਕੁਰਾਨ ਕੀਤਾ ਉਹਨਾਂ ਨੇ। ਉਹ ਕਹਿ ਰਹੇ ਨੇ ਕਿ ਮੇਰੇ ਅਲਫਾਜ਼ ਤੁਹਾਨੂੰ ਗਲਤ ਸਮਝ ਆਏ ਨੇ, ਅਗਰ ਤੁਹਾਨੂੰ ਗਲਤ ਸਮਝ ਆਏ ਨੇ ਤੇ ਉਹ ਮੇਰੇ ਅਲਫਾਜ਼ ਠੀਕ ਕਰ ਲਓ। ਅਪਡੇਟ ਕਰ ਲੈਣੇ ਨਾ, ਮੈਂ ਨਹੀਂ ਅਪਡੇਟ ਨਹੀਂ ਆਉਂਦੇ ਨੇ ਕਿ ਮੇਰੇ ਅਲਫਾਜ਼ ਅਗਰ ਤੁਹਾਨੂੰ ਗਲਤ ਸਮਝ ਆਏ ਨੇ ਤਾਂ ਠੀਕ ਕਰ ਲਓ। ਇਹੀ ਮੈਂ ਕਿਹਾ ਜੋ ਹਜ਼ਰਤ ਮਿਰਜ਼ਾ ਸਾਹਿਬ ਗੁਲਾਮ ਅਹਿਮਦ ਕਾਦੀਆਨੀ ਅਲੈਹਿਸਸਲਾਮ ਨੇ ਕਿਹਾ, ਤੇ ਫਿਰ ਉਹ ਇੱਥੇ ਤੇ ਗੱਲ ਫਿਰ ਖਤਮ। ਤੁਸੀਂ ਜ਼ਰੂਰ ਲੜਨਾ ਹੈ ਇਸ ਗੱਲ ਦੇ ਉੱਤੇ, ਗੱਲ ਖਤਮ ਹੈ ਕਿ ਹਾਂ। ਮੈਂ ਤੇ ਇੰਨੀ ਗੱਲ ਕਹਿਣਾ ਵਾ ਕਿ ਅਗਰ ਅੱਜ ਮੈਨੂੰ ਇਮਤਿਆਜ਼ ਸਾਹਿਬ ਜਿਨ੍ਹਾਂ ਨੇ ਗੱਲ ਕੀਤੀ ਏ, ਜੇ ਇੱਕ ਹੀ ਤੁਹਾਡਾ ਨੁਮਾਇੰਦਾ ਹੈ ਤੇ ਉਹਨਾਂ ਨੂੰ ਆਖੋ ਮਾਈਕ ਖੋਲ ਕੇ ਆਪਣੇ ਬਿਆਨ ਨੂੰ ਅਪਡੇਟ ਕਰ ਦੇਣ ਤੇ ਫਰਮਾ ਦੇਣ ਕਿ ਜਮਾਤੇ ਅਹਿਮਦੀਆ ਵਾਲੇ ਕੁਰਾਨ ਤੋਂ ਬਾਅਦ ਮਿਰਜ਼ਾ ਸਾਹਿਬ ਦੀ ਵਹੀ ਨੂੰ ਮੰਨਦੇ ਨੇ ਤੇ ਹਦੀਸਾਂ ਨੂੰ ਤੀਸਰੇ ਦਰਜੇ ਤੇ ਮੰਨਦੇ। ਮੈਂ ਹਦੀਸਾਂ, ਸਾਰੀਆਂ ਹਦੀਸਾਂ ਦਾ ਜ਼ਖੀਰਾ ਹੈ, ਉਹਦੇ ਉੱਤੇ ਮਿਰਜ਼ਾ ਸਾਹਿਬ ਦੇ ਇਲਹਾਮ ਨੂੰ ਮੁਕੱਦਮ ਜਾਣਦੇ ਨੇ। ਦੇਖੋ, ਜੋ ਫਿਰ ਉਹੀ ਗੱਲ ਕਿ ਜੋ ਮਿਰਜ਼ਾ ਸਾਹਿਬ ਅਲੈਹਿਸਸਲਾਮ ਨੇ ਆਪਣੇ ਅਲਫਾਜ਼ਾਂ 'ਚ ਬੋਲਿਆ ਨਾ, ਮੈਂ ਅਗਰ ਮੈਨੂੰ ਅੱਜ ਠੀਕ ਹੈ 101% ਯਕੀਨ ਹੋ ਜਾਏ ਨਾ ਕਿ ਮੈਨੂੰ ਅੱਲਾਹ ਤਾਲਾ ਨੇ ਕੋਈ ਵੀ ਗੱਲ ਇਲਹਾਮਨ ਦੱਸੀ ਹੈ ਜਾਂ ਮੇਰੇ ਤੇ ਇਲਹਾਮ ਹੋਇਆ ਹੈ, ਮੈਂ ਤੇ ਉਹਨੂੰ ਮੈਂ ਖੁਦ ਅਗਰ ਮੈਨੂੰ ਯਕੀਨ ਹੋ ਜਾਏ ਕਿ ਮੈਨੂੰ ਅੱਲਾਹ ਤਾਲਾ ਨੇ ਦੱਸਿਆ, ਠੀਕ ਹੈ, ਇਹ ਅੱਲਾਹ ਤਾਲਾ ਦੀ ਤਰਫੋਂ ਆਈ ਹੈ ਮੈਨੂੰ ਗੱਲ, ਮੈਂ ਤੇ ਆਪਣੇ ਇਲਹਾਮ ਦੇ ਕਹਿ ਲਓ ਕਿ ਉੱਤੇ ਹਦੀਸ ਨੂੰ ਨਹੀਂ ਸਮਝਾਂਗਾ। ਕਿਉਂ ਕਿ ਹਦੀਸ ਤੇ ਮੈਂ ਜਾਣਦਾ ਨਹੀਂ, ਮੈਂ ਵੇਖਿਆ ਨਹੀਂ, ਮੈਨੂੰ ਯਕੀਨ ਨਹੀਂ,
ਉਹਨਾਂ ਬੰਦਿਆਂ ਤੇ ਜਿਨ੍ਹਾਂ ਨੇ ਹਦੀਸਾਂ ਇਕੱਠੀਆਂ ਕੀਤੀਆਂ ਨੇ। ਮੈਂ ਤੇ ਕੁਰਾਨ ਮਜੀਦ ਨੂੰ ਸਾਹਮਣੇ ਰੱਖ ਕੇ ਹਦੀਸ ਨੂੰ ਪਰਖਣ ਡਿਆ, ਠੀਕ ਤੁਸੀਂ ਹੈ। ਆਪਣੀ ਉਹ ਵੀ ਪਤਾ ਨਹੀਂ, ਹਾਂ ਮੈਂ ਤੇ ਆਪਣੇ ਇਲਹਾਮ ਜਿਹੜਾ ਕਿਉਂ ਪੇ ਦਿੰਦੇ ਹੋ ਤੁਸੀਂ? ਮੌਲਵੀ ਸਾਹਿਬ ਨੂੰ ਆਖੋ ਮਾਈਕ ਪੁੱਟ ਕੇ ਕਹਿ ਦੇਣਾ ਸਰ ਉਹਨਾਂ ਨੇ ਤੁਹਾਨੂੰ ਕਿਹਾ, ਅਮਨ ਅਜ਼ੀਜ਼ ਸਾਹਿਬ ਉਹਨਾਂ ਨੇ ਕਿਹਾ ਕਿ ਨਹੀਂ, ਨਹੀਂ। ਜੋ ਮਿਰਜ਼ਾ ਸਾਹਿਬ ਨੇ ਗੱਲ ਕਹੀ ਹੈ ਇਹੀ ਮੇਰੀ ਗੱਲ ਹੈ। ਸਮਝ ਆਈ ਭਾਈ, ਮਗਰ ਮੈਨੂੰ ਗਲਤ ਸਮਝ ਆਈ ਏ ਤੇ ਮੈਂ ਉਹਨਾਂ ਦੀ ਨਵੇਂ ਸਿਰੇ ਤੋਂ ਰਿਕਾਰਡ ਕਰ ਲਾਂਗਾ, ਅਪਡੇਟ ਹੋ ਜਾਏਗੀ ਗੱਲ। ਉਹਨਾਂ ਨੂੰ ਕਹੋ ਵੀ ਮਾਈਕ ਖੋਲ ਕੇ ਕਹਿ ਦੇਣਾ ਕਿ ਹਦੀਸਾਂ ਦੇ ਉੱਤੇ ਮਿਰਜ਼ਾ ਸਾਹਿਬ ਦਾ ਇਲਹਾਮ ਤੇ ਵਹੀ ਮੁਕੱਦਮ ਹੈ। ਜੋ ਨਹੀਂ ਜੋ ਮਿਰਜ਼ਾ ਸਾਹਿਬ अलैहिस्सलाम ਨੇ ਅਲਫਾਜ਼ ਬੋਲੇ ਨੇ ਨਾ, ਮੌਲਵੀ ਸਾਹਿਬ ਕਹਿ ਰਹੇ ਨੇ ਕਿ ਮੇਰੇ ਉਹੀ ਅਲਫਾਜ਼ ਨੇ, ਉਸ ਤੋਂ ਬਾਅਦ ਅਲਫਾਜ਼ ਨਹੀਂ ਹੈ। ਨਹੀਂ ਹੁਣ ਤੁਸੀਂ ਦੱਸੋ, ਅਗਰ ਉਹ ਜਵਾਬ ਦਿੰਦੇ ਨੇ ਮੈਂ ਇੱਥੇ ਤਹਰੀਰ ਲਾ ਦੇਣਾ, ਉਹ ਤਹਰੀਰ ਪੜ੍ਹ ਕੇ ਤੁਹਾਨੂੰ ਜਵਾਬ ਦੇ ਦੇਣਗੇ, ਫਿਰ ਤੁਹਾਨੂੰ ਜਵਾਬ ਕਬੂਲ ਹੈ? ਭਾਈ ਮੈਨੂੰ ਉਹਨਾਂ ਦੇ ਅਲਫਾਜ਼ ਜੋ ਉਹਨਾਂ ਨੇ ਕਹੇ ਨੇ, ਨਹੀਂ ਉਹਨਾਂ ਦੇ ਅਲਫਾਜ਼ ਤੁਹਾਨੂੰ ਦੇ ਦੱਸਣੇ ਕਿ ਸਾਡੇ ਅਲਫਾਜ਼, ਸਾਡਾ ਜਦੋਂ ਐਵੇਂ ਕਾਇਦ ਦੀ ਗੱਲ ਨਾ, ਇਹ ਈਮਾਨ ਦੀ ਗੱਲ ਹੈ। ਇਹਦੇ ਉੱਤੇ ਸਾਡੇ ਅਲਫਾਜ਼ਾਂ ਨਾਲੋਂ ਬਿਹਤਰੀਨ ਅਲਫਾਜ਼ ਉਹ ਨੇ ਜਿਨ੍ਹਾਂ ਕੋਲੋਂ ਅਸੀਂ ਆਪਣਾ ਈਮਾਨ ਸਿੱਖਨੇ ਆ, ਆਪਣੇ ਕਾਇਦ ਸਿੱਖਨੇ ਆ। ਇਮਤਿਆਜ਼ ਸਾਹਿਬ ਉਹਨਾਂ ਅਲਫਾਜ਼ਾਂ ਨੂੰ ਜਿਹੜੇ ਮਿਰਜ਼ਾ ਸਾਹਿਬ ਦੇ ਅਲਫਾਜ਼ ਨੇ, ਉਹਨਾਂ ਨੂੰ ਆਪਣੇ ਲਫ਼ਜ਼ਾਂ 'ਚ ਬਿਆਨ ਵੀ ਤਾਂ ਕਰਨਾ ਚਾਹੀਦਾ ਨਾ, ਕਿਉਂਕਿ ਮਿਰਜ਼ਾ ਸਾਹਿਬ ਦੇ ਅਲਫਾਜ਼ ਤੇ ਸਮਝ ਨਹੀਂ ਆਉਂਦੇ ਹਨ। ਨਹੀਂ ਸਾਨੂੰ ਸਮਝ ਆਉਂਦੇ ਨੇ, ਤੁਹਾਨੂੰ ਅਗਰ ਸਮਝ ਆਉਂਦੇ ਨੇ ਤੇ ਆਪਣੇ ਲਫ਼ਜ਼ਾਂ 'ਚ ਬਿਆਨ ਕਰੋ। ਕਿਆ ਕੁਰਾਨ, ਉਹ ਮੇਰੀ ਗੱਲ ਸੁਣ ਲਓ, ਹਦੀਸਾਂ ਦੇ ਉੱਤੇ, ਤਮਾਮ ਸਹੀ ਹਦੀਸਾਂ ਦੇ ਉੱਤੇ ਤੁਸੀਂ ਮਿਰਜ਼ਾ ਸਾਹਿਬ ਦੇ ਇਲਹਾਮ ਨੂੰ ਮੁਕੱਦਮ ਜਾਣਦੇ ਹੋ ਜਾਂ ਨਹੀਂ? ਹਾਂਜੀ ਮੈਂ ਗੱਲ ਕਰਨ ਡਿਆ, ਵੇਖੋ ਅਗਰ ਮੈਨੂੰ ਆਪਣੇ ਅਲਫਾਜ਼ਾਂ ਦੇ ਉੱਤੇ ਜ਼ਿਆਦਾ ਯਕੀਨ ਹੁੰਦਾ ਫਿਰ ਤਾਂ ਤੁਹਾਨੂੰ ਮੈਂ ਆਪਣੇ ਅਲਫਾਜ਼ ਦੱਸ ਦਿੰਦਾ, ਜਾਂ ਮੌਲਵੀ ਸਾਹਿਬ ਆਪਣੇ ਅਲਫਾਜ਼ ਦੱਸ ਦਿੰਦੇ। ਹੁਣ ਤੁਹਾਨੂੰ ਇੱਕ ਗੱਲ ਕਹਿ ਦਿੱਤੀ ਹੈ ਕਿ ਤੁਸੀਂ ਇਸ ਗੱਲ ਨੂੰ ਖਤਮ ਕਰ ਦਿਓ, ਕਿਉਂ ਕਿ ਤੁਹਾਡੇ ਕੋਲ ਸਾਡੇ ਆਖਰੀ ਅਲਫਾਜ਼, ਅਗਰ ਤੁਹਾਨੂੰ ਉਹ ਅਲਫਾਜ਼ ਸਮਝ ਨਹੀਂ ਆਏ ਨਾ ਤੇ ਮੈਂ ਤੁਹਾਨੂੰ ਯਕੀਨ, ਹਾਂ ਇੱਕ ਹੋਰ ਚੀਜ਼ ਵੀ ਹੈ, ਅਗਰ ਜਾਂ ਤੁਸੀਂ ਕਹੋ ਕਿ ਇਸ ਗੱਲ ਤੋਂ ਸਮਝ ਕੇ ਤੁਸੀਂ ਕੀ ਕਰਨਾ ਹੈ ਉਹਦਾ, ਠੀਕ ਹੈ, ਤੁਸੀਂ ਤੇ ਇਹੀ ਚਾਹਣਾ ਨਾ ਕਿ ਅਸੀਂ ਸਮਝਨੇ ਕੀ ਆ, ਸਾਡੇ ਕਾਇਦ ਤੁਸੀਂ ਖੋਲ ਕੇ ਆਪਣੇ ਨੌਲੇਜ ਵਾਸਤੇ ਪੁੱਛ ਰਹੇ ਹੋ। ਨੌਲੇਜ ਵਾਸਤੇ ਜਦੋਂ ਪੁੱਛ ਰਹੇ ਹੁੰਦੇ ਨੇ ਤੇ ਫਿਰ ਤੁਸੀਂ ਉਹ ਅਲਫਾਜ਼ ਵੇਖੋ, ਸੁਣੋ ਕਿ ਜਿਹੜੇ ਹਤਮੀ ਅਲਫਾਜ਼ ਨੇ, ਸਾਨੂੰ ਵੀ ਉਹ ਕਬੂਲ ਹੋਣਗੇ, ਤੁਹਾਨੂੰ ਵੀ ਉਹ ਬਿਲਕੁਲ ਇਹੀ ਹੋਏਗਾ ਕਿ ਬਈ ਇਹ ਐਂਡ ਨੇ ਇਹਨਾਂ ਦੇ ਅਲਫਾਜ਼, ਇਸ ਤੋਂ ਉੱਤੇ ਅਲਫਾਜ਼ ਨਹੀਂ। ਜਾਂ ਤੇ ਤੁਸੀਂ ਆਖਿਆ ਕਿ ਇਹ ਕੀਦਾ ਮੈਨੂੰ ਸਮਝਾਓ, ਮੈਂ ਇਹ ਅਪਣਾਉਣਾ ਚਾਹਨਾ, ਫਿਰ ਅਸੀਂ ਤੁਹਾਨੂੰ ਇਹ ਅਪਣਾਉਣ ਵਾਸਤੇ ਤਫਸੀਲ ਦੱਸ ਦਈਏ। ਮੈਂ ਅਸਲ 'ਚ ਬਿਜ਼ੀ ਆ, ਮੈਂ ਸਵਾਰੀ ਜੀ ਬਿਸਮਿਲ੍ਲਾ, ਮੈਂ ਮਿਊਟ ਗੱਲ ਕਰਨ ਲੱਗ ਪੈਂਦੇ ਨੇ, ਮੈਂ ਹੁਣ ਵੀ ਬਿਜ਼ੀ ਆ। ਮਿਊਟ ਸਾਨੀ ਸਾਹਿਬ ਨੇ ਉਹਨੂੰ ਦੱਸ ਛੜਿਆ ਕਿ ਹਜ਼ਰਤ ਮਸੀਹ ਮਊਦ अलैहिस्सलाम ਨੇ ਲਿਖਿਆ ਕਿ ਮੇਰੇ ਜਿਹੜੇ ਅਲਫਾਜ਼ ਨੇ ਉਹਨਾਂ ਨੂੰ ਵੀ ਤੁਸੀਂ ਕੁਰਾਨ ਦੀ ਸਿਹਤ ਤੇ ਪਰਖਣਾ, ਲੇਕਿਨ ਬੁਨਿਆਦੀ ਤੌਰ ਉੱਤੇ ਜਿਹੜਾ ਇਹਨਾਂ ਦਾ ਮੌਕਫ ਹੈ ਨਾ 1122 ਸਾਹਿਬ, ਉਹ ਸਮਝੋ। ਇਹ ਕਹਿ ਰਹੇ ਨੇ ਕਿ ਜਿਹੜੀਆਂ ਸਹੀ ਹਦੀਸਾਂ ਨੇ ਉਹ ਕੁਰਾਨ ਮਜੀਦ ਆ ਇਹਨਾਂ ਕੋਲ ਪਹੁੰਚੀਆਂ ਨੇ। ਹਕਮ ਇਹ ਪਹਿਲੇ ਨੰਬਰ ਤੇ ਕੁਰਾਨ ਮਜੀਦ ਮੰਨਦੇ ਨੇ ਪਏ, ਲੇਕਿਨ ਹਦੀਸਾਂ ਨੂੰ ਵੀ ਦਰਜਾ ਜਿਹੜਾ ਨਾ ਪਹੁੰਚਣੇ ਦਾ ਉਂਝ ਹੀ ਲੈ ਰਹੇ ਨੇ ਕਿ ਸਹੀ ਹਦੀਸ ਦਾ ਮਤਲਬ ਇਹ ਹੀ ਹੈ ਕਿ ਉਹ ਆਪ ਸੱਲੱਲਾਹੁ अलैहि वसल्लम ਦੇ ਅਲਫਾਜ਼ ਨੇ, ਉਹਨਾਂ ਨੂੰ ਦੰਨੀ ਮਰਤਬੇ ਤੇ ਨਹੀਂ ਪਰਖ ਰਹੇ। ਔਰ ਹਜ਼ਰਤ ਮਸੀਹ ਮਊਦ अलैहिस्सलाम ਫਰਮਾਇਆ ਕਿ ਜਿਹੜੀ ਤਵਾਤਰ ਨਾਲ ਸਾਡੇ ਕੋਲ ਸੁਨਨਤ ਪਹੁੰਚੀ ਹੈ ਕੁਰਾਨ ਮਜੀਦ ਤੋਂ ਬਾਅਦ, ਜਿਹਦੇ ਵਿੱਚ ਕੋਈ ਯਾਨੀ ਕਿ ਉਹੀ ਅਮਲ ਜਿਹੜਾ ਆਪ ਸੱਲੱਲਾਹੁ अलैहि वसल्लम ਦੀ ਜ਼ਿੰਦਗੀ 'ਚ ਹੋਇਆ, ਉਹੀ ਸਾਹਬਾ ਨੇ ਬਾਅਦ 'ਚ ਕੀਤਾ ਹੈ, ਅੱਗੋਂ ਉਸੇ ਤਰ੍ਹਾਂ ਹੀ ਉਹਨਾਂ ਨੂੰ ਦੇਖ ਕੇ ਕਰਦੇ ਰਹੇ ਨੇ। ਦੂਸਰੇ ਨੰਬਰ ਤੇ ਉਹਨਾਂ ਫਰਮਾਇਆ, ਔਰ ਉਸ ਤੋਂ ਬਾਅਦ ਉਹਨਾਂ ਹਦੀਸਾਂ ਦਾ ਜ਼ਿਕਰ ਕੀਤਾ ਕਿ ਇਹ ਦੰਨੀ ਮਰਤਬੇ ਤੇ ਨੇ, ਇਹਨਾਂ ਨੂੰ ਕੁਰਾਨ ਮਜੀਦ ਉਹਨਾਂ ਦੇ ਵਾਸਤੇ ਜੋ ਅਸੂਲ ਬਿਆਨ ਕੀਤੇ ਨੇ ਕਿ ਕੁਰਾਨ ਮਜੀਦ ਨੂੰ ਹਕਮ ਮੰਨ ਕੇ ਤੇ ਤੁਸੀਂ ਉਹਨਾਂ ਨੂੰ ਪਰਖੋ, ਬਾਕੀ ਸਹੀ ਹੈ। ਲੇਕਿਨ ਅਸਲ ਪਹਿਲਾਂ ਤੁਹਾਡਾ ਦਿਨੀ ਤੌਰ ਉੱਤੇ ਤੁਹਾਡਾ ਮਿਆਰ ਹੈ ਕਿ ਤੁਸੀਂ ਉਹਨਾਂ ਨੂੰ ਹਦੀਸਾਂ ਨੂੰ ਕਿਆ ਬੁਖਾਰੀ ਸ਼ਰੀਫ ਜਾਂ ਉਹਨਾਂ ਤੋਂ ਬਾਅਦ ਜਿਹੜੇ ਬਜ਼ੁਰਗਾਨ ਨੇ ਉਹਨਾਂ ਦੇ ਅਲਫਾਜ਼ ਦੇ ਵਿੱਚ ਪਿੱਛੋਂ ਪਹੁੰਚੇ ਨੇ, ਤੁਸੀਂ ਉਹਨਾਂ ਨੂੰ ਕੁਰਾਨ ਮਜੀਦ ਆਰ ਜਾਂ ਇਹ ਸਮਝਦੇ ਹੋ ਜ਼ੰਨੀ ਮਰਤਬੇ ਤੇ ਮੰਨਦੇ ਹੋ ਪਏ ਕਿ ਜਾਂ ਕੁਰਾਨ ਮਜੀਦ ਆਰ ਮੰਨਦੇ ਹੋ ਪਏ? ਇਹ ਤੁਹਾਡਾ ਕਾਮਯਾਬ ਹੋਣਗੇ ਇਹਨਾਂ ਦੀ ਗੱਲ। ਮੇਰਾ ਇੱਕ ਸਵਾਲ ਸੀ ਇੱਕ ਫਿਕਰੇ ਦਾ ਕਿ ਕਿਆ ਹਦੀਸਾਂ ਦੇ ਉੱਤੇ ਤੁਸੀਂ ਮਿਰਜ਼ਾ ਸਾਹਿਬ ਦੇ ਵਹੀ ਔਰ ਇਲਹਾਮ ਨੂੰ ਮੁਕੱਦਮ ਜਾਣਦੇ ਹੋ ਜਾਂ ਨਹੀਂ? ਬਸ ਇੰਨਾ ਸਵਾਲ भाई। सवाल ही तो बिल्कुल जानते हैं, बिल्कुल सवाल है कि जेडी चीज ओ यार इसमें ओ यार मौलवी साहब इसमें शर्माने वाली नहीं, शर्माने वाली गल नहीं, ਤੁਸੀਂ ਉਹਨਾਂ ਦੀ खुदा ਤੁਸੀਂ ताला यार ਮਾਸਟਰ ਸਾਹਿਬ ਜਵਾਬ ਉਹਨਾਂ ਨੂੰ ਦੇ ਦਿੱਤਾ ਜਾ ਕੇ ਵੀਡੀਓ ਬਣਾ ਲੈਣ। ਉਹ ਕਹਿੰਦੇ ਉਹ ਆਪਣਾ ਹੁਣ ਉਹ ਕਹਿੰਦੇ ਨੇ ਲਾਮਾ ਸਾਹਿਬ ਕਿ ਸਟਾਮ ਲਿਖ ਕੇ ਦਿਓ, ਨਹੀਂ ਤੇ ਮੈਂ ਫਿਰ ਨਾ ਹੀ ਸਮਝਾਂ। ਹਾਂ ਇਹ ਨਹੀਂ ਲੰਮੀਆਂ ਲਾਮਾ ਸਾਹਿਬ ਜਿਹੜੇ ਨੂੰ ਕਹਿੰਦੇ ਨੇ ਵੀ ਤੁਹਾਨੂੰ ਫਾਇਲ ਲਵਾਣਾ, ਮੈਂ ਫਿਰ ਪਾਕਿਸਤਾਨ ਬੰਬਾਸਟਿਕ ਸਾਹਿਬ ਜਵਾਬ ਇਹ ਦਿੱਤਾ ਹੈ ਜਿਹੜਾ ਤੁਸੀਂ ਦਿੱਤਾ ਹੈ ਨਾ, ਆ ਕੇ
मैं खुदा दी कसम मैं वो मैं मौलवी साहब 101% को लेना है ये जो आप मैं विधायक साहब अच्छा मौलवी साहब को लेना है, फिर मेरे को लेना है, फिर के नहीं, अपना मेरी मेरी गल साहब को सुनो, लेना है, मेरी गल सुनो, फिर मेरी गल। अंसर रजा को लेना मैं नहीं है। देना ਨਹੀਂ ਮੈਂ ਨਹੀਂ ਜਵਾਬ ਦੇਣਾ ਜਮੀਲ ਸਾਹਿਬ ਇਹਨਾਂ ਜੀ, ਨੇ ਜੀ, ਜੀ, ਤੁਹਾਡੇ ਸਾਹਿਬ। ਆਉਣ ਤੋਂ ਪਹਿਲੇ ਤੁਹਾਡੇ ਤਸ਼ਰੀਫ ਲਿਆਉਣ ਤੋਂ ਪਹਿਲੇ ਇਹਨਾਂ ਚੌਂ ਬੰਦਿਆਂ ਦੀ ਰਿਕਾਰਡਿੰਗ ਮੌਜੂਦ ਹੈ। ਇਹਨਾਂ ਨੇ ਆਖਿਆ ਕਿ ਜੋ ਮੌਲਵੀ ਸਾਹਿਬ ਗੱਲ ਕਰਨਗੇ ਉਹ ਸਾਡੀ ਗੱਲ ਹੈ। Your mom brought drink for you? ਹਾਂ ਇਹਨਾਂ ਨੇ ਇਮਾਮ ਬਣਾ ਲਿਆ ਤੇ ਹੁਣ ਉਸ ਇਮਾਮ She's not your mom? ਅਲਫਾਜ਼ ਹੁਣ ਮੈਂ ਸੁਣਨੇ ਨੇ Oh my ਵੜੈਚ ਸਾਹਿਬ God. ਦੇ ਖਿਲਾਫ। ਵੜੈਚ ਸਾਹਿਬ ਕੋਲ ਮੈਂ ਗੱਲ ਪੁੱਛਣਾ ਪਿਆ ਤੇ ਵੜੈਚ ਸਾਹਿਬ ਹਾਂ ਕਰਨ ਜਾਂ ਨਾ ਕਰਨ ਕਿ ਮਿਰਜ਼ਾ ਸਾਹਿਬ ਦੀ ਇਲਹਾਮ ਔਰ ਵਹੀ ਨੂੰ ਇਹ ਹਦੀਸਾਂ ਦੇ ਉੱਤੇ तमाम सही हदीसां दे उत्ते मुकद्दम जान गलत है अपना 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 कह दियो यार मौलवी साहब के हाँ Stay straight on King की Street. फर्क पैंदा यार Pike. ਤੁਸੀਂ ਜ਼ਰੂਰ ਬੰਦੇ ਨੂੰ ਐਂਗਜ਼ਾਇਟੀ ਦੇਣੀ ਹੈ, ਖੁਸ਼ ਹੋ ਜਾਏਗਾ ਯਾਰ ਉਹ ਵਿਚਾਰਾ ਕੋ ਹਾਂ ਜੀ ਹਾਂ ਇਹ 'ਚ ਕੋਈ ਗੁਨਾਹ ਨਹੀਂ, ਕੋਈ ਕੁਫਰ ਲਾਜ਼ਮ ਨਹੀਂ ਹੁੰਦਾ। ਬੰਬਾਸਟਿਕ ਸਾਹਿਬ ਇਹ ਜਾਣਬੁੱਝ ਕੇ ਨਾ ਹੁਣ ਗੱਲ ਨੂੰ ਖਿੱਚ ਰਹੇ ਨੇ। ਇਹਦਾ ਜਵਾਬ ਜਿਹੜਾ ਨਾ ਮੌਲਵੀ ਸਾਹਿਬ ਨੇ ਆਸਾਨ ਅਲਫਾਜ਼ਾਂ 'ਚ ਇਹ ਦਿੱਤਾ ਹੈ। ਉਹ ਮੌਲਵੀ ਸਾਹਿਬ ਇੱਥੇ ਹੀ ਬੈਠੇ ਨੇ, ਦੁਬਾਰਾ ਦੇ ਦੇ ਉਹਨਾਂ ਸਵਾਰੀ ਆ ਗਈ ਉਹ ਜਦੋਂ ਅੱਛਾ ਸਵਾਰੀ ਆ ਫਿਰ ਗਈ ਹੈ। ਲਾਮਾ ਸਾਹਿਬ ਮੈਂ ਦੁਆ ਦਿਆਂਗਾ ਲੰਮਾ ਭਾਸ਼ਣ ਝਾੜਨ ਲੱਗਿਆ ਸਵਾਰੀ ਕੋਈ ਨਹੀਂ ਸੀ। ਨਹੀਂ ਉਹ ਬੈਕ ਹੀ ਇਸ ਤਰ੍ਹਾਂ ਹੁੰਦਾ ਉਹਨਾਂ ਕੋਲ ਨਹੀਂ ਸਵਾਰੀ ਕੋਈ ਨਹੀਂ ਆਈ। ਮੌਲਵੀ ਸਾਹਿਬ ਨਾ ਸਕੇ ਨੇ, ਝੂਠ ਭਾਈ, ਬੋਲਦੇ ਨੇ, ਐਡੀ ਕਾਫਰ ਲੰਬੀ ਜ਼ਿੰਦੀਕ ਹੈਗੇ ਨੇ ਮੌਲਵੀ ਮੇਰੀ ਗੱਲ ਸਾਹਿਬ। ਸੁਣੋ ਯਾਰ ਬੰਬਾਸਟਿਕ ਸਾਹਿਬ ਖੁਦਾ ਦਾ ਨਾਂ ਜੇ मोमिन ਇੰਨੀ साहब ਗੱਲਾਂ ਕਰਿਆ ਕਰੋ, ਅੱਛੀ ਨਹੀਂ ਲੱਗਦੀ। मोमिन साहब को उन्होंने मोमिन साहब वो खलीफा वक्त लिख रहा है मोमिन है ਉਸ ਵੇਲੇ ਸਵਾਰੀ ਨਹੀਂ ਸੀ। ਮੈਂ ਇੱਕ ਫਿਕਰੇ ਦਾ ਸਵਾਲ ਪੁੱਛਿਆ ਕਿ ਉਸ ਵੇਲੇ ਦੀ ਸਵਾਰੀ ਨਹੀਂ ਵੀ ਜਾਣ ਚੱਕ ਅਮਨ ਸਾਹਿਬ ਮੈਂ ਦੇ ਨਵਾਂ ਯਾਰ ਅਮਨ ਨਜ਼ੀਰ ਸਾਹਿਬ ਠਹਿਰ ਯਾਰ ਭਾਈ ਯਾਰ ਇਹ ਕਿ ਸਾਡੇ ਕੋਲ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਹੈ ਯਾਰ, ਤੁਸੀਂ ਵਿਨਰ ਹੋ। ਹੁਣ ਕੀ ਸਾਨੂੰ ਕਹਿੰਦੇ ਹੋ ਅਸੀਂ ਕੋਡੇ ਹੋ ਜਾਈਏ, ਕੀ ਚਾਹੁੰਦੇ ਹੋ? ਮੈਂ ਕੋਈ ਅਸੀਂ ਤੁਹਾਡੇ ਨਾਲ ਅਮਨ ਸਾਹਿਬ ਮੈਂ ਇੱਕ ਛੋਟੀ ਜੀ ਗੱਲ ਕਰਨੀ ਹੈ ਤੁਹਾਡੇ ਵਾਸਤੇ ਵੀ, ਥੱਲੇ ਬੈਠੇ ਲੋਕਾਂ ਵਾਸਤੇ ਵੀ। ਮੈਨੂੰ ਉਹ ਕਰ ਲੈਣ ਦਿਓ, ਫਿਰ ਇਹ ਸਵਾਲ ਤੁਹਾਡਾ ਚੱਲਦਾ ਰਹਿਣਾ। ਤੁਹਾਨੂੰ ਇੱਕ ਗਲਤਫਹਿਮੀ ਲੱਗੀ ਹੈ, ਠੀਕ ਹੈ? ਉਹ ਗਲਤਫਹਿਮੀ ਇਹ ਲੱਗੀ ਹੈ ਮੇਰੇ ਅਲਫਾਜ਼ਾਂ ਦੇ ਵਿੱਚੋਂ ਕਿ ਮੈਂ ਕਿਤੇ ਇਹ ਗੱਲ ਕੀਤੀ ਹੋਈ ਹੈ ਕਿ ਮੈਂ ਕੀ ਨਾਲ ਇਹਦਾ ਕਿਸੇ ਜਮਾਤ ਦਾ ਜਾਂ ਕਿਸੇ ਦਾ ਸਦਰ ਆ, ਠੀਕ ਹੈ? ਇਹ ਬਿਲਕੁਲ ਗਲਤਫਹਿਮੀ ਹੈ ਤੁਹਾਨੂੰ, ਤੇ ਮੈਂ ਇਹ ਗਲਤਫਹਿਮੀ ਦੂਰ ਨਹੀਂ ਸਾਂ ਕਰਨਾ ਚਾਹੁੰਦਾ, ਸੱਚੀ ਗੱਲ ਅਗਰ ਪੁੱਛੋ ਤੇ, ਠੀਕ ਹੈ? ਲੇਕਿਨ ਮੈਂ ਚਾਹੁੰਦਾ ਵਾਂ ਕਿ ਬਾਕੀ ਕਿਤੇ ਕੋਈ ਪਤਾ ਨਹੀਂ ਹੁੰਦਾ ਕਿ ਬਈ ਗਲਤਫਹਿਮੀ ਕਿਤੇ ਦੀ ਕਿਤੇ ਤੱਕ ਪਹੁੰਚ ਜੇ। ਤੇ ਇਸੇ ਵਜ੍ਹਾ ਤੋਂ ਇੱਕ ਕਲੀਅਰ ਤੇ ਕੱਟ ਅਲਫਾਜ਼ ਹੈ ਕਿ ਮੈਂ ਕਿਸੇ ਜਮਾਤ ਦਾ, ਕਿਸੇ ਪਿੰਡ ਦਾ, ਕਿਸੇ ਸ਼ਹਿਰ ਦਾ ਸਦਰ ਤਲਤ ਮਲਕ ਨੂੰ ਹੁਣ ਮੈਂ ਉਹੀ ਦੱਸਣ ਲੱਗਾ। ਮੈਂ ਉਹੀ ਗੱਲ ਮੇਰੀ ਅਗਰ ਪੂਰੀ ਸੁਣ ਲੋਗੇ ਨਾ, ਸੁਣ ਲਓ ਮੇਰੀ ਪੂਰੀ ਗੱਲ ਸੁਣ ਲੋਗੇ ਤੇ ਮੈਂ ਤੁਹਾਨੂੰ ਦੱਸ ਦਿਆਂਗਾ। ਇਹ ਮਲਕ ਤਲਤ ਸਾਹਿਬ ਦੇ ਜਦੋਂ ਉਹਨਾਂ ਨੇ ਆਖਿਆ ਸੀ ਕਿ ਮੈਂ ਜਮਾਤ ਛੱਡ ਦੇਣੀ ਹੈ, ਠੀਕ ਹੈ, ਮੈਨੂੰ ਕੋਈ ਅਫੀਸ਼ੀਅਲ ਬੰਦਾ ਲਿਆ ਕੇ ਦਿਓ ਜਿਹੜਾ ਮੈਨੂੰ ਇਹ ਗੱਲ ਦੱਸੇ ਕਿ ਮਿਰਜ਼ਾ ਸਾਹਿਬ ਦੇ ਅਕਾਇਦ ਕੀ ਨੇ, ਠੀਕ ਹੈ? ਜਿਹੜੇ ਅੱਜ ਆਉਂਦੇ ਨੇ ਕਿ ਪੂਰੀ ਜਮਾਤੇ ਅਹਿਮਦੀਅਤ ਨੂੰ ਮਿਰਜ਼ਾ ਸਾਹਿਬ ਦੇ ਕਾਇਦਾਂ ਦਾ ਨਹੀਂ ਪਤਾ, ਸਿਰਫ ਮੈਨੂੰ ਪਤਾ ਹੈ। ਇਹ ਸਰਕਾਰੀ ਅਹਿਮਦੀ ਜੀ, ਇਹ ਸਰਕਾਰੀ ਅਹਿਮਦੀ ਨੇ। ਮੈਂ ਉਸ ਟਾਈਮ ਇਹ ਗੱਲ ਆਖੀ ਸੀ ਕਿ ਤੁਹਾਨੂੰ ਕਿਹੜਾ ਸਰਕਾਰੀ ਚਾਹੀਦਾ, ਮੈਂ ਸਰਕਾਰੀ ਹਾਂ, ਮੇਰੇ ਕੋਲ ਲੈ ਲਓ, ਠੀਕ ਹੈ? ਮੈਂ ਹੀ ਸਦਰ ਹਾਂ। ਇਹ ਗੱਲ ਮੈਂ ਉੱਥੇ ਮਜ਼ਾਕਨ ਕੀਤੀ ਸੀ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਇਸ ਮੈਨੂੰ ਹੀ ਲੱਗਦਾ ਸੀ ਪਿਆ ਕਿ ਉਹ ਮਜ਼ਾਕ 'ਚ ਗੱਲ ਕਰ ਰਹੇ ਨਾ, ਤੇ ਮੈਂ ਮਜ਼ਾਕਨ ਕੀਤੀ, ਸਿਰਫ ਇੱਕ ਵਾਰੀ ਕੀਤੀ, ਉਸ ਤੋਂ ਬਾਅਦ ਮੈਂ ਕਦੀ ਮਜ਼ਾਕ ਕੀਤਾ ਵੀ ਨਹੀਂ, ਠੀਕ ਹੈ? ਉਸ ਗੱਲ ਨੂੰ ਲੈ ਕੇ ਤੇ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਆ ਗਈ ਹੈ ਕਿ ਸ਼ਾਇਦ ਮੈਂ, ਦੇਖੋ ਗੱਲ ਤੇ ਇਹ ਸੱਚੀ ਨਹੀਂ, ਇਸ ਵਜ੍ਹਾ ਤੋਂ ਮੈਂ ਵੈਸੇ ਤੇ ਗਲਤਫਹਿਮੀ ਫੈਲੀ ਵੀ ਰਹਿੰਦੀ ਤੇ ਕੋਈ ਮਸਲਾ ਨਹੀਂ ਸੀ, ਲੇਕਿਨ ਫਿਰ ਵੀ ਮੈਂ ਕਹਿੰਦਾ ਕਿ ਨਹੀਂ, ਮੈਨੂੰ ਵੀ ਅੱਛਾ ਨਹੀਂ ਲੱਗਦਾ ਕਿ ਜਿਹੜਾ ਉਹਦਾ ਮੇਰੇ ਕੋਲ ਨਹੀਂ ਹੈ ਤੇ ਲੋਕ ਬਾਰ-ਬਾਰ ਮੈਨੂੰ ਉਸ ਅਹੁਦੇ ਦੇ ਨਾਲ ਬੁਲਾਉਂਦੇ ਨੇ, ਤੇ ਅੱਛਾ ਨਹੀਂ ਲੱਗਦਾ। ਅੱਲਾਹ ਤਾਲਾ ਕਹਿ ਲਓ ਕਿ ਤੌਫੀਕ ਦੇਵੇ ਤੇ ਆਉਣ ਵਾਲੇ ਵਕਤ 'ਚ ਅਗਰ ਬਣ ਵੀ ਜਾਈਏ ਤਾਂ ਕੋਈ ਮਸਲਾ ਨਹੀਂ, ਲੇਕਿਨ ਫਿਲਹਾਲ ਨਹੀਂ ਆ। ਇਹ ਬੜਾ ਮਿਹਰਬਾਨੀ ਕਨਫਰਮ ਕਰ ਲਓ ਤੁਸੀਂ ਵੀ, ਤੇ ਬਰਾਏ ਮਿਹਰਬਾਨੀ ਅੱਗੋਂ ਨਾ ਮੈਨੂੰ ਪੁੱਛਿਓ ਕਿ ਮੋਹਰ ਹੈ ਕਿ ਨਹੀਂ ਹੈ, ਤੇ ਮੇਰੇ ਕੋਲ ਮੋਹਰ ਨਹੀਂ ਹੈ। ਮੋਹਰ ਦਾ ਵੀ ਕਿਹਾ ਸੀ, ਸਦਰ ਦਾ ਵੀ ਕਿਹਾ ਸੀ। ਹਾਂ ਨਹੀਂ ਸਦਰ ਦਾ ਇੱਕ ਅਲਫਾਜ਼ ਕਹੇ ਸਨ, ਮੋਹਰ ਦੇ ਉਸ ਬੰਦੇ ਤੇ ਕਹੇ ਸਨ ਜਿਹੜੇ ਬੰਦੇ ਨੇ ਆ ਕੇ ਫਿਰ ਗਵਾਹੀ ਦਿੱਤੀ ਸੀ ਨਾ, ਠੀਕ ਹੈ? ਉਹ ਮੇਰੇ ਦੋਸਤ ਨੇ। ਮੋਹਰ ਕਾਦੀ ਚਾਹੀਦੀ ਹੈ? ਮੋਹਰ ਕਾਦੀ ਚਾਹੀਦੀ? ਸੌਰੀ ਮੈਂ ਉਹ ਮਾਸਟਰ ਸਾਹਿਬ ਉਹ ਆਂਦੇ ਸਨ ਪਏ ਉਦੋਂ, ਮਲਕ ਤੱਲਾ ਸਾਹਿਬ ਅੱਜ ਤੋਂ 1.5 ਸਾਲ ਪਹਿਲਾਂ ਦੀ ਗੱਲ ਹੈ, ਆਂਦੇ ਸਨ ਕਿ ਮੈਂ ਜਮਾਤ ਛੱਡ ਜਾਣੀ ਹੈ ਅਗਰ ਮੈਨੂੰ ਜਮਾਤ ਦੇ ਕੋਈ ਅਫੀਸ਼ੀਅਲ ਬੰਦੇ ਸਦਰ ਨੇ ਆ ਕੇ ਇਹ ਗੱਲ ਨਾ ਕਹੀ ਕਿ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ अलैहिस्सलाम ਦਾ ਉਮਤੀ ਨਬੀ ਹੋਣ ਦਾ ਦਾਅਵਾ ਹੈ। ਉਹਨੂੰ ਕਹੋ ਕਿ ਕੋਈ ਕਵੇ ਨਾ ਕਵੇ ਤੂੰ ਜਮਾਤ ਜ਼ਰੂਰ ਛੱਡ ਦੇ ਯਾਰ। ਉਦੋਂ ਕਿਉਂਕਿ ਮੈਨੂੰ ਐਸੀ ਸ਼ੁਗਲ ਚ ਕਹਿ ਰਹੇ ਨੇ ਤੇ ਮੈਂ ਵੀ ਅੱਗੋਂ ਸ਼ੁਗਲ ਲਾ ਰਿਹਾ, ਮੈਂ ਕਿਹਾ ਮੈਂ ਹੀ ਸਦਰ, ਮੈਨੂੰ ਮੇਰੇ ਕੋਲ ਲੈ ਲਓ, ਦੱਸੋ। ਜਿਹੜੇ ਇਹੋ ਜਿਹੇ ਸ਼ਰਤਾਂ ਲਾਉਂਦੇ ਨੇ, ਉਹਨਾਂ ਕੋਲ ਤੈਨੂੰ ਕਿਸੇ ਨੇ ਫੜ ਕੇ ਬੰਨੇ ਜਾਂ ਸਾਡੇ ਚੋਂ ਕਿਸੇ ਨੂੰ ਵੀ
ਜਦੋਂ ਮਰਜ਼ੀ ਜਾਓ ਛੱਡੋ ਨਹੀਂ ਉਹ ਫਿਰ ਹੁਣ ਠੀਕ ਹੋ ਗਏ ਨੇ ਹੁਣ 1 ਪੁਆਇੰਟ ਤਾਂ ਦੀ ਜਾਣ ਦੀ ਬਜਾਏ ਨਾ ਉਹ 7 ਪੁਆਇੰਟ ਤਾਂ ਨੂੰ ਤੁਰ ਗਏ ਨੇ ਠੀਕ ਅੱਛਾ ਹੈ ਇਮਤਿਆਜ਼ ਸਾਹਿਬ ਹਾਂ ਲੇਕਿਨ ਇਹ ਗੱਲ ਕਨਫਰਮ ਹੈ ਤੇ ਥੱਲੇ ਵੀ ਲੋਕ ਉਹ ਜਿਹੜੇ ਨੇ ਆਪਣੇ ਤੁਹਾਡੇ ਮੁਹੰਮਦ ਕੀ ਨਾਮ ਸੀ ਉਹਨਾਂ ਦਾ ਕੋਈ ਆਪਣਾ ਅਵੈਸ ਸਾਹਿਬ ਜਾਂ ਜਿਹਦੇ ਲੋਕ ਜਿਹੜੇ ਨਾ ਬਾਰ-ਬਾਰ ਅਟੈਕ ਕਰ ਰਹੇ ਸਨ ਤੇ ਉਹ ਮੈਂ ਸਿੱਧਾ ਦੱਸ ਦਿਆਂ ਕਿ ਬਈ ਇਹੋ ਜੀ ਕੋਈ ਗੱਲ ਨਹੀਂ 70-80 ਬੰਦੇ ਸੁਣਦੇ ਨੇ ਪਏ ਨਾ ਮੈਂ ਕਿਸੇ ਜਮਾਤ ਦਾ ਸੱਦਰ ਆ ਪਿਛਲੇ ਦਿਨਾਂ 'ਚ ਇੱਕ ਗੱਲ ਹੋਈ ਹੈ ਨਾ ਇਸ ਤਰ੍ਹਾਂ ਦੀ ਮੈਂ ਹੁਣ ਉਹ ਗਲਤਫਹਿਮੀ ਦੂਰ ਨਹੀਂ ਨਾ ਕਰਦਾ ਮਸਲਾ ਇਹ ਵੇ ਗਲਤਫਹਿਮੀ ਲੱਗੀ ਰਵੇ ਕਿਉਂਕਿ ਇਹ ਗਲਤਫਹਿਮੀ ਮੈਨੂੰ ਵੀ ਥੋੜਾ ਮਹਿਸੂਸ ਹੋਣ ਲੱਗ ਪਿਆ ਕਿ ਯਾਰ ਇੱਕ ਅੱਲਾਹ ਤਾਲਾ ਨੇ ਇਸ ਅਹੁਦੇ ਤੋਂ ਨਵਾਜ਼ਿਆ ਨਹੀਂ ਹੈ ਇਹ ਤੱਕ ਤੇ ਲੋਕੀ ਕਹੀ ਜਾਂਦੇ ਨੇ ਤੇ ਅੱਛਾ ਮੈਂ ਸਿਰਫ ਤੇ ਨਾ ਹੋਏ ਮੈਂ ਟਿਕਟਾਕ ਦਾ ਹੀ ਸਿਰਫ ਸਦਰ ਬਣ ਕੇ ਰਹੀ ਹਾਂ ਉਹ ਇੰਜ ਬਣ ਜਾਂਦਾ ਬੰਦਾ ਜਿਸ ਵੇ ਬੰਦਾ ਲੋਕੀ ਆਖਣ ਲਾ ਪਵਣ ਨਾ ਹਾਂ ਅੱਲਾਹ ਤਾਲਾ ਨਵਾਜ਼ ਦਿੰਦਾ ਇਮਤਿਆਜ਼ ਭਾਈ नहीं वो सदर बनना केड़ी बड़ी गल है वो तो अल्लाह ताला की रिस्पॉन्सिबिलिटी है बहुत बड़ी कोई भी शौक से नहीं बनना चाहता हम में से किसी की भी ये डिजायर नहीं होती और हमारी तालीम भी है हमारे कभी भी ओहदे की ख्वाहिश मत करो हमें ये कहा गया है सर साहब ये काजमी साहब को ऊपर ले लें अगर आप मौजूद हैं तो। क्योंकि ये एक बहुत ਬਾਸੀ ਸਾਹਿਬ बड़ी ਇੱਕ ਹੋਰ ਗੱਲ ਵੀ ਇਹ ਕਿ ਕੋਈ ਹੈ ਖੁਦ ਆਪਣਾ moderator ਨਾਮ यहाँ पे? ਪੇਸ਼ ਨਹੀਂ ਕਰ ਸਕਦੇ ਹੈ ਨਾ ਬਾਸੀ ਸਾਹਿਬ अच्छा मैं क्या नहीं वो गल नहीं क्लियर हो गई अपना है ना कि कि दिमाग साडे खराब है अगर नज़दीक- ओहदे की ख्वाहिश ही नहीं है तो नाम हाँ। कैसे आप पेश कर सकते हो कभी हाँ भी नहीं होता ये नाम वसीम भाई हमेशा आप कोई और बंदा मॉडरेटर हैं पेश तो करता काजमी है साहब कह रहे हैं ऊपर ले लें प्लीज काजमी साहब को ले लो इम्तियाज भाई इम्तियाज भाई हाँ जी हाँ जी मेरा एक जिमनी सवाल ले रहे हैं भाई वो ये जिमनी है कि सवाल अभी ते ये- तां होने ने पहला वो ते क्लियर हो जाना अभी जेड़ा मुद्दा शहजाद मौलवी नाम साहब और ने पहले बात यार कर लामा साहब के सवाल क्लियर कर लो यारा अच्छा, वो वो तो ये कर था- लो, देखो ए बहुत इम्तियाज भाई। जरूरी है ਉੱਥੇ ਦੇ ਉੱਥੇ ਹੀ ਖਲੋਤੇ ਆ हाँ, ਐਨੀ और बात ਗੱਲ भाई ਪੁੱਛ उन्होंने उसमें फिर गलत कहना कर मैं लेंगे फिर ना। ना ही समझा मैं मैं फिर ਕਾਸਮ समझा। ਸਾਹਿਬ इम्तियाज भाई ਮੈਂ गलत ਤੁਹਾਨੂੰ ਇੱਕ कर ਗੱਲ लेंगे ਦੱਸਾਂ ना, ਸੁਣ ਲਓ ਮੇਰੀ ਗੱਲ ਸੁਣ ਲਓ ਪਹਿਲਾਂ ਤੁਹਾਡੇ ਸਵਾਲ ਤੋਂ ਪਹਿਲਾਂ ਜਿਸ ਟਾਈਮ ਇਹ ਮਿਸਟਰ ਬੰਬਾਸਟਿਕ ਸਾਹਿਬ ਇੱਥੇ ਬੈਠੇ ਹੋ ਨਾ ਸਾਰੇ ਅਹਿਮਦੀਨ ਇਹ ਚਾਹੀਦਾ ਜਿੰਨੇ ਕੋਈ ਇੱਥੇ ਹੁੰਦੇ ਨੇ ਉਹਨਾਂ ਨੂੰ ਹੀ ਬਾਕੀ ਬਹੁਤ ਸਮਝਦਾਰ ਹਾਜ਼ਰ ਦਿਮਾਗ ਇਹਨਾਂ ਤੋਂ ਵੱਧ ਵੀ ਹੈ ਨੇ ਲੇਕਿਨ ਜਿੰਨੇ ਕੋ ਲੋਕ ਅਸੀਂ ਇੱਥੇ ਸਾਨੀ ਸਾਹਿਬ ਦੀ ਬਰਾੜ ਤੇ ਡੇਰੇ ਲਾਉਂਦੇ ਆ ਨਾ ਸਾਡੇ ਸਾਰਿਆਂ ਨਾਲੋਂ ਕਮ ਅਜ਼ ਕਮ ਇਹ ਬੰਦਾ ਇਹਨਾਂ ਨੂੰ ਸਹੀ ਟਰੀਟ ਕਰਦਾ ਮੈਂ ਤੇ ਕਮ ਅਜ਼ ਕਮ ਯਾਰ ਨਹੀਂ ਮੈਂ ਤੇ ਕਮ ਅਜ਼ ਕਮ ਇਹ ਚਾਹਨਾ ਵਾਂ ਕਿ ਆਪ ਪਿੱਛੇ ਰਹਿ ਕੇ ਤੇ ਬੰਬਾਸਟਿਕ ਸਾਹਿਬ ਨੂੰ ਅੱਗੇ ਜਵਾਬ ਦੇਣ ਦਿਆਂ ਕਿਉਂਕਿ ਇਹ ਬਿਹਤਰ ਡੀਲ ਕਰ ਲੈਂਦੇ ਨੇ ਤੇ ਦੂਜੇ ਨੰਬਰ ਤੇ ਵਾਟਰ ਪੇ ਆਂਦੇ ਸੀ ਜੇ ਝੰਡਾ ਇਹਨਾਂ ਦੇ ਹੱਥ ਚੋਂ ਡਿੱਗਾ ਤੇ ਫਿਰ ਉਹ ਫੜ ਲੈਣ ਥਾਮ मैं जो ਨਹੀਂ ਉਹ सवाल ਅੱਗੋਂ कर ਫਿਰ लवा ਜਦੋਂ तो ਡਿੱਗ बाकी ਗਏ ਤੇ सब ਫਿਰ जारी ਜਿਹੜਾ रखो। ਮਰਜ਼ੀ ਫੜ ਲੈ ਲੇਕਿਨ आमिर भाई फिर ਇਹ ਗੱਲ ਤੈਅ ਹੋਇਆ ਨਾ ਦੂਜੇ ਨੰਬਰ ਤੇ ਵਾਟਰ इम्तियाज भाई ਆਏਗਾ ਝੰਡਾ ਥਾਮ ਲੈ ਹਾਂਜੀ ਹਾਂਜੀ आमिर साहब ਅਸੀਂ हैं बदर ਦੇ 313 ਥੋੜੇ ਜਿੰਨੇ ਇੱਕ ਝੰਡਾ ਡਿੱਗਾ ਉਹਨੇ ਫੜ ਲਿਆ ਉਹਦੇ ਹੱਥ ਕੱਟੇ ਗਏ ਮੂੰਹ ਨਾਲ ਫੜ ਲਿਆ ਹੁਣ ਕੀ ਕਰੀਏ ਫਿਰ ਜਦੋਂ ਰੱਬ ਸਾਨੂੰ ਜ਼ਿਆਦਾ ਕਰ ਦੇਗਾ ਤੇ ਫਿਰ ਕੋਈ ਮਸਲੇ ਕੋਈ ਨਹੀਂ ਹੋਗਾ ਚੋਇਸ ਦਾ ਜਿਹੜੇ ਬਦਰ ਦੇ 313 ਸਨ ਉਹ ਖਲੋਤੇ ਰਹੇ ਸਨ ਜਿਹੜੇ ਤੁਹਾਡੇ ਮਿਰਜ਼ਾ ਸਾਹਿਬ ਨੇ 313 ਦੀ ਲਿਸਟ ਬਣਾਈ ਸੀ ਨਾ ਜਾਮੇ ਆਤਮ ਚ ਹਾਂਜੀ ਉਹਨਾਂ ਚ ਕਈਆਂ ਨੇ ਮਿਰਜ਼ਾ ਸਾਹਿਬ ਦੇ ਉੱਤੇ ਉਹ ਲਫ਼ਜ਼ ਬੋਲ ਦਿੱਤੇ ਸਨ ਜਿਹੜੇ ਮੈਂ ਬੋਲਾਂਗਾ ਤੇ ਤੁਹਾਨੂੰ ਬੁਰਾ ਲੱਗੇਗਾ ਚਲੋ ਖੈਰ ਹੈ, ਕੋਈ ਗੱਲ ਨਹੀਂ ਆਪਣਾ ਉਹ ਜਿਹੜਾ ਸੁਲਹ ਹੁदैबिया ਤੋਂ ਬਾਅਦ ਵੀ ਕਈ ਬੋਲ ਕੇ ਮੁੜ ਗਏ ਸਨ ਕਿ ਜਦੋਂ ਹੱਜ ਨਹੀਂ ਹੋਇਆ ਸੀ ਖੈਰ ਕੋਈ ਸੁਲਹ ਗੱਲ ਹੁदैबिया ਤੋਂ ਬਾਅਦ ਜਿਨ੍ਹਾਂ ਨੇ ਝੂਠ ਬੋਲਿਆ ਨਾ ਉਹਨਾਂ ਤੇ ਅੱਲਾ ਦੀ ਲਾਨਤ ਹੁੰਦੀ ਹੈ ਕਿਉਂਕਿ ਲਾਨਤ ਅੱਲਾਹ ਅਲ ਕਾਜ਼ਿਬੀਨ ਕੁਰਾਨ ਚ ਆਇਆ ਹੈ ਚਲੋ ਮਿਰਜ਼ਾ ਸਾਹਿਬ ਨੇ ਉਹਨਾਂ ਨੂੰ ਨਵਾਬ ਮੁਹੰਮਦ ਖਾਨ ਆਫ ਮਲੇਰकोटला ਨੂੰ ਇਹ ਗੱਲ ਲਿਖੀ ਹੈ कि तफसीर इब्ने कसीर में हुदैबिया के किस्से में लिखा हुआ है कि कई सच्चे लोग मुर्ताद हो गए थे ਤੇ ਮੈਂ ਉਹਦੇ ਤੇ 500 ਯੂਰੋ ਇਨਾਮ ਰੱਖਿਆ ਤੇ ਉਹ ਯਾਰਾ ਨਾ ਯੂਰੋ ਸੇ ਗਰੀਬ ਲੋਕ ਆ ਭਾਈ ਹੁਣ ਤੂੰ ਦੁੱਧ ਦਾ ਟਰੱਕ ਚਲਾਉਂਦਾ ਅੱਛਾ ਤਫਸੀਰ ਇਮਾਮ ਇਬਨ ਸਾਹਿਬ ਕਸੀਰ ਕਹਿੰਦੇ ਨੇ ਉਹ ਨਪੈਦ ਹੋ ਗਈ ਹੈ ਨਾ ਨਪੈਦ ਹੋ ਗਈ ਜਿਹੜੀ ਜਿਹਦੇ ਨਪੈਦ ਹੋ ਗਈ ਗੱਲ तो सर कही है ਇਲਾਮਾ ਸਾਹਿਬ ਮੈਂ ਵਾਪਸ ਆ ਗਿਆ ਮੇਰਾ ਨਾ ਇਸ ਟਾਈਮ ਬਿਜ਼ੀ ਟਾਈਮ ਹੁੰਦਾ ਹੈ ਕੰਮ ਉੱਤੇ ਹਾਂ ਤੁਸੀਂ ਮੈਂ ਕਿਹਾ ਜਿਸ ਟਾਈਮ ਜਿਹੜੀ ਗੱਲ ਫਾਰਗ ਹੋਣਾ ਤੁਸੀਂ ਮੈਂ ਉਸੇ ਟਾਈਮ ਮਾਈਕ ਖੋਲ ਲੈਣਾ ਜੀ ਹੁਸੈਨੀ ਸਾਹਿਬ ਕਰੋ ਗੱਲ 313 ਸਵਾਬਾ ਦੇ ਮੁਤਲਕ ਕੀ ਹੈ ਜਿਹੜੇ ਬਦਰੀ ਸਵਾਬਾ ਨੇ ਇਹਨਾਂ ਵਿੱਚੋਂ ਕੋਈ ਮੁਰਤਦ ਹੋਇਆ ਹੈ ਅਲਾਮਾ ਸਾਹਿਬ ਹੈ ਕੋਈ ਐਸੀ ਗੱਲ आवाज आई है अलामा साहब ਮਾਜ਼ਰਤ ਮੈਂ ਨਾ ਉਹ ਬੰਦ ਕੀਤਾ ਸਮਾਇਕ ਮੈਂ ਪਿਆ ਕਹਿਣਾ ਨਬੀ ਪਾਕ ਦਾ ਕੋਈ ਵੀ ਸਾਹਬੀ ਮੁਰਤਦ ਨਹੀਂ ਹੋਇਆ ठीक हो गया ਹੁਣ 313 ਜਿਹੜੇ ਅੰਜਾਮੇ वो जो कातबे वही था वो स्वामी नहीं था वो जो कातबे वही था दो फर्क ने बंबास्टिक साहब ਅਸੀਂ ਜਿਹੜੀ ਗੱਲ ਕਰ ਰਹੇ ਹਾਂ
313 ਦੀ 313 ਉਹ ਦੇ ਨਹੀਂ ਨਾਲ ਨਹੀਂ ਇਹ ਜਿਹੜੀ ਲਾਮਾ ਸਾਹਿਬ ਨੇ ਜਲੇਬੀ ਹੁਣੇ ਬਣਾਈ ਹੈ ਲਾਮਾ ਕਿ ਸਾਹਿਬ ਆਖੇ ਕੋਈ ਵੀ ਨਹੀਂ, ਲਾਮਾ ਸਾਹਿਬ ਆਖੇ ਕੋਈ ਕੋਈ ਨਹੀਂ ਵੀ ਸੀ ਸਾਹਬਾ ਜਿਹੜਾ ਨਹੀਂ ਫਿਰਿਆ। ਇਹਨਾਂ ਨੇ ਜਿਹੜੀ ਹੁਣੇ ਜਲੇਬੀ ਬਣਾਈ ਹੈ, ਇਹਨਾਂ ਨੂੰ ਪੁੱਛੋ ਕਿ ਜਿਹੜਾ ਕਾਤਬੇ ਵਹੀ ਸੀ, ਜਿਹੜਾ ਕਹਿੰਦਾ ਸੀ ਕਿ ਇਹ ਵੀ ਕੋਈ ਵੱਡਾ ਕਲਾਮ ਹੈ ਤਾਂ ਮੈਂ ਵੀ ਲਿਖ ਸਕਣਾ, ਤੇ ਉਹ ਕੌਣ ਸੀ? ਇੱਕ ਮਿੰਟ ਖਲੋ ਜਾਓ, ਇੱਕ ਮਿੰਟ ਯਾਰ ਖਲੋ ਜਾਓ। ਮੈਂ ਨਾ ਹੁਸੈਨੀ ਸਾਹਿਬ ਨਾਲ ਗੱਲ ਕਰ ਲੈਣ ਦਿਓ। ਕੀਤਾ ਸੀ ਤੇ ਕੱਪੜੇ ਪਾ ਬਦਲਦਾ ਸੀ। ਇੱਕ ਮਿੰਟ ਖਲੋ ਜਾਓ, ਇੱਕ ਮਿੰਟ। ਜੀ ਹੁਣ ਨਾ ਬੰਬਾਸਟਿਕ ਸਾਹਿਬ ਤੁਸੀਂ ਵੀ ਮਾਈਕ ਨਹੀਂ ਪਟਣਾ ਤੇ ਮੈਂ ਵੀ ਨਹੀਂ ਪਟਣਾ, ਹੁਣ ਹੁਸੈਨੀ ਸਾਹਿਬ ਕਨਫਰਮ ਕਰਦੇ ਨੇ। ਜੀ ਆਏ ਹੋ, ਸੁਣ ਰਹੇ ਹੋ ਨਾ? ਚੇਂਜ ਕਰਕੇ ਆ ਰਹੇ ਨੇ ਹੁਸੈਨੀ ਸਾਹਿਬ। ਅੱਛਾ ਅੱਛਾ ਠੀਕ। ਹਾਂਜੀ ਅੱਜ ਨਵਾਂ ਕੱਛਾ ਖਰੀਦਿਆ ਕੈਲਵਨ ਕਲਾਈਨ ਦਾ, ਉਹ ਪਾ ਕੇ ਆਏ ਨੇ। ਲਓ ਜੀ, ਜੀ ਹੁਸੈਨੀ ਸਾਹਿਬ ਬੜਾ ਵੱਡਾ ਮੇਰੇ ਤੇ ਕੇਸ ਬਣ ਗਿਆ ਜੀ ਤੇ ਮੈਨੂੰ ਵੱਡੀ ਸਕਰੀਨ ਤੇ ਕਰਿਓ, ਨਹੀਂ ਤੇ ਮੈਂ ਫਾਇਲ ਲੱਗ ਜਾਣਾ। ਸਿੱਧਾ ਪਰਚਾ ਨਾ ਜੀ ਹੁਣ ਤੇ। ਰਾਤ ਤੁਸੀਂ ਪਰਚੇ ਲੋਕਾਂ ਦੇ ਕਰਾਉਂਦੇ ਹੋ, ਤੁਹਾਡੇ ਤੇ ਕੌਣ ਕਰਾਦਾ? ਤੁਹਾਡੇ ਵਾਸਤੇ ਤੇ ਮਾਫੀਆਂ ਹੀ ਮਾਫੀਆਂ ਨੇ। ਮੈਨੂੰ ਟੀਚਰ ਲਾ ਲਓ ਉੱਤੇ ਜੈਮੀਆ ਚ ਮਲਫੂਜ਼ਾਤ जिल्द अव्वल है। ये पढ़ियो जरा। अब देखो कि इन सफ़ात इलाहिया सफ़ात अरबा का अमली नमूना सहाबा में कैसा दिखाया गया। जब रसूलुल्लाह सल्लल्लाहु अलैहि वसल्लम पैदा हुए तो मक्का के लोग ऐसे थे जैसे बच्चा दूध पीने का मोहताज होता है, गोया रुबूबियत के मोहताज थे, वैशी और दरिंदों की सी ज़िंदगी बसर करते थे। हज़रत सल्लल्लाहु अलैहि वसल्लम ने माँ की तरह दूध पिलाकर उनकी परवरिश की, फिर रहमानियत का परतो किया, वो सामान देते कि जिनमें कोशिश को कोई दखल ना था। कुरान करीम जैसी नेमत और रसूल करीम जैसा नमूना अता फरमाया, फिर रहीमियत का ज़हूर भी दिखलाया कि जो कोशिशें की उन पर नतीजे मरतब किए, उनके ईमानों को कबूल फरमाया और नसारा की तरह जलालत में ना पड़ने दिया, बल्कि साबित कदमी और इस्तकलाल अता फरमाया। कोशिश में ये बरकत होती है कि खुदा साबित कदम कर देता है। रसूल करीम सल्लल्लाहु अलैहि वसल्लम के सहाबा में कोई मुर्तद ना हुआ। दूसरे नबियों के अहबाब में हजारों होते थे। पट्टो माइक होने को आखो भैया मिर्जा साहब ने गलत गल लिखी है। ओहो, तो सुहाबा वो थे ना जो सिंसियर सुहाबा थे, उनमें से तो कोई ना हुआ। जो रोज आते थे रोज जाते थे, मुनाफिकीन वो तो रोज ही आते जाते थे। उनको अभी सुहाबा की तारीफ तो पहले बताओ ना, कि वो जो डेडिकेटेड लोग थे, हजरत अबू बकर सिद्दीक, उमर और वो तो बेशक वो तो डेडिकेटेड थे, लेकिन जो ऊपर से सुहाबा बने हुए थे कि हाँ सुहाबा की तारीफ तो वही है ना कि जिन्होंने रसूलुल्लाह का वक्त पाया आपके मुताबिक। ਬੰਬਾਸਟਿਕ ਸਾਹਿਬ ਇੱਕ ਕਲਾਸਿਕ ਐਗਜ਼ਾਮਪਲ ਹੈ ਕਿ ਕਿਸ ਤਰ੍ਹਾਂ ਲੇਕਿਨ ਦਾ ਕੋਈ ਸਹਾਬਾ ਮੁਰਤਦ ਨਾ ਹੋਇਆ। ਇਹ ਕਿਵੇਂ ਤਾਰੀਰਾਂ ਪੇਸ਼ ਕਰਦੇ ਨੇ, ਇਹ ਜੇ ਕਲਾਸਿਕ ਐਗਜ਼ਾਮਪਲ ਕਿਵੇਂ यार हजरत मसीह मौत का भी कोई भी सुनो ना, अगर बात गल तो सुनो ना बाबे, गल तो सुनो ना। जैसे मसीह मौद का भी कोई सहाबी भी मुर्तद नहीं हुआ। अगर आप कहें कि डॉक्टर पटियालवी सहाबी था, नहीं हम नहीं मानते, वो मुर्तद हो गया। वो तो शुरू से ही एक गलत आदमी था, उसकी तो शुरू से नीयत खराब थी, तो उसको इसी तरह ही जो कातबे वही था वो शुरू उसके दिमाग में थी गल। मैं मिर्जा साहब दी फिलहाल गल नहीं पे करदा। नबी इस्लाम दा कोई सहाबी ਦੇ ਮੁਤਾਬਕ ਇਹ ਉਸੇ ਡੈਫੀਨੇਸ਼ਨ ਦੇ ਮੁਤਾਬਕ ਹੀ ਬੰਬਾਸਟਿਕ ਸਾਹਿਬ ਗੱਲ ਕਰ ਰਹੇ ਨੇ। ਇਹ ਮੈਂ ਕਿਹਾ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦਾ ਕੋਈ ਸਹਾਬੀ ਮੁਰਤਦ ਨਹੀਂ ਹੋਇਆ। ਗੱਲ ਠੀਕ ਹੈ ਕਿ ਗਲਤ ਹੈ? ਬਿਲਕੁਲ ਉਹ ਸੇਮ ਐਗਜ਼ੈਕਟਲੀ ਸੇਮ ਬੰਬਾਸਟਿਕ ਸਾਹਿਬ ਗੱਲ इस तरह हजरत मिर्जा साहब ने फरमाया 100%। ਉਹ ਮਿਰਜ਼ਾ ਸਾਹਿਬ ਦੀ ਤਾਂ ਮੈਂ ਗੱਲ ਹੀ ਨਹੀਂ पे करदा। ओ यार जिदी भी गल पे कर दो, मैं करना पिया ना। नबी पाक दा कोई सहाबी मुर्तद नहीं होया। गल ठीक है? नबी पाक सल्लल्लाहु अलैहि वसल्लम के ओ यार अच्छा मौलवी साहब ने गल करो
ਇਹ ਬੰਬਾਸਟਿਕ ਸਾਹਿਬ ਵੀ ਤੇ ਇਹੀ ਗੱਲ ਕਰ ਰਹੇ ਨੇ ਨਾ ਕਿ ਨਾ ਉਹਨਾਂ ਦਾ ਸਾਹਬੀ ਮੁਰਤਦ ਹੋਇਆ ਨਾ ਹੀ ਹਜ਼ਰਤ ਉਹ ਮਸੀਹ ਯਾਰ ਤੁਹਾਡੇ ਮੈਂ ਮਿਰਜ਼ਾ ਸਾਹਿਬ ਦੀ ਅੱਛਾ ਰੋਜ਼ ਆਂਦੇ ਹੋ ਮਿਰਜ਼ਾ ਸਾਹਿਬ ਨੂੰ ਗੱਲ ਸਾਈਡ ਪਾਈ ਤੇ ਹੈ ਕਰੋ। ਤੇ ਡੈਫੀਨੇਸ਼ਨ ਤੁਹਾਡੀ ਹੈ ਤੇ ਡੈਫੀਨੇਸ਼ਨ ਉਹ ਡੈਫੀਨੇਸ਼ਨ ਤੇ ਮੈਂ ਕੀਤੀ ਕੋਈ ਨਹੀਂ। ਇੱਥੇ ਕਿਹੜੀ ਡੈਫੀਨੇਸ਼ਨ ਲਿਖੀ ਅਸੀਂ ਹੈ? ਤੇ ਕਰ ਰਹੇ ਹਾਂ, ਅਸੀਂ ਵੀ ਉਸੇ ਹਿਸਾਬ ਨਾਲ ਜਵਾਬ ਮੇਰੀ ਦੇ ਗੱਲ ਮੇਰੀ ਗੱਲ ਸੁਣੋ। ਤੁਸੀਂ ਇੱਕ ਖੁਦ ਡੈਫੀਨੇਸ਼ਨ ਆਪ ਕੋਲੋਂ ਜੋ ਮਰਜ਼ੀ ਕਰੋ। मैं सिर्फ ऐनी गाल ही आखी है रसूल करीम सल्लल्लाहु अलैहि वसल्लम के सहाबा में कोई मुर्ताद ना हुआ। तुसी मेरे गल पै गए, तुसी मेरे गल पै गए हो। मैं ऐनी गल आखी है कि गल पे पैने अल्लाह माफी दे ते फिर ए हुन मैं ऐनी गल ही दोबारा पे करना रसूल करीम के सहाबा में उन्नी गल। ओ हेलो हेलो ओ भाई साहब बड़ाई साहब रसूल करीम के सहाबा में कोई मुर्ताद नहीं हुआ। गल ठीक है कि गलत है? बिल्कुल सुलह दे लिया ते होए सन ਤੇ ਫਿਰ ਇਹ ਝੂਠ ਨਹੀਂ ਯਾਰ ਜਿਹੜੇ ਸਾਹਬਾ ਸਨ ਇਹਦਾ ਕੀ ਕਰਨਾ ਜੇ? ਉਹ ਭਾਈ ਸਾਹਿਬ ਇਹੀ ਤਾਂ ਅਮਰ ਸਾਹਿਬ ਤੁਹਾਨੂੰ ਗੱਲ ਹੈ ਨਾ, ਤੁਸੀਂ ਇਹੀ ਤੇ ਇਹਦਾ ਕੀ ਕਰਨਾ ਜੇ? ਫਿਰ ਜੇ ਹੁदैबिया ਦੇ ਮੌਕੇ ਦੇ ਲਈ ਸਾਹਬਾ ਹੋਏ ਸਨ ਮੁਰਤਦ, ਇਹ ਕੀ ਹੈ? ਫਿਰ ਨਾ ਹੀ ਸਮਝਾ, ਮੈਂ ਫਿਰ ਨਾ ਹੀ ਸਮਝਾ ਨਾ ਹੀ ਸਮਝਾ ਨਾ ਮੈਂ ਫਿਰ ਨਾ ਹੀ ਸਮਝਾ ਹੁਣ ਇੱਥੇ ਉਹ ਨਾ ਹੀ ਸਮਝ। ਐਸੇ ਕਰਕੇ ਤਾਂ ਮਿਰਜ਼ਾ ਸਾਹਿਬ ਨੂੰ ਤੁਸੀਂ ਗਾਲਾਂ ਕਰਦੇ ਹੋ, ਬਹੁਤ ਵੱਡੇ ਆਸ਼ਿਕ ਸਨ ਰਸੂਲ ਅੱਲਾਹ ਦੇ। ਐਸੇ ਕਰਕੇ ਤਾਂ ਉਹਨਾਂ ਨੂੰ ਆ ਗਾਲਾਂ ਪਈਆਂ ਨੇ ਕਿ ਕਿਉਂ ਇਹੋ ਜਿਹੀ ਗੱਲਾਂ ਲਈਆਂ ਨੇ। ਉਹਨਾਂ ਨੂੰ ਲਿਖਣਾ ਚਾਹੀਦਾ ਸੀ ਕਿ ਸਹਾਬਾ ਜਿਹੜੇ ਸਨ ਪਖਾਨਾ ਖਾਂਦੇ ਸਨ, ਪਿਸ਼ਾਬ ਪੀਂਦੇ ਸਨ, ਰਸੂਲ ਅੱਲਾਹ ਨੂੰ ਬਹੁਤ ਜ਼ਿਆਦਾ ਆਪਣਾ ਸ਼ਹਵਤ ਆਂਦੀ ਸੀ ਤੇ ਉਹਨਾਂ ਨੇ ਰੋਜ਼ ਵਿਆਹ ਕਰਦੇ ਸਨ। ਇਹ ਲਿਖਦੇ ਤੇ ਉਹਨਾਂ ਨੂੰ ਗਾਲਾਂ ਨਹੀਂ ਪੈਣੀਆਂ ਚਾਹੀਦੀਆਂ ਸਨ। ਮੈਂ ਪਿਆ ਨਾ ਚੀਕਾਂ ਨਹੀਂ ਮਾਰਦੀਆਂ। ਹੁਣ ਜਿੰਨਾ ਸਵਾਲ ਹੋਇਆ ਨਾ ਉਹਦਾ ਜਵਾਬ ਦੇਣਾ ਹੈ। भाई नबी पाक सल्लल्लाहु अलैहि वसल्लम दा कोई सहाबी मुर्तद नहीं सी। गल ठीक है कि गलत है? इस तारीख के मुताबिक तो ही कोई नहीं होया। तहरीर के मुताबिक जो है वो ठीक है और जिस स्पिरिट में लिखा हुआ है वो है। अभी ये होता है कि ये मल्टीपल क्वेश्चन बना देते हैं उसको पढ़ के। स्पिरिट कोई नहीं है। अच्छा चलो ठीक है यार, तू जीत गया यार। लिखा गया सुन ले, जिस लिहाज से लिखा गया वो मेरा ख्याल है ओ यार इस बंदे को एक्सप्लेन करने की जरूरत नहीं है, वो फुद्दू लगाता है। उसका काम है कि वो जो नीचे उसके क्वाली करने वाले हैं ना, उनमें अलामा बनने का शौक है कि देखो मैं फाड़ लिया है, देखो लफ्ज है कि नहीं है, उनजुरना है कि है। तो उस बंदे के साथ कोई है, उसे कोई यार तू जितया सी हारे बस सिंपल। ਇਹਦੇ ਚ ਇੱਕ ਮਿੰਟ ਅਲਾਮਾ ਸਾਹਿਬ ਠਹਿਰ। ਇਹਦੇ ਚ ਕੋਈ ਜਿੱਤ ਹਾਰ ਦੀ ਤੇ ਗੱਲ ਹੀ ਨਹੀਂ। ਉਹ ਮਿੱਤਰ ਸਾਹਿਬ ਦੀ ਤਾਰੀਫ ਆਪਣਾ ਤੁਸੀਂ ਵਿੱਚ ਉਹਨੂੰ ਆ ਜਾਂਦੇ ਹੋ ਰੈਸਕਿਊ ਕਰਨ। ਜੀਤਾ ਉਹ ਬੰਦੇ ਦਾ ਮਕਸਦ ਇਹ ਹੈ ਕਿ ਜੀਤਾ ਹਾਰਨਾ। ਸਾਨੀ ਸਾਹਿਬ ਨਹੀਂ ਨਹੀਂ ਅੱਛਾ ਵੇ ਠੀਕ ਹੈ। ਨਹੀਂ ਐਵੇਂ हर बंदे दी अखां च मिट्टी ना पाया करो। नहीं सबसे बड़ी बात ये हुसैनी साहब के अलामा साहब नालों तुहाडी ज्यादा ज़बान तेज चलदी है कि तुसीं भी जा जांदे। तो फिर ऐ भाई ओ वावा चुक है, ओने जमात खत्म कर देनी है इकल्ले ने। ਮੈਨੂੰ ਇੱਕ ਗੱਲ ਤੇ ਕਹਿਣ ਦੀ ਇਜਾਜ਼ਤ ਦਿਓ। ਹੁਸੈਨੀ ਸਾਹਿਬ ਤੁਸੀਂ ਉਹਨਾਂ ਦੀ ਗੱਲ ਤੋਂ ਗਲਤ ਮਤਲਬ ਬਣਾ ਰਹੇ ਹੋ। ਤੁਸੀਂ ਠਹਿਰ ਜਾਓ, ਮੈਨੂੰ ਬੰਬਾਸਟਿਕ ਸਾਹਿਬ ਨਾਲ ਹੀ ਗੱਲ ਕਰਨ ਦਿਓ। ਤੁਸੀਂ ਜ਼ਰਾ ਸਬਰ ਕਰ ਲਓ। ਇਹ ਠੀਕ ਹੈ ਕਿ ਮੈਂ ਤੁਹਾਨੂੰ ਬਹੁਤ ਹੀ ਨਾਜਾਇਜ਼ ਗੱਲ ਕਹਿ ਰਿਹਾ, ਲੇਕਿਨ ਮੇਰੀ ਦਰਖਾਸਤ ਹੈ ਕਿ ਮੈਨੂੰ 1 ਮਿੰਟ ਦਾ ਵਕਤ ਦਿਓ ਕਿ ਮੈਂ ਬੰਬਾਸਟਰ ਸਾਹਿਬ ਮੈਂ ਇੱਕ ਗੱਲ ਕਰ ਸਕਦਾ ਤੁਹਾਡੇ ਨਾਲ? ਕਰੋ। ਮੈਂ ਕਿਹਾ ਅਗਰ ਕੋਈ ਮਿਰਜ਼ਾ ਸਾਹਿਬ ਦੀ ਤਾਰੀਫ ਕਰੇ ਕਿ ਮਿਰਜ਼ਾ ਸਾਹਿਬ ਨੇ ਬਹੁਤ ਅੱਛੀਆਂ ਗੱਲਾਂ ਲਿਖੀਆਂ ਨੇ ਔਰ ਉਹਨਾਂ ਨੇ ਇਹ ਲਿਖਿਆ ਕਿ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦਾ ਕੋਈ ਸਵਾਬੀ ਮੁਰਤਦ ਨਹੀਂ ਹੋਇਆ। ਤੇ ਇਹ ਹੁਸੈਨੀ ਸਾਹਿਬ जरा तारीफ वो करे ते सही, उन्हें हुनी और चोवी नेगेटिविटी को काट लेनी है दोबारा बल्कि उन्हें कहना कि झूठ बोले आहो हैगा सी मुर्तद। और जो मिर्जा साहब ने कहा है ना ओदा उन्हें काउंटर कट ले आना है। उन्हें पहले यह कहना कि है सी कि नहीं है सी। ए देखो मिर्जा साहब ने झूठ बोले, 2 बंदे मुर्तद होए सन। लो और चुप हो गन्ने बह के छड्डो पर सानू तारीफा नहीं चाहिए मिर्जा साहब की। हमने देखे आपकी या लामा साहब की तारीफें करने की वजह से मिर्जा साहब को माना कि हम खुश हो जी इस बात पे जी वाह वाह जी हुसैनी साहब ने बड़ी तारीफ की है या लामा साहब ने बड़ी तारीफ की है, इसलिए हमने मिर्जा साहब के हाथ में किया। ਬੰਬਾਸਟਿਕ ਸਾਹਿਬ ਹੁਸੈਨੀ ਸਾਹਿਬ ਤੁਹਾਡੇ ਕੋਲ ਗੱਲ ਨਹੀਂ ਪੜੀ ਜਾ ਰਹੀ, ਮੇਰੀ ਗੱਲ ਸੁਣੋ। ਬੰਬਾਸਟਿਕ ਸਾਹਿਬ ਮਾਈਕ ਪੁੱਟੋ। ਬੰਬਾਸਟਿਕ ਸਾਹਿਬ ਬੰਬਾਸਟਿਕ ਸਾਹਿਬ ਮੈਨੂੰ ਇਹ ਗੱਲ ਦੱਸੋ ਕਿ ਅਗਰ ਮਿਸਾਲ ਦੇ ਤੌਰ ਹੁਣ ਵੇਖਿਓ ਗੱਲ ਮਸਲਾ ਹੱਲ ਹੋਣ ਲੱਗਾ ਨਾ, ਵੇਖਿਓ ਮਸਲਾ ਹੱਲ ਹੋਣ ਲੱਗਾ, ਹਮਨੇ ਦੀ ਸਭ ਰੋਕਣਗੇ। ਹਾਂਜੀ ਬੰਬਾਸਟਿਕ ਸਾਹਿਬ ਅਗਰ ਕੋਈ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਜ਼ਿੰਦਗੀ 'ਚ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦਾ ਇਨਕਾਰ ਕਰ ਦੇ,
ਉਹ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦਾ ਸਾਹਬੀ ਹੋ ਸਕਦਾ ਕਿ ਨਹੀਂ? ਬਿਲਕੁਲ ਸੁਹਾਬੀ ਹੈ, ਇਹੀ ਤਾਂ ਡੈਫੀਨੇਸ਼ਨ ਹੈ ਸੁਹਾਬੀ ਦੀ। ਹੋਰ ਅਗਰ ਉਹ ਇਨਕਾਰ ਕਰਦੇ थे ਹਾਂ ਤੇ ਉਹ ਮੁਨਕਰ ਹੋ ਗਿਆ। ਮੁਨਕਰ ਹੋ ਗਿਆ। ਹਾਂ ਹਜ਼ਰਤ ਉਮਰ ਫਾਰੂਕ ਨੇ ਜਦੋਂ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਗੱਲ ਦਾ ਇਨਕਾਰ ਕੀਤਾ ਸੀ, ਠੀਕ ਹੈ, ਉਹਨਾਂ ਨੂੰ ਉਹ ਨਹੀਂ ਸੀ ਲਿਆ ਕਾਗਜ਼ ਪੈਨਸਲ ਨੇ ਲਿਆ ਕੇ ਦਿੱਤੀ ਵਫਾਤ ਤੋਂ ਪਹਿਲੇ। ਹਾਂ, ਅੱਛਾ, ਉਹ ਗੱਲ ਉਸ ਤੋਂ ਬਾਅਦ ਕਦੀ ਉਹਨਾਂ ਨੇ ਮੰਨੀ? ਯਾਨੀ ਕਿ ਇੱਕ ਵਾਰੀ ਤਾਂ ਇਨਕਾਰ ਕਰ ਦਿੱਤਾ ਨਾ, ਉਸ ਤੋਂ ਬਾਅਦ ਮੰਨੀ ਨਾ। ਉਹ ਇਸ ਅਸੂਲ ਦੇ ਤਹਿਤ ਜਿਹੜਾ ਤੁਸੀਂ ਹੁਣ ਕਾਇਮ ਕੀਤਾ ਹੈ, ਉਹ ਸਹਾਬੀ ਰਹਿੰਦੇ ਨੇ ਕਿ ਨਹੀਂ ਰਹਿੰਦੇ? ਫਿਰ ਵੀ ਰਹਿੰਦੇ ਨੇ, ਕਿਉਂਕਿ ਫਿਰ ਵੀ ਰਹਿੰਦੇ ਨੇ, रहते ने बिल्कुल खलीफा थे। क्यों रहते हैं? किस तरह रहते हैं? इसलिए कि हमारे दिल में उनके लिए मोहब्बत है। हम हमारा दिल नहीं मानता कि हम इनकार करें। इस गल दी अगो तवील तशरीह है, ठीक है, इस रवायत दी भी हो जाएगा। मैं कहना बड़ी खूबसूरत अच्छा कर उठे हैं। केड़ी गल हुसैन साहब? ये बड़ी खूबसूरत तो संतों ने यार कमाल कर दी है। हुसैन साहब तुसी कमाल दा हवाला लेके आए हो केड़ा कि एक ਇਹ ਜਿਹੜਾ ਹੁਣ ਇਹਨਾਂ ਬਿਆਨ ਕੀਤਾ ਤੇ ਤੁਸੀਂ ਵੀ ਸੁਣ ਰਹੇ ਹੋ ਤੇ ਤੁਸੀਂ ਉਹਨੂੰ ਸਵਾਦ ਵੀ ਕਰ ਰਹੇ ਹੋ ਕਿ ਠੀਕ ਹੈ, ਔਰ ਇਹ ਤੁਸੀਂ ਦੋਵਾਂ ਨੇ ਬੜੀ ਖੂਬਸੂਰਤ ਗੱਲ ਬਿਆਨ ਕੀਤੀ ਹੈ। ਕਿਹੜੀ? ਔਰ ਇਰਫਾਨ ਦੇ ਜਿਹੜੀ ਤੁਸੀਂ ਬਿਆਨ ਕਰ ਰਹੇ ਹੋ ਤੇ ਜਿਹੜੀ ਅਸੀਂ ਸੁਣ ਰਹੇ ਹਾਂ। ਨਹੀਂ, ਮੈਂ ਤੇ ਮੌਜੂ, ਮੇਰੀ ਗੱਲ ਸੁਣ, ਮੈਂ ਤੇ ਮੌਜੂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਅਗਰ ਕਿਸੇ ਦੇ ਇਨਕਾਰ ਦੇਖਣਾ, ਹੁਣ ਇਹ ਬੰਬਾਸਟਿਕ ਸਾਹਿਬ ਮੈਂ ਤੁਹਾਡੇ ਸਾਹਮਣੇ ਬੰਬਾਸਟਿਕ ਸਾਹਿਬ ਨੇ ਇਕਰਾਰ ਕੀਤਾ, ਮੇਰਾ ਦਿਲ ਹੈ ਮੈਨੂੰ ਫੈਸਲਾ ਕਰ ਲੈਣ ਦਿਓ। ਸੁਣ ਤੇ ਲਵੋ ਇੱਕ ਮਿੰਟ ਅੰਮ੍ਰਿਤ ਸਾਹਿਬ, ਇੱਕ ਵਾਰੀ ਮੈਨੂੰ ਹਸੈਨੀ ਸਾਹਿਬ ਦਾ ਗੱਲ ਕਰ ਲਾਂ ਛੋਟੀ ਜੀ। ਯਾਰ ਇਮਤਿਆਜ਼ ਸਾਹਿਬ, ਹਸੈਨੀ ਸਾਹਿਬ ਨਾਲ ਛੋਟੀ ਜੀ ਗੱਲ ਕਰ ਲਾਂ ਫਿਰ ਤੁਸੀਂ ਕਰਿਓ, ਛੋਟੀ ਜੀ ਗੱਲ ਹੈ, ਖਤਮ ਹੋਣ ਲੱਗੀ ਹੈ। ਹਸੈਨੀ ਸਾਹਿਬ ਨੂੰ ਐਵੇਂ ਲੱਗੇਗਾ ਕਿ ਮੈਂ ਐਵੇਂ ਬਿਲਾ ਫਜ਼ੂਲ ਇਹ ਹਵਾਲਾ ਪੇਸ਼ ਕੀਤਾ ਹੈ। ਹਸੈਨੀ ਸਾਹਿਬ ਤੁਹਾਡੇ ਸਾਹਮਣੇ ਬੰਬਾਸਟਿਕ ਸਾਹਿਬ ਨੇ ਇਹ ਇਕਰਾਰ ਕੀਤਾ ਕਿ ਜਿਹੜਾ ਮੇਰੇ ਤੇ ਇਲਜ਼ਾਮ ਲਾ ਰਹੇ ਹੋ, ਮੇਰੀ ਗੱਲ ਤੇ ਸੁਣ ਲਓ। ਮੈਂ ਕਿਹਾ ਕਿ ਤੁਸੀਂ ਸੋਚੋਗੇ, ਮੈਂ ਸੋਚਣ ਦੀ ਗੱਲ ਕੀਤੀ, ਮੇਰੀ ਸੋਚਦੇ ਪਏ ਹੋ ਗੱਲ ਤੇ ਸੁਣ ਲਓ, ਫੜ ਨਾ ਲਿਆ ਕਰੋ ਇੰਨੇ ਅਲਫਾਜ਼। ਨਾ ਮੈਂ ਸੋਚਿਆ ਤੇ ਨਾ ਸੋਚਿਓ। ਹੁਣ ਮੇਰੀ ਗੱਲ ਸੁਣਿਓ, ਅਗਰ ਦੇਖੋ ਪਰ ਮੇਰੇ ਤੇ ਇਲਜ਼ਾਮ, ਪਹਿਲੇ ਇਲਜ਼ਾਮ ਵਾਪਸ ਲਵੋ। ਮੈਂ ਵਾਪਸ ਲੈ ਲਿਆ। ਬੰਬਾਸਟਿਕ ਸਾਹਿਬ ਨੇ ਇੱਕ ਫੈਸਲਾ ਕਰ ਦਿੱਤਾ ਕਿ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦਾ ਇਨਕਾਰ ਕਰਨ ਵਾਲਾ ਸਹਾਬੀ ਨਹੀਂ ਰਹਿੰਦਾ, ਠੀਕ ਹੈ, ਲੇਕਿਨ ਮੈਂ ਇਨਕਾਰ ਵਿਖਾਇਆ, ਠੀਕ ਹੈ। ਵਿਖਾਉਣ ਤੋਂ ਬਾਅਦ ਉਹਨਾਂ ਨੇ ਆਖਿਆ ਨਹੀਂ ਉਹ ਸਹਾਬੀ ਨੇ, ਠੀਕ ਹੈ। ਇਹਦੇ ਵਿੱਚ ਦੋਵੇਂ ਗੱਲਾਂ ਠੀਕ ਨੇ। ਹਾਂ, ਦੋਵੇਂ ਗੱਲਾਂ ਠੀਕ ਨੇ ਨਾ। ਇਹ ਵੀ ਹੁਣ ਦੋਵੇਂ ਗੱਲਾਂ ਤੁਸੀਂ ਵੇਖ ਲਓ, ਉਹਨਾਂ ਦੀਆਂ ਵੀ ਦੋਵੇਂ ਗੱਲਾਂ ਠੀਕ ਨੇ, ਤੁਹਾਡੀਆਂ ਵੀ ਦੋਵੇਂ ਗੱਲਾਂ ਠੀਕ ਨੇ। ਤੁਸੀਂ ਤੇ ਕਮਾਲ ਕਰ ਦਿੱਤਾ। ਮੈਂ ਦੋਵੇਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਕਈ ਦਫਾ ਦੋਵੇਂ ਗੱਲਾਂ ਵੀ ਠੀਕ ਹੁੰਦੀਆਂ ਨੇ। ਮਿਰਜ਼ਾ ਸਾਹਿਬ ਦੀਆਂ ਵੀ ਦੋਵੇਂ ਠੀਕ ਆਖੋ। ਇੱਕ ਮਿੰਟ ਸੁਣਿਓ ਜੀ। ਹਾਂ, ਮਿਰਜ਼ਾ ਸਾਹਿਬ ਅਲੈਹਿਸਸਲਾਤੁ ਵਸਸਲਾਮ ਦੀਆਂ ਵੀ ਸੁਣਿਓ जी, एक मिनट जरा म्यूट लाओ ना इम्तियाज साहब। सलातो सलाम बाद पढ़ियो ना। रसूल करीम सल्लल्लाहु अलैहि वसल्लम के सहाबा में कोई मुर्ताद ना हुआ, दूसरे नबियों के अहबाब में हजारों होते थे, ठीक है जी। ईसा अलैहिस्सलाम के तो 500 मुर्ताद। हाँ जी बिल्कुल। ਇੱਥੇ ਵੇਖ ਲਓ ਜੀ, ਦੂਜਾ ਫੋਨ ਵੀ ਮੇਰੇ ਕੋਲ ਖੁੱਲੇ ਹੈ। हुदैबिया के किस्से में तफसीर इब्ने कसीर में लिखा है कि कई सच्चे आदमी मुर्ताद हो गए। वजह ये थी कि इस पेशगोई की कफारे मक्का को खबर हो गई। ठीक है, ਇਹ ਵੀ ਠੀਕ ਹੈ ਤੇ ਇਹ ਵੀ ਠੀਕ ਹੈ, ਦੋਵੇਂ ਠੀਕ ਨੇ। ਜਿਸ ਤਰ੍ਹਾਂ ਮੇਰੀ ਗੱਲ ਸੁਣ, ਜਿਸ ਤਰ੍ਹਾਂ ਹੁਣੇ ਹੀ ਬੰਬਾਸਟਿਕ ਸਾਹਿਬ ਨੇ ਦੋਵੇਂ ਹੀ ਆਪਣੇ ਗੱਲਾਂ ਠੀਕ ਕਰਾਰ ਦਿੱਤੀਆਂ ਨੇ। ਦੋਵਾਂ ਦੇ ਵਿੱਚ ਇੱਕ ਤਵੀਦ ਹੈ। ਕਿਹੜੀ ਮੰਨਣੀ ਇਹਨਾਂ ਦੋਵਾਂ ਚੋਂ? ਦੋਵੇਂ ਸੁਣ ਲਓ, ਮੈਂ ਦੱਸਣਾ। ਉਹ ਸਹਾਬੀ ਵੀ ਸਨ ਤੇ ਉਹਨਾਂ ਨੇ ਇਨਕਾਰ ਵੀ ਕੀਤਾ ਸੀ। ਇਹ ਦੋਵੇਂ ਗੱਲਾਂ ਸਾਨੂੰ ਮੰਨਣੀਆਂ ਪੈਣਗੀਆਂ, ਨਾਲ ਲੈ ਕੇ ਚੱਲੋ। ਭਾਈ ਮੇਰਾ ਸਵਾਲ ਇੰਨਾ ਹੈ, ਮੁਰਤਾਦ ਹੋਏ ਸਨ ਸਾਹਬਾ ਕਿ ਨਹੀਂ ਸਨ ਹੋਏ? ਬਸ ਇਹਨਾਂ ਦਾ मैं कह रहा कि यही जिस तरह इनकार करना। यारा भाई साहब, बात ये है कि अलामा साहब जो है ना, उनकी डिक्शनरी में कोई फ्लेक्सिबिलिटी नहीं है, कोई एक्सप्लेनेशन नहीं है, तफसीर नहीं है। यस या नो, उनका इस्लाम उनको ये डिक्टेट कबो जी के होया सी कि नहीं होया। उनकी साहबा मुर्ताद हो गया, ऐसे लिखा कोई साहबी मुर्ताद नहीं है। क्योंकि उनका जो मजहब है उसमें हर चीज यस या नो, ब्लैक या व्हाइट। मार दो बंदा या छाड़ दो, कोई एक्सप्लेनेशन नहीं है वहां पे। एक गलती का दाला लिखो 12 सफे दा, गलती का दाला लिखो। देखो ਉਹਨਾਂ ਦੇ ਗਲਤੀ ਹੁੰਦੀ ਕਦੀ ਵੀ ਨਹੀਂ ਹੈ ਜਮੀਲ ਸਾਹਿਬ, ਕੋਈ ਨਹੀਂ ਕਦੀ ਵੀ। ਮੇਰਾ ਅਗਲਾ ਸਵਾਲ ਜਿਹੜਾ ਨਾ ਉਹ ਇਹ ਵੇ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਅਗਰ ਕੋਈ ਗਲਤੀ ਕੀਤੀ ਤੇ ਉਹਨੂੰ ਅੱਲਾਹ ਤਾਲਾ ਨੇ ਉਸ ਗਲਤੀ ਤੇ ਰਹਿਣ ਨਹੀਂ ਦਿੱਤਾ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ 1122 ਸਾਹਿਬ ਜੀ ਯਾਰ ਤੁਸੀਂ ਆਪਸ ਵਿੱਚ ਇੱਕ ਦੂਜੇ ਨਾਲ ਵਾਲੀਬਾਲ ਬੰਬਾਸਟਿਕ ਸਾਹਿਬ ਨੂੰ ਸਮਝਾਉਂਦੇ ਆ ਕਿ ਜਿਵੇਂ ਬੰਬਾਸਟਿਕ ਸਾਹਿਬ ਦੀਆਂ ਦੋਵੇਂ ਗੱਲਾਂ
ਤੁਹਾਨੂੰ ਵੀ ਕਬੂਲ ਨੇ ਕਿ ਉਹਨਾਂ ਮੇਰਾ ਨੇ ਸਵਾਲ- ਇਨਕਾਰ ਵੀ ਕੀਤਾ ਪਰ ਫਿਰ ਵੀ ਸਹਾਬੀ ਰਹੇ। ਉਹ ਭਾਈ ਠੀਕ ਹੈ ਨਾ? ਉਹ ਇਨਕਾਰ ਇਸੇ ਤਰ੍ਹਾਂ ਇਹ ਵੀ ਇਮਤਿਆਜ਼ ਸਾਹਿਬ ਸੁਲਹ ਹदैबिया 'ਚ ਇਮਤਿਆਜ਼ ਅਗਰ ਸਾਹਿਬ, ਉਹਨਾਂ ਨੇ ਇਨਕਾਰ ਕਰ ਲਿਆ ਸੀ ਹੁਣ ਉਹ ਤੁਸੀਂ ਅਗਰ ਯਾਰ ਸੁਣ ਤੇ ਲੋ, ਮੈਂ ਦੱਸਣ ਲੱਗਾ ਤੁਹਾਡੇ ਸਵਾਲ ਦਾ ਜਵਾਬ ਦੇਣ ਲੱਗਾ। ਅਗਰ ਸੁਲਹ ਹदैबिया ਦੇ ਮੌਕੇ ਤੇ ਉਹ ਮੁਰਤਦ ਹੋ ਗਏ ਸਨ, ਉਹ ਸਹਾਬੀ ਨਹੀਂ ਰਹੇ, ਉਹਨਾਂ ਨੂੰ ਲਫ਼ਜ਼ ਸਹਾਬੀ ਦੇ ਨਾਲ ਯਾਦ ਕੀਤਾ ਜਾ ਸਕਦਾ ਹੈ। ਠੀਕ ਹੈ, ਜਿਵੇਂ ਉਹ ਲਿਖਿਆ ਅੱਛਾ ਗਿਆ ਯਾਰ ਹੈ, ਇਹ ਤਫਸੀਲ ਤੇ ਤਸ਼ਰੀਹ ਬਾਅਦ ਚ, ਇਹ ਤਫਸੀਲ ਮੈਂ ਤੇ ਤਸ਼ਰੀਹ ਬਾਅਦ ਇਹੀ ਤੇ ਮੈਂ ਇਹ ਦੱਸਣ ਕਰਿਓ, ਡਿਆ। ਮੈਨੂੰ ਸਿਰਫ ਇੱਕ ਫਿਕਰੇ ਦਾ ਹਾਂ। ਜਵਾਬ ਦੇ ਦਿਓ, ਨਬੀ ਪਾਕ ਦੇ ਸਹਾਬਾ ਕੋਈ ਮੁਰਤਦ ਹੋਏ ਸਨ ਕਿ ਨਹੀਂ ਸਨ? ਹਾਂ, ਹੁਣ ਮੈਂ ਉਹਦਾ ਹੀ ਜਵਾਬ ਦੇਣ ਲੱਗਾ। ਹੁਣ ਮਿਊਟ ਲਾ ਕੇ ਸੁਣਿਓ। ਇਹਦਾ ਜਵਾਬ ਕਹਿਣ ਹਾਂ ਡਿਆ ਇਹਨਾਂ ਚ ਨਹੀਂ ਦਿੱਤਾ ਜਿਹੜਾ ਬੰਬਾਸਟਿਕ ਸਾਹਿਬ ਨੇ ਜਵਾਬ ਦਿੱਤਾ ਬਿਲਕੁਲ ਪਰਫੈਕਟ ਦਿੱਤਾ ਸੀ, ਲੇਕਿਨ ਤੁਸੀਂ ਬਾਰ-ਬਾਰ ਸਵਾਲ ਦਾ ਜਵਾਬ ਦੇਣਾ ਬੰਬਾਸਟਿਕ ਚਾਹੁੰਦੇ ਸਾਹਿਬ ਨੇ ਆਖਿਆ ਸੀ ਕਿ ਆਖਰੀ ਜਿਹੜੇ ਜਵਾਬ ਸੁਣ ਲਓ, ਸੁਣ ਲਓ, ਨਾ। ਇਹਨੂੰ ਰਿਕਾਰਡਿੰਗ ਕਰ ਲਿਓ। ਅਗਰ ਤੁਹਾਨੂੰ ਕਿਤੇ YouTube ਤੇ ਚੜਾਣੀ ਪਈਏ, TikTok ਤੇ ਚੜਾਣੀ ਪਈਏ, ਚੜਾ ਲਿਓ। ਜਵਾਬ ਸੁਣੋ। ਜਿਹੜਾ ਸਹਾਬੀ ਹੁੰਦਾ ਹੈ ਨਾ, ਠੀਕ ਹੈ, ਉਹ ਮੁਰਤਦ ਨਹੀਂ ਹੁੰਦਾ। ਜਿਹੜੇ ਸੁਲਹ ਹदैबिया ਦੇ ਉੱਤੇ ਸਹਾਬੀ ਮੁਰਤਦ ਹੋਏ ਨੇ, ਉਹ ਸਹਾਬੀ ਨਹੀਂ ਦੇ। ਉਹਨਾਂ ਨੂੰ ਇਸ ਵਜ੍ਹਾ ਤੋਂ ਨਾਂ ਲੈ ਕੇ ਪੁਕਾਰਿਆ ਜਾਂਦਾ ਹੈ ਕਿ ਉਹ ਕਿਸੇ ਟਾਈਮ ਸਹਾਬੀ ਬਣਨ ਦੀ ਐਕਟਿੰਗ ਕਰਦੇ ਸਨ। ਠੀਕ ਹੈ, ਇਸ ਵਜ੍ਹਾ ਤੋਂ ਉਹਨਾਂ ਦੇ ਨਾਮ ਦੇ ਨਾਲ ਸਹਾਬੀ ਲੱਗ, ਵਰਨਾ ਉਹ ਤਾਂ ਸਹਾਬੀ ਹੀ ਨਹੀਂ ਸਨ, ਉਹ ਤੇ ਐਕਟਿੰਗ ਕਰ ਰਹੇ ਸਨ। ਠੀਕ ਹੈ, ਉਹ ਤੇ ਸਾਰੀ ਗੱਲ ਉਹਨਾਂ ਨੇ ਮੁਰਤਦ ਹੋ ਗਏ ਨਾ, ਮੁਰਤਦ ਹੋ ਗਏ। ਉਹ ਨਬੀ ਹੋਏ ਨੇ ਸੱਲੱਲਾਹੁ ਅਲੈਹਿ ਹदैबिया ਦੇ ਮੌਕੇ ਤੇ ਮੁਰਤਦ ਵਸੱਲਮ ਬਿਲਕੁਲ ਹੋਏ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਇਹ ਤਫਸੀਰ ਇਬਨ ਕਸੀਰ ਚ ਲਿਖਿਆ ਹੈ? ਹਾਂਜੀ ਬਿਲਕੁਲ ਜੀ, ਅਗਰ ਲਿਖਿਆ ਤੇ ਫਿਰ ਲਿਖਿਆ। ਕੱਢ ਕੇ ਵਹਾ ਦਿਓਗੇ ਮੈਨੂੰ? ਜ਼ਰੂਰੀ ਨਹੀਂ, ਇਹ ਨਹੀਂ ਮੇਰੇ ਵਾਸਤੇ ਜ਼ਰੂਰੀ ਹੈ। ਮੈਂ ਇਸ ਕੰਮ ਨੂੰ ਜ਼ਰੂਰੀ ਨਹੀਂ ਸਮਝਦਾ ਕਿ ਮੈਂ ਕੱਢ ਕੇ ਵਹਾਵਾਂ। मैं ये मानना वा मैं अल्लामा साहब ये बताएं कि जिन लोगों ने हजरत आयशा रजी अल्लाह ताला अन्हा के ऊपर उम्महातुल मोमिनीन पे गलत किस्म का इल्जाम लगाया था जब उनका हार गुम गया था पड़ाव के दौरान, वो कौन थे? वो सहाबी थे कि बाहरों आए सन कादियानी मरजाई से? मैं तो इर्तदाद की गल पूछी है। नहीं ਦੱਸਦੇ ਉਹਨਾਂ ਦਾ ਚੰਦ ਇੱਕ ਸਾਹਬੀ ਵੀ ਹੈ ਸਨ ਤੇ ਕੋਈ ਮੁਨਾਫਿਕ ਅਸਲ ਮੁਨਾਫਿਕ ਫਲਾਈ ਸੀ ਗੱਲ ਤੇ ਉਹ ਜਿਹੜੇ ਮੁਨਾਫਿਕਾਂ ਨੂੰ ਸਾਬੀ ਕਿਹਾ ਜਾਂਦਾ ਸੀ ਉਸ ਟਾਈਮ ਕਿ ਨਹੀਂ? ਉਹ ਭਾਈ ਮੈਂ ਮੁਰਤਦ ਦੀ ਗੱਲ ਪੁੱਛੀ ਏ ਤੇ ਮੁਰਤਦ ਹੋ ਕੇ ਵੀ ਸਹਾਬੀ ਨਹੀਂ ਲੱਗਦਾ ਕਿ ਉਹ ਜਿਹੜੇ ਸਨ ਸਹਾਬੀ ਸਨ ਕਿ ਨਹੀਂ? ਜਿਹੜੇ ਮੁਨਾਫਿਕ ਸਨ ਨਾ, ਜਿਹੜੇ ਮੁਨਾਫਿਕ ਸਨ, ਮੁਨਾਫਿਕ ਕਿਸ ਵਕਤ ਪਤਾ ਚੱਲਿਆ ਕਿ ਉਹ ਮੁਨਾਫਿਕ ਨੇ? ਨਬੀ ਪਾਕ ਨੇ ਦੱਸਿਆ ਮੁਨਾਫਿਕਾਂ ਦੇ ਬਾਰੇ, ਕੁਰਾਨ ਨੇ ਦੱਸਿਆ। ਤੇ ਪਹਿਲੇ ਉਹਨਾਂ ਨੂੰ ਨਬੀ ਪਾਕ ਨੇ ਜਮਾਤ ਦੇ ਵਿੱਚ ਸ਼ਾਮਿਲ ਰੱਖਿਆ ਤੇ ਉਹਨਾਂ ਨਾਲ ਖਾਂਦੇ ਪੀਂਦੇ ਵੀ ਰਹੇ ਤੇ ਨਮਾਜ਼ਾਂ ਵੀ ਪੜ੍ਹਦੇ ਰਹੇ। ਵਿੱਚ ਸ਼ਾਮਿਲ ਰੱਖਿਆ, ਬਾਅਦ ਵਿੱਚ ਸ਼ਾਮਿਲ ਰੱਖਿਆ। ਤੇ ਫਿਰ ਉਹ ਸਹਾਬੀ ਹੈਗੇ ਸਨ ਕਿ ਮੁਨਾਫਿਕ ਸਨ? ਲੁਗਵੀ ਮੈਨੇ ਸਹਾਬੀ ਸਨ, ਯਾਨੀ ਉਹਦੇ ਸਾਥੀ ਸਨ। ਲੁਗਵੀ ਸਾਡਾ ਜ਼ਬਰਦਸਤ। ਅੱਜ ਤੁਸੀਂ ਜਿਹੜੇ ਕਮਾਲ ਹੋ ਗਿਆ ਬੰਬਾਸਟਿਕ ਸਾਹਿਬ। ਬੰਬਾਸਟਿਕ ਸਾਹਿਬ ਵੈਰੀ ਗੁੱਡ। ਕਾਸਮ ਸਾਹਿਬ ਇਸ ਲਈ ਕਹਿਣਾ ਹੈ ਕਿ ਬੰਬਾਸਟਿਕ ਸਾਹਿਬ ਵੀ ਆਖੋ ਮਾਈਕ ਖੋਲੇ। ਨਹੀਂ ਮੈਂ ਕਾਸਮ ਸਾਹਿਬ ਇਹ ਸਾਰੇ ਬੰਦੇ 93 ਬੰਦੇ ਸੁਣ ਲਓ, ਇਸ ਵਜ੍ਹਾ ਤੋਂ ਬੰਦੇ ਬੋਲੋ, 4 ਬੰਦੇ ਬੰਬਾਸਟਿਕ ਸਾਹਿਬ ਨੂੰ ਅੱਗੇ ਲੱਗੇ ਰਹਿਣ ਦਿਆ ਕਰੋ। ਅਲਾਮਾ ਸਾਹਿਬ ਨੂੰ ਐਪਰੀਸ਼ੀਏਟ ਕਰੋ ਕਿ ਸ਼ਾਬਾਸ਼ ਕਰੋ ਕਿ ਉਹਨਾਂ ਨੂੰ ਸਮਝ ਆ ਗਈ ਇਹ ਗੱਲ ਦੀ ਕਿ ਹੁਣ ਇਹ ਹੋ ਗਈ ਗੱਲ ਕਲੀਅਰ ਕਿ ਜਿਹੜੇ ਲੁਗਵੀ ਮੈਨੇ ਚ ਹਿਸਾਬੀ ਸਨ ਤੇ ਕੋਈ ਜਿਹੜੇ ਸਨ ਸ਼ਰੀ ਇਸਤਲਾਹ ਵਿੱਚ ਹਿਸਾਬੀ ਸਨ। ਹੁਣ ਇਹ ਦੱਸ ਦਿਓ ਨਬੀ ਪਾਕ ਦੇ ਕੋਈ ਸਹਾਬਾ ਮੁਰਤਦ ਹੋਏ ਸਨ ਕਿ ਨਹੀਂ ਸਨ ਹੋਏ? ਜਿਹੜੇ ਲੁਗਵੀ ਮੈਨੀਆਂ ਵਿੱਚ ਸਹਾਬੀ ਸਨ ਹੋਏ ਸਨ। ਹੁਣ ਆਸਾਨ ਨਿਕਲ ਆਇਆ। ਅੱਛਾ ਮੇਰੀ ਗੱਲ ਸੁਣੋ, ਜਿਹੜੇ ਖਲੋ ਜੋ ਜਿਹੜੇ ਮੁਰਤਦ ਹੋਏ ਸਨ ਉਹ ਲੁਗਵੀ ਮੈਨੇ ਸਨ, ਸੱਚੇ ਸਹਾਬੀ ਨਹੀਂ ਸਨ ਨਾ? ਨਹੀਂ, ਉਹ ਲੁਗਵੀ ਮੈਨੇ ਹਾਂ ਜੀ। ਇਹ ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਸੱਚੇ ਸਹਾਬਾ ਮੁਰਤਦ ਹੋਏ ਨੇ। ਆ ਵੇਖਿਓ ਜ਼ਰਾ, ਇਹ ਵੇਖਿਓ ਜ਼ਰਾ। हाँ मैं समझ गया हूँ। अगर लिखा हुआ तो कई सच्चे साहबा मुर्ताद हो गए, सच्चे आदमी मुर्ताद हो गए। हाँ वो बिल्कुल क्लियर हो गया ना कि जो उस वक्त सच्चे कंसिडर होते थे और जब वो मुर्ताद हो गए तो वो लुगवी मैनों में आ गए ना। हकीम पटियालवी को देखे ना, बात सुने मोहतरम, इस बात को समझे, समझाओ कि जब के उस वक्त तक तो सच्चे थे। इसी तरह है कि नबी करीम सल्लल्लाहु अलैहि वसल्लम की जो भी बात करता था तो क्या वो पहले बता देते कि ये है जी मुनाफिक आंदा पे जे ते मुसलमानों मेरे को केयरफुल रहना? ऐसा हुआ था कभी? अच्छा, जेड़े मुनाफिक, मेरी बात का प्लीज जवाब दे दें
کہ جب عبداللہ بن سلول نے آ کے لا الہ الا اللہ محمد رسول اللہ پڑھا اور اس کے مقابلے میں حضرت عمر نے پڑھا یا کسی اور نے پڑھا تو کیا رسول اللہ جو تھے وہ فوراً کہہ دیتے تھے صحابہ کو یا لسٹ بنا لیتے تھے یا اپنی بیگمات کو بتائے بھیا بندہ آتے کیا اسلام ہی لیکن ہے جو منافق ہے. ہاں شاباش. تو رسول اللہ بھی اس کو یہی سمجھتے تھے کہ یہ سچا میرا بندہ بن گیا, یہ خدا اور رسول پہ ایمان لے آیا. جب وہ ادروائز پروو کرتا تھا تو وہ نکل گیا اس سرکل سے, بات ختم ہو گئی. ਇਹਦਾ ਮਤਲਬ ਹੈ ਕਿ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੇ ਬੰਦੇ ਮੁਰਤਦ ਹੋ ਗਏ ਸਨ ਉਹ ਸੱਚੇ ਸਹਾਬਾ ਨਹੀਂ ਸਨ. جی ہاں ਜੀ بھئی یہی کہیں گے نا, جو مرتد ہو گیا وہ سچا نہیں تھا, اس میں کینہ تھا, اس میں دنیا کی ملونی تھی. ਹਾਂ ਉਹ ਮੁਰਤਦ ਹੋ ਗਏ, ਲੇਕਿਨ ਮਿਰਜ਼ਾ ਸਾਹਿਬ ਤੇ ਕਹਿੰਦੇ ਨੇ ਕਈ ਸੱਚੇ ਲੋਕ ਮੁਰਤਦ ਹੋ ਗਏ ਸੀ. وہ یار بھی آپ کو بتایا تو ہے کہ سچے کا مطلب کیا ہے کہ جو کنسیڈر ہوتے تھے اس کو لوگ بھی معنوں میں سچے, لوگ بھی معنوں میں سچے جیسے ہاں ਤੇ ਜਿਹੜਾ ਦੂਜੇ ਪਾਸੇ ਮਿਰਜ਼ਾ ਸਾਹਿਬ ਨੇ ਲਿਖਿਆ ਕਈ ਸਹਾਬਾ ਕੋਈ ਸਹਾਬੀ ਮੁਰਤਦ ਹੀ ਨਹੀਂ ਹੋਇਆ. ہاں جی وہ تھے کہ وہی سب جو مرتے دم تک رسول اللہ کے جان نثار رہے, ہیں جو مرتے دم تک رسول اللہ کے جان نثار رہے کہ قبر تک چلے گئے, لیکن انہوں نے رسول اللہ صلی اللہ علیہ وسلم کی اندھی تقلید کی اور آپ کے ہر بات کے اوپر لبیک کہا. ਉਹ ਜਿਹੜੇ ਨੇ ਉਹ ਮੁਰਤਦ ਨਹੀਂ ਹੋਏ. نہیں ان میں سے کوئی نہیں ہوا کیونکہ وہ مرتے دم تک. ਹੁਣ ਅਸੀਂ ਜਦੋਂ ਲਿਖਣਾ ਹੈ ਤੇ ਜੇ ਕਿਸੇ ਜਗ੍ਹਾ ਤੇ ਅਸੀਂ ਕਹਿ ਦਈਏ ਹੁਸੈਨੀ ਸਾਹਿਬ ਦੀ ਬਰਾੜ ਤੇ ਆ ਕੇ ਦੁਬਾਰਾ ਨਬੀ ਪਾਕ ਦਾ ਕੋਈ ਸਹਾਬੀ ਮੁਰਤਦ ਨਹੀਂ ਸੀ ਹੋਇਆ ਤੇ ਮੇਰੇ ਗੱਲ ਤੇ ਨਹੀਂ ਉਹਨੂੰ ਪੈਣ ਲੱਗੇ. ਪੁੱਛਾਂਗੇ ਪੁੱਛਾਂਗੇ نہیں تاڑے پہلے اسی ਤੇ کیڑے ਕਿਹੜੇ گل پے ਜਿਵੇਂ ਤੁਸੀਂ ਗੱਲ ਕੀਤੀ ਲੁਗਵੀ ਕਿ ਗੈਰ ਲੁਗਵੀ. ਪਹਿਲਾਂ ਤਾਂ ਤੁਸੀਂ ਚੌਂ ਬੰਦਿਆਂ ਮਾਈਕ ਖੋਲ ਕੇ ਮੇਰੇ ਇੰਜ ਰੋਲਾ ਪਾਇਆ ਜਿਸ ਤਰ੍ਹਾਂ ਕਦੇ ਨਹੀਂ. اللہ یار میں نہیں ہوں مائک پٹنا بھائی, میں میری ویسے بھی کلاس شروع ہونے لگی ہے. اللہ حافظ. ਜਿਹੜਾ ਤੁਸੀਂ ਰੋਲਾ ਪਾਇਆ ਹੈ, ਜੇ ਇਹ ਮੈਂ ਮਲਫੂਜ਼ਾਤ ਵਾਲਾ ਹਵਾਲਾ ਨਾ ਕੱਢਦਾ ਤੇ ਤੁਸੀਂ ਤੇ ਮੈਨੂੰ ਲੈ ਦੇ ਗਏ. ਕੋਈ نہیں علامہ ਕੋਈ ਵੀ ਨਹੀਂ ਲੈ ਕੇ علامہ ਦਿੱਤਾ. صاحب ਹੁਣ ਮੈਂ ਅਗਰ ਅੱਜ ਤੋਂ ਬਾਅਦ ਮੇਰੀ ਗੱਲ ਸੁਣੋ ਨਾ, ਅੱਜ ਤੋਂ ਬਾਅਦ ਅਗਰ ਮੈਂ ਹੁਸੈਨੀ ਸਾਹਿਬ ਦੀ ਬਰਾੜ ਤੇ ਆਖਾਂ ਕਿ ਨਬੀ ਪਾਕ ਦਾ ਕੋਈ ਸਹਾਬੀ ਮੁਰਤਦ ਨਹੀਂ ਸੀ ਹੋਇਆ ਤੇ ਅੱਗੋਂ ਮਾਈਕ ਮਿਊਟ ਰਵਣ ਕਰਨਗੇ ਨਾ. نہیں کانٹیکسٹ ہے نا, اس سے کانٹیکسٹ میں کس کانٹیکسٹ میں بات ہو رہی ہے. دیکھیں آپ تو اگر پڑھے لکھے بندے ہیں اور خدا خوف بھی ہیں تو بات جو ہے نا اس کو آپ نے آج سمجھ بھی لیا ہے اور اس کے بعد آپ نے شرارت کرنی ہے تو وہ الگ بات ہے. اگر آپ کا مقصد جو ہے وہ ہمیں سمجھانا نہیں ہے, نہ آپ نے خود سمجھنی ہے اور نہ ہمیں سمجھنا ہے. ਮੈਂ ਇੰਨੀ ਗੱਲ ਆਖੀ ਸੀ ਕਿ ਨਬੀ ਪਾਕ ਦਾ ਕੋਈ ਸਹਾਬੀ ਮੁਰਤਦ ਨਹੀਂ ਹੋਇਆ, ਤੁਸੀਂ ਰੋਲਾ ਪਾ ਦਿੱਤਾ ਤਰੋਂ ਚੋਂ ਬੰਦਿਆਂ ਨੇ. ہاں ہاں آگے چلو پھر کیوں ہے. ਬਸ ਇਹੀ ਮੈਂ ਪੁੱਛਣਾ, ਮੈਂ ਕਿਹਾ ਅੱਗੇ ਤਾਂ ਨਹੀਂ ਰੋਲਾ ਪੈਣ ਲੱਗਾ. It depends کہ کس تو مسئلہ حل ہو گیا نا آج. بھائی اگر آپ یہ کہیں گے کہ جی مرزا صاحب کے صحابی جو ہیں وہ مرتد ہوئے ہیں لیکن رسول اللہ کا کوئی نہیں ہوا تھا, تو ہم کہیں گے کہ مرزا صاحب کا بھی کوئی نہیں ہوا. کیوں نہیں ہوا؟ کیونکہ یہ کانٹیکسٹ ہے, لغوی معنوں کا نہ لغوی معنوں کا, جان نثاروں کا نہ پھر. لیکن اگر آپ کہیں کہ دیکھو جی مرزا صاحب کے جو تھے فلانے صحابی جو تھے وہ مرتد ہو گئے اور رسول اللہ کا کوئی بھی نہیں ہوا, کیوں نہیں ہوا؟ دیکھو مرزا صاحب نے لیا ہے, تو ہم آپ کو ادھر روکیں گے, ہم کہیں گے یہاں پہ صحابی کی ڈیفینیشن یہ ہے, یہ ذرا سمجھو یہ ڈسکس ہو چکی ہے, ٹھیک ہے نا. اگر تو آپ نے یہ شرارت کر مطلب کڈو جی. ਮੈਂ ਕਿਹਾ ਹੁਣ ਗੱਲ ਕਿਸੇ ਪਾਸੇ ਲਾਈਏ ਨਾ, ਵੇ ਮਿਰਜ਼ਾ ਸਾਹਿਬ ਦਾ ਕੋਈ ਸਹਾਬੀ ਵੀ ਤੁਸੀਂ ਇਹ ਕਹੋਗੇ ਕਿ ਮੁਰਤਦ ਨਹੀਂ ਹੋਇਆ. ਹਾਂ ਬਿਲਕੁਲ. ਤੇ ਜੇ ਮਿਰਜ਼ਾ ਸਾਹਿਬ ਨੇ ਆਪ ਲਿਖਿਆ ਹੋਵੇ کہ میرے صحابی فلانا فلانا میرا صحابی سے مرتد ہو گیا, تو پھر تو وہ اسی طرح مرتد ہوا نا جس طرح عبداللہ ابی سلول اور وہ جو تھا کاتب وہی ہوا تھا, وہ وہی ہے. حکیم پٹیالوی بھی. ہاں کچھ سمجھ نہیں آمدی, تسی ایک بار انج جاندے ہو ਤੁਹਾਨੂੰ ਸਮਝ نہ سمجھو نہ سمجھا کرو, سیدھے سیدھے رہو بس. اسلام نے بھی یہی کہا کہ جنہ ڈیپ جاؤ گے نا تو گمراہ, جس طرح قرآن نے تجھے کہتے ہیں. علامہ صاحب کوئی اور سوال لب کے لے آؤ. سوال ਤੇ ਕੋਈ ਨਹੀਂ, ਤੁਹਾਡੇ ਵਾਸਤੇ ਸਵਾਲ ਤੇ ਮਾੜਾ ਜਿਹਾ ਵੀ ਕਰੀਏ ਤੇ ਇੱਥੇ ਠਾਠਾ ਹੋ ਜਾਂਦੀ ਹੈ. ਮੈਂ ਪਹਿਲਾਂ ਪਤਾ ਹੀ ਹੈ ਫਿਰ 313 ਦੀ ਮੈਂ ਗੱਲ ਕੀਤੀ ਸੀ ਕਿ ਨਬੀ ਪਾਕ ਦੇ ਜਿਹੜੇ 313 ਸਨ ਉਹ ਖੜੇ ਰਹੇ ਸਨ, ਕਾਇਮ ਰਹੇ ਸਨ, ਅੱਲਾ ਦੇ ਨਬੀ ਦੇ
ਉਹ 313 ਸਹਾਬਾ, ਲੇਕਿਨ ਜਿਹੜੇ ਮਿਰਜ਼ਾ ਸਾਹਿਬ ਨੇ 313 ਤਿਆਰ ਕੀਤੇ ਸਨ, ਜਿਨ੍ਹਾਂ ਦੀ ਲਿਸਟ ਜਾਮੇ ਆਪ ਨੂੰ ਛਾਪੀ ਸੀ, ਉਹਦੇ ਚ ਕਈ ਮਿਰਜ਼ਾ ਸਾਹਿਬ ਨੂੰ ਬੁਰਾ ਭਲਾ ਕਹਿ ਕੇ ਪਿੱਛੇ हट गए। यही मैं ठीक है, वो स्वाबा नहीं ना रहे, बट ठीक है। हाँ ठीक, आपकी बात है। अगर जो फैक्ट है वो फैक्ट है, कोई बात नहीं, कोई हर्ज नहीं। हाँ बस ਐਨੀ ਮੈਂ ਗੱਲ ਮਨਵਾਣੀ ਸੀ। ਉਸ ਵੇਲੇ ਤੁਸੀਂ ਜਿਹੜਾ ਰੌਲਾ ਪਾ ਦਿੱਤਾ, ਬਸ ਐਨੀ ਗੱਲ ਹੈ, ਤੇ ਹੁਣ ਤੁਸੀਂ ਹੋਰ ਕੋਈ ਗੱਲ ਕਰਨੀ ਤੇ ਕਰ ਲਓ। ਲੋ ਜੀ ਸਾਨੀ ਸਾਹਿਬ जज़ाकल्लाह जी। लो जी अपना ਸਹਾਬਾ ਸਨ, ਇਹਨਾਂ ਨੇ ਆਪਣੇ ਆਪ ਨੂੰ ਕੋਸ਼ਿਸ਼ ਕੀਤੀ ਏ ਉਹ ਕਹਿਣ ਦੀ ਵੀ ਅਸੀਂ ਆ 313 ਥੋੜੇ ਆ, ਤੇ ਮੈਂ ਕਿਹਾ ਜਿਹੜੇ ਨਬੀ ਪਾਕ ਦੇ 313 ਸਨ ਨਾ, ਉਹ ਤੇ ਖੜੇ ਰਹੇ ਸਨ, ਤੇ ਜਿਹੜੇ ਮਿਰਜ਼ਾ ਸਾਹਿਬ ਤਿਆਰ ਕੀਤੇ ਸਨ ਉਹ ਕਈ ਮੁਰਤਦ ਹੋ ਗਏ ਸਨ। ਇਹਨਾਂ लो जी हुसैनी साहब, इन्होंने अलामा साहब ने बड़ी अच्छी गल मलाई है, किधरों दी किधरे, ते ए सारियां बेहतरीन गल्लां हो गई जी। ਉਹ ਜੰਗ ਚ ਖਲੇ ਰਹੇ, ਤੇ ਮਿਰਜ਼ਾ ਸਾਹਿਬ ਦੇ ਸੁਹਾਬਾ ਨੇ ਕੋਈ ਜੰਗ ਵੀ ਨਹੀਂ ਕੀਤੀ ਔਰ ਫੇਰ ਵੀ ਖੜੇ ਨਹੀਂ ਰਹੇ, ਤੇ ਇਹ ਕੰਪੇਅਰ ਕਰਨਾ ਅਸੀਂ, ਯਾਨੀ ਕਿ ਇਹ ਮਿਰਜ਼ਾ ਸਾਹਿਬ ਨੂੰ ਔਰ ਮਿਰਜ਼ਾ ਸਾਹਿਬ ਦੇ ਸੁਹਾਬਾ ਨੂੰ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੇ ਪੈਰਲਲ ਖਿਲਾਰਦੇ ਪਏ ਨੇ। ਨਾਉਜ਼ ਬਿल्लाह ਮਿਨ ਖਿਲਾਰ ਦਿਓ, ਰੋਜ਼ ਤੁਸੀਂ ਆਪ ਖਿਲਾਰ ਦਿਓ। ਉਹ ਨਹੀਂ ਯਾਰ, ਅਸੀਂ ਨਹੀਂ ਖਿਲਾਰ, वो है मैं जीत गया हूँ, फैसला। ਪੈਰਾਂ ਦੀ ਲਿਸਟ ਬਣਾਈ ਤਾਂ ਤੇ ਫਿਰ। अच्छा अच्छा, ठीक है ठीक। हुसैनी साहब, मुझे उसने मैसेज छोड़ा था सबर साइड ने। हुसैनी साहब लो, हुसैनी साहब मुराकबे चले गए। चलो चलिए यार। ਮੈਸੇਜ ਦੱਸ ਜੋ ਬੰਬਾਸਟਿਕ ਸਾਹਿਬ, ਮੈਸੇਜ ਦੱਸ ਜੋ ਬੰਬਾਸਟਿਕ ਸਾਹਿਬ, ਮੈਸੇਜ ਦੱਸ ਜੋ ਸਾਬਰ ਸਾਈਡ ਸਾਹਿਬ ਦਾ। अच्छा अलामा साहब, ਬੰਬਾਸਟਿਕ ਸਾਹਿਬ को मैसेज करना। काजमी साहब प्लीज, काजमी साहब प्लीज हुसैनी साहब ने उस वक्त रोक यार, दिया उन्होंने था। चले जाना है, मेरी गल सुनो। ਬੰਬਾਸਟਿਕ ਸਾਹਿਬ, ਸਾਬਰ ਸਾਈਡ ਸਾਹਿਬ ਦਾ ਮੈਸੇਜ ਛੱਡ ਜੋ ਪਲੀਜ਼। मैं बाकी सब चले गए ने, हैं बाकी सब पीछे चले गए ने। ਬੰਬਾਸਟਿਕ ਸਾਹਿਬ अगर सुन रहे हो तो बराए मेहरबानी ਉਹ ਸਾਬਰ ਸਾਈਡ ਸਾਹਿਬ ਦਾ ਮੈਸੇਜ ਦੱਸ ਜੋ ਕੀ ਉਹਨਾਂ ਨੇ ਦਿੱਤਾ ਤੁਹਾਨੂੰ। ਉਹ ਰਹਿ ਨਾ ਜਾਈ, ਮਰਹੂਮ ਨਾ ਰਹਿ ਜੀ, ਉਹਦੇ ਤੋਂ ਮਰਹੂਮ ਹੀ ਰਹਿਣਾ ਪਏਗਾ। अच्छा बम्बाई इम्तियाज भाई, इम्तियाज भाई, मैं ना वो एक सवाल करन लगा। सो सारी साहब ने कहा पहले मैनू गल कर लेंदे हो, ते मैं सिर्फ तुहाडे नाल एक चीज़ ये डिस्कस करनी है कि मैं थोड़ी देर पहले सुनिया कि जिहड़ी भी सही अहादीस ने वो कुरान पाक दी तशरीह ने, ठीक है, और ओदे विच आके जिहड़ी चीज़ ओदे विच जिहड़ी आई है क्या, क्योंकि ये सानू इस वक्त उम्मत मुसलमान नू एक कल्ला बंदा डिफेंड कर रहा है जमात अहमदिया के खिलाफ सामने खड़ा हो। जड़ियां अहादीस शिया कुतब सही अहादीस लिखियां ने वो भी सारियां कुरान करीम दी ही तफसीरां ने, या सिर्फ जड़ियां बुखारी और मुस्लिम और सियासत लिखियां ने वो ही सिर्फ कुरान करीम दी तशरीह ने सही अहादीस, ਜਿਹੜੀ ਬਾਕੀ ਮੁਸਲਮਾਨਾਂ ਨੇ ਲਿਖੀਆਂ ਨੇ ਹੋਰ ਕਿਤਾਬਾਂ ਵਿੱਚ ਉਹ ਵੀ ਸਹੀ ਹਦੀਸ ਤਸ਼ਰੀਹ ਨੇ ਕੁਰਾਨ ਪਾਕ ਦੀਆਂ ਮੰਨਦੇ ਨੇ। ਬਈ ਇੱਕ ਸਵਾਲ ਤੋਂ ਬਾਅਦ ਦੂਜਾ, ਤੇ ਦੂਜੇ ਤੋਂ ਬਾਅਦ ਤੀਜਾ, ਤੇ ਤੀਜੇ ਤੋਂ ਬਾਅਦ ਚੌਥਾ ਕਰੋ, ਬੇਸ਼ੱਕ ਮੈਂ ਜਵਾਬ ਦਿਆਂਗਾ। ਹਾਂ ਉਹ ਹਦੀਸਾਂ ਸੇ ਉਹ ਵੀ ਸਹੀ ਨੇ। ਇਹ ਬਿਆਨ ਇਹ ਤਾਈਂ ਵਿਲਾਇਤ ਸਾਹਿਬ ਕੋਲ ਮੈਨੂੰ ਚਾਹੀਦਾ ਹੈ ਕਿ ਮਿਰਜ਼ਾ ਸਾਹਿਬ ਦਾ ਇਲਹਾਮ ਤੇ ਵਹੀ ਉਹਨੂੰ ਅਸੀਂ ਨਬੀ ਪਾਕ ਦੀਆਂ ਉਹਨਾਂ ਹਦੀਸਾਂ ਦੇ ਉੱਤੇ ਮੁਕੱਦਮ ਜਾਣਨੇ ਜਿਹੜੀਆਂ ਬੁਖਾਰੀ ਮੁਸਲਿਮ ਚ ਲਿਖੀਆਂ। ਇਹ ਜਿਹੜਾ ਬਿਆਨ ਮਿਰਜ਼ਾ ਸਾਹਿਬ ਨੇ ਲਿਖਤਾ ਉਹ ਸਹੀ ਲਿਖਿਆ ਹੈ, ਔਰ ਵਿਲਾਇਤ ਸਾਹਿਬ ਨੇ ਵੀ ਇਹੋ ਹੀ ਜਵਾਬ ਦਿੱਤਾ ਹੈ। ਫਿਰ ਉਹਦੇ ਬਾਅਦ ਇਹ ਤਾਂ ਮੈਂ ਨਹੀਂ ਸੁਣਿਆ ਵਿਲਾਇਤ ਸਾਹਿਬ ਕੋਲੋਂ। ਬਈ ਮੈਂ ਦੱਸ ਦੇਣਾ ਜਬ ਤੱਕ ਵਿਲਾਇਤ ਸਾਹਿਬ ਕੋ ਨਹੀਂ ਸੁਣਾਂਗਾ ਮੈਂ ਅਗਲੇ ਅੱਛਾ ਠੀਕ ਹੈ, ਤੁਸੀਂ ਨਾ ਸੁਣੋ, ਕੋਈ ਗੱਲ ਨਹੀਂ, ਗੱਲ ਨਾ ਕਟਿਆ ਕਰੋ ਵਿੱਚੋਂ। ਮੈਂ ਇਜਾਜ਼ਤ ਲੈ ਕੇ ਗੱਲ ਸ਼ੁਰੂ ਕੀਤੀ ਹੈ। ਉਹਦੇ ਬਾਅਦ ਇਮਤਿਆਜ਼ ਭਾਈ ਨੇ ਵੀ ਬੜਾ ਕੈਟੇਗਰੀਲੀ ਕਿਹਾ ਕਿ ਇਹਨੂੰ ਰਿਕਾਰਡ ਕਰ ਲਓ, YouTube ਤੇ ਚਾੜ ਦਿਓ, ਸਾਰਾ ਕੁਝ ਕਰ ਲਓ, ਠੀਕ ਹੈ। ਜਵਾਬ ਇਹੋ ਹੀ ਜੇ। ਹੁਣ ਜਵਾਬ ਇਹ ਦੇ ਦਿਓ ਜਿਹੜੀਆਂ ਅਹਾਦੀਸ ਸਹੀ ਅਹਾਦੀਸ ਸ਼ੀਆ ਕੁਤਬ ਵਿੱਚ ਲਿਖੀਆਂ ਨੇ ਜਾਂ ਬਾਕੀ ਦੂਸਰੇ ਮਸਾਲਿਕ ਦੀ ਕੁਤਬ ਚ ਲਿਖੀਆਂ ਨੇ ਸਹੀ ਅਹਾਦੀਸ, ਤੁਸੀਂ ਉਹਨਾਂ ਨੂੰ ਓਨ ਕਰਦੇ ਹੋ। ਕਿਸੇ ਹੋਰ ਸਵਾਲ ਦਾ ਉਦੋਂ ਜਵਾਬ ਦਿੱਤਾ ਜਾਏਗਾ ਜਦੋਂ ਮੇਰੇ ਸਵਾਲ ਦਾ ਜਵਾਬ ਲੱਭੇਗਾ। ਇਮਤਿਆਜ਼ ਭਾਈ ਇਹ ਗੱਲ ਮੁੱਕ ਗਈ ਜੀ ਇੱਥੇ। ਮੇਰੇ ਸਵਾਲ ਦਾ ਜਵਾਬ ਕਿਉਂ ਨਹੀਂ ਪਿਆ ਆਉਂਦਾ? ਠੀਕ ਕੋਈ ਮਸਲਾ ਨਹੀਂ। ਤੁਸੀਂ ਚੌਂ ਬੰਦਿਆਂ ਨੇ ਰਲ ਕੇ ਸੁਣ ਲਓ ਫਿਰ ਸਵਾਲ ਦਾ ਜਵਾਬ ਤੁਹਾਨੂੰ ਸੁਣ ਲਈਏ, ਸਾਹਿਬ ਕੋ ਮਿਲ ਜਾਏਗਾ। ਉਹਨਾਂ ਤੋਂ ਬਾਅਦ ਤੁਹਾਨੂੰ ਸੁਣ ਲਈਏ। ਮੈਂ ਤੁਹਾਡੀ ਗੱਲ ਦੀ ਤਾਇਦ ਕਰ ਰਿਹਾ ਵਾਂ ਕਿ ਤੁਸੀਂ ਸਵਾਲ ਦਾ ਜਵਾਬ ਲੈ ਕੇ ਫਿਰ ਸਵਾਲ ਦਾ ਜਵਾਬ ਦੇਣਾ, ਠੀਕ ਹੈ ਨਾ। ਹੁਣ ਗੱਲ ਇਹ ਵੇ ਕਿ ਵੇਟ ਕਰੋ, ਮਾਈਕ ਮਿਊਟ ਲਾ ਲਓ, ਜਦੋਂ ਮੌਲਵੀ ਸਾਹਿਬ ਫ੍ਰੀ ਹੁੰਦੇ ਨੇ ਸਵਾਰੀ ਲਾ ਕੇ ਤੁਹਾਨੂੰ ਜਵਾਬ ਮਿਲ ਜਾਏਗਾ, ਫਿਰ ਤੁਸੀਂ ਸਾਡੇ ਸਵਾਲ ਦਾ ਜਵਾਬ ਦੇ ਦਿਓ। ਇੰਜ ਕਰਨਾ ਜੇ? ਹਾਂ ਬਿਲਕੁਲ, ਠੀਕ ਹੈ, ਮਿਊਟ ਲਾ ਲਓ ਬਈ। ਚਲੋ ਜੀ ਮਿਊਟ ਲਾ ਲੈਣੇ ਅਸੀਂ, ਠੀਕ ਹੈ ਜੀ।
ਠੀਕ ਹੈ, ਜਦੋਂ मेरी ਮੌਲवी ਸਾਹਿਬ तरफ ਆਣਗੇ न्यू ਵਾਪਸ समझो ਫਿਰ भाई, ਇਨਸ਼ਾਅੱਲਾ ਤਾਲਾ ਗੱਲ ਹੋਏਗੀ। क्योंकि जब तक इस सवाल का जवाब ना आवे, ਹਾਂ ਹਾਂ ਵਡੈਲ ਸਾਹਿਬ ਨੂੰ ਤੁਸੀਂ ਨੁਮਾਇੰਦਾ ਮੁਕਰਰ ਕੀਤਾ, 4 ਬੰਦਿਆਂ ਨੇ ਤੁਸੀਂ ਆਖਿਆ ਜੋ ਵਡੈਲ ਸਾਹਿਬ ਗੱਲ ਨਹੀਂ ਕੋਈ ਮਸਲਾ ਨਹੀਂ, ਉਹਨਾਂ ਨੇ ਅਸਲ 'ਚ ਜਵਾਬ ਦੇ ਦਿੱਤਾ ਹੈ, ਲੇਕਿਨ ਤੁਹਾਨੂੰ ਜਵਾਬ ਕਬੂਲ ਨਹੀਂ ਹੈ। ਠੀਕ ਹੈ, ਜਵਾਬ ਉਹਨਾਂ ਨੇ ਦੇ ਦਿੱਤਾ ਹੈ। ਉਹਨਾਂ ਨੇ ਆਖਿਆ ਕਿ ਜਿਹੜੇ ਅਲਫਾਜ਼ ਤੁਸੀਂ ਪੜ੍ਹ ਕੇ ਸੁਣਾਉਂਦੇ ਹੋ ਕਿਤਾਬ ਦੇ ਉੱਤੋਂ, ਇਹੀ ਤਾਂ ਤੁਹਾਨੂੰ ਦੱਸਣ ਡਿਆ ਕਿ ਤੁਸੀਂ ਇਸ ਚੀਜ਼ ਨੂੰ, ਮੈਂ ਇਸ ਵਜ੍ਹਾ ਤੋਂ ਇਹਨਾਂ ਅਹਿਮਦੀਆਂ ਨੂੰ ਸਮਝਾਉਣਾ ਚਾਹੁੰਦਾ ਵਾਂ ਕਿ ਇਹਨਾਂ ਦਾ ਤਰਜ਼ ਅਮਲ ਵੇਖੋ ਤੇ ਇਹੀ ਅਪਣਾਓ ਤੁਸੀਂ ਵੀ, ਕਿ ਜਵਾਬ ਮੌਲਵੀ ਸਾਹਿਬ ਨੇ ਇੱਕ ਵਾਰੀ ਦੇ ਛੜਿਆ। ਠੀਕ ਹੈ, ਤੇ ਉਹਨਾਂ ਨੇ ਇਹੀ ਕਿਹਾ ਕਿ ਯਾਰ ਅਗਰ ਤੁਸੀਂ, ਸਵਾਲ ਹੀ ਮੇਰੇ ਕੋ ਕਰਨਾ ਸੀ ਕਿ ਤੁਸੀਂ ਕਿਸ ਤਰ੍ਹਾਂ ਮੰਨਦੇ ਹੋ। ਅਗਰ ਮੌਲਵੀ ਸਾਹਿਬ ਸਿੱਧਾ ਸਿੱਧਾ ਜਵਾਬ ਦੇ ਦੇਣ ਜੋ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ अलैहिस्सलाम ਨੇ ਕਿਹਾ ਅਸੀਂ ਉਹ ਮੰਨਨੇ ਆ, ਇੱਥੇ ਫੁੱਲ ਸਟਾਪ ਲੱਗ ਜਾਣਾ ਚਾਹੀਦਾ, ਗੱਲ ਖਤਮ ਹੋ ਜਾਣੀ ਚਾਹੀਦੀ ਹੈ। ਠੀਕ ਹੈ, ਗੱਲ ਖਤਮ ਹੋ ਜਾਣੀ ਚਾਹੀਦੀ ਹੈ। ਹੁਣ ਤੁਸੀਂ ਉਹ ਭਾਰਤ ਪੜ੍ਹੀਏ, ਮੌਲਵੀ ਸਾਹਿਬ ਨੇ ਆਖਿਆ ਮੈਂ ਬਿਲਕੁਲ ਉਹੀ ਮੰਨਣਾ ਵਾ ਜੋ ਮਿਰਜ਼ਾ ਸਾਹਿਬ अलैहिस्सलाम ਨੇ ਕਿਹਾ, ਇੱਥੇ ਵੀ ਗੱਲ ਖਤਮ ਹੋ ਜਾਣੀ ਚਾਹੀਦੀ। ਫਿਰ ਇਹ ਲੈਂਟਰ ਪਾਈ ਜਾਂਦਾ ਗੱਲ ਦੇ ਉੱਤੇ। ਠੀਕ ਹੈ, ਪਰ ਤੁਸੀਂ ਲੈਂਟਰ ਤੋੜ ਕੇ ਵਿੱਚੋਂ ਮੁੱਗ ਕੱਢ ਕੇ ਤੁਸੀਂ ਕੋਸ਼ਿਸ਼ ਕਰਨੀ ਹੈ ਕੋਈ ਨਾ ਕੋਈ ਐਸਾ ਅਲਫਾਜ਼ ਮੌਲਵੀ ਸਾਹਿਬ ਕੱਢਣ ਕਿ ਉਹ ਮੁਖਾਲਫਤ ਚੱਲੇ ਤੇ ਮੈਂ ਫੜ ਲਵਾਂ ਤੇ ਮੈਂ ਉਹਨੂੰ ਰਗੜਾਂ, ਮੈਂ ਉਹਨੂੰ ਰਿੰਨ ਕੇ ਉਹਦਾ ਉਹ ਬਣਾ ਦਿਆਂ ਕਿ ਉਹਨਾਂ ਆਖੀਦਾ ਉਹ ਜਿਹੜਾ ਬਰਫੀ 'ਚ ਪੈਂਦਾ ਹੈ। ਯਾਰ ਇਹ ਘਰ ਟ੍ਰੇਨਿੰਗ ਕਿਉਂ ਨਹੀਂ ਦੇ ਕੇ ਲਿਆਉਂਦੇ ਬੰਦਿਆਂ ਨੂੰ? ਠੀਕ ਹੈ, ਨਹੀਂ ਮੈਂ ਸ਼ੁਰੂ ਤੋਂ ਹੀ ਮੌਲਵੀ ਸਾਹਿਬ ਨੂੰ, ਅਗਰ ਮੈਂ ਗੱਲ ਆਖੀ ਸੀ ਨਾ ਕਿ ਮੌਲਵੀ ਸਾਹਿਬ ਗੱਲ ਕਰਨਗੇ ਤੇ ਮੈਨੂੰ ਮੌਲਵੀ ਸਾਹਿਬ ਤੇ ਉਮੀਦ ਸੀ ਕਿ ਮੌਲਵੀ ਸਾਹਿਬ ਉਹੀ ਜਵਾਬ ਦੇਣਗੇ ਜਿਹੜਾ ਮਿਰਜ਼ਾ ਸਾਹਿਬ ਗੁਲਾਮ ਅਹਿਮਦ ਕਾਦੀਆਨੀ अलैहिस्सलाम ਨੇ ਦਿੱਤਾ ਹੈ। ਉਹੀ ਜਵਾਬ ਮੌਲਵੀ ਸਾਹਿਬ ਨੇ ਦਿੱਤਾ ਹੈ। ਤੁਹਾਨੂੰ ਉਹ ਸਮਝ ਨਹੀਂ ਆਈ, ਤੁਸੀਂ ਬਾਰ-ਬਾਰ ਉਸੇ ਸਵਾਲ ਨੂੰ ਬਾਰ-ਬਾਰ ਰਿਪੀਟ ਕਰੀ ਜਾਂਦੇ ਹੋ। ਹਾਲਾਂਕਿ ਅਗਰ ਤੁਸੀਂ ਇਹ ਗੱਲ ਨੂੰ ਸਮਝਣਾ ਚਾਹੁੰਦੇ ਫਿਰ ਤੇ ਤੁਹਾਡਾ ਕੰਮ ਬਣਦਾ ਸੀ ਤੁਸੀਂ ਮੌਲਵੀ ਸਾਹਿਬ ਕੋ ਬਾਰ-ਬਾਰ ਪੁੱਛੋ, ਲੇਕਿਨ ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸਾਡਾ ਅਕੀਦਾ ਕੀ ਹੈ ਤੇ ਸਾਡੇ ਅਕੀਦੇ ਦੀ ਜਾਣ ਪਛਾਣ ਕਰਨ ਵਾਸਤੇ ਤੁਹਾਨੂੰ ਜ਼ਰੂਰਤ ਨਹੀਂ, ਕਿਉਂ ਕਿ ਬਕੌਲ ਤੁਹਾਡੇ ਤੇ ਬਕੌਲ ਹੁਸੈਨੀ ਸਾਹਿਬ ਤੇ ਬਕੌਲ ਅਲੀ ਅਹਿਮਦ ਸਾਹਿਬ ਦੇ ਤੁਸੀਂ PhD ਕੀਤੀ ਹੈ ਰੂਹਾਨੀ ਖਜ਼ਾਨ ਦੇ ਵਿੱਚ, ਤੇ ਸਾਡੇ ਅਕਾਇਦ ਜਿਹੜੇ ਨੇ ਉਹ ਰੂਹਾਨੀ ਖਜ਼ਾਨ ਦੇ ਵਿੱਚ ਮੌਜੂਦ ਨੇ। ਇਹ ਮੈਂ ਕਿਹਾ ਜਿਹੜੀ ਗੱਲ ਤੁਸੀਂ ਮੇਰੇ ਤੇ ਮਨਸੂਖ ਕਰ ਰਹੇ ਹੋ? ਨਹੀਂ ਕਿਹਾ ਮੈਂ ਵਾਪਸ ਲੈਣਾ ਅਲਫਾਜ਼, ਮੈਂ ਵਾਪਸ ਲੈ ਲੈਣਾ ਸਾਨੀ ਸਾਹਿਬ ਤੁਹਾਡੇ ਜੋ ਅੱਛਾ ਕਿਤਾਬ ਤੇ ਜਦੋਂ ਤਬੀਅਤ ਚਾਹੁੰਦੀ ਹੈ ਮੇਰਾ ਨਾਮ ਲੈ ਕੇ ਜੋ ਮਰਜ਼ੀ ਕਹਿ ਦਿਓ ਜੀ। ਮੇਰੀ ਮਜਾਲ ਕੀ, ਮੈਂ ਤੁਹਾਡੇ ਬਾਰੇ ਚ ਗੱਲ ਕਰ ਜਾ, ਮੈਂ ਉਸੇ ਟਾਈਮ ਵਾਪਸ ਉਸੇ ਟਾਈਮ ਲੋ ਜੀ। ਜੀ ਠੀਕ ਹੈ ਜੀ।